ਹਾਂਜੀ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਟਰੂ ਫਾਲਸ ਨਾਟ ਗਿਵਨ ਤੋਂ ਕਰਦੇ ਹਾਂ। ਕਾਪੀ ਪੈਨ ਚੱਕ ਲਿਓ, ਆਪਾਂ ਨਾਲ ਨਾਲ ਚੀਜ਼ਾਂ ਦੇਖਾਂਗੇ ਵੀ ਕਿੱਦਾਂ ਕਿੱਦਾਂ ਇਹਨਾਂ ਨੇ ਵੈਲਿਊਸ ਵਗੈਰਾ ਹੋਰ ਚੀਜ਼ਾਂ ਆਪਾਂ ਨੂੰ ਪਤਾ ਲੱਗਣਗੀਆਂ ਜੀ ਨਵੀਂ। ਸੋ ਜਿਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਆਪਣਾ ਜੋ ਪਹਿਲੇ ਨੰਬਰ ਤੇ ਕੁਐਸਚਨ ਹੈ ਤੁਹਾਡੀ ਸਕਰੀਨ ਦੇ ਸਾਹਮਣੇ, ਆਪਣਾ ਪਹਿਲੇ ਨੰਬਰ ਤੇ ਕੁਐਸਚਨ ਤੇ ਕੀ ਕਹਿੰਦੇ ਜੀ ਆਪਾਂ ਨੂੰ, ਕਹਿੰਦੇ ਜਿਹੜੀ ਸਪੋਰਟ ਹੈਗੀ ਹੈ ਜੀ, ਸਪੋਰਟ ਓਕੇ ਜਨਰਲੀ ਕਹਿੰਦੇ ਮੰਨੀ ਜਾਂਦੀ ਹੈ। ਕੀ ਮੰਨੀ ਜਾਂਦੀ ਹੈ ਜੀ? ਕਹਿੰਦੇ ਪ੍ਰੋਫਿਟੇਬਲ ਏਰੀਆ ਫॉर ਇਨਵੈਸਟਮੈਂਟ। ਸੋ ਸਪੋਰਟ ਕਹਿੰਦੇ ਜਨਰਲੀ ਮੰਨੀ ਜਾਂਦੀ ਹੈ ਜੀ, ਕੀ ਮੰਨੀ ਜਾਂਦੀ ਹੈ? ਇੱਕ ਪ੍ਰੋਫਿਟੇਬਲ ਏਰੀਆ। ਪ੍ਰੋਫਿਟੇਬਲ ਏਰੀਆ ਕਿਹੜੀ ਚੀਜ਼ ਲਈ? ਇਨਵੈਸਟਮੈਂਟ ਦੇ ਲਈ। ਸੋ ਜਾ ਕੇ ਆਪਾਂ ਨੂੰ ਪਹਿਰੇ ਦੇ ਵਿੱਚ ਤੁਸੀਂ ਮੈਨੂੰ ਦੱਸਣਾ ਜੀ ਕਿ ਕੀ ਏਦਾਂ ਦਾ ਕੁਝ ਹੈਗਾ ਵਾ, ਤਾਂ ਤੁਹਾਡੇ ਸਾਹਮਣੇ ਲੋਕੇਸ਼ਨ ਲਈ ਹੈ ਜੀ। ਅੱਜ ਮੈਂ ਲਾਈਨਾਂ ਥੋੜੀਆਂ ਜਿਹੀਆਂ ਜ਼ਿਆਦਾ ਚੱਕੀਆਂ ਵਾ, ਪਹਿਲਾਂ ਆਪਾਂ ਕੀ ਕਰਦੇ ਹੁੰਦੇ ਹਾਂ, ਦੋ ਲਾਈਨਾਂ ਚੱਕਦੇ ਹੁੰਦੇ, ਬਟ ਅੱਜ ਕਵਰੇਜ ਮੈਂ ਥੋੜੀ ਜਿਹੀ ਜ਼ਿਆਦਾ ਕੀਤੀ ਹੈ ਜੀ, ਤਾਂ ਕਿ ਉਹਦੇ ਨਾਲ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਜਿਹੜੀ ਕਿ ਜ਼ਿਆਦਾ ਪੜ੍ਹਨ ਦੀ ਕੋਸ਼ਿਸ਼ ਕਰੋ ਜਾਂ ਤੁਹਾਡੀ ਸਪੀਡ ਰੀਡਿੰਗ ਬਣੇ ਥੋੜੀ ਜਿਹੀ। ਤਾਂ ਮੈਨੂੰ ਇਹ ਪੜ੍ਹ ਕੇ ਧਿਆਨ ਨਾਲ ਦੱਸੋ ਜੀ ਕਿ ਕੀ ਲੱਗਦਾ ਤੁਹਾਨੂੰ ਇਹਦਾ ਆਨਸਰ ਜੀ। ਸਪੋਰਟ ਇਜ਼ ਜਨਰਲੀ ਰਿਗਾਰਡਡ ਐਜ਼ ਏ ਪ੍ਰੋਫਿਟੇਬਲ ਏਰੀਆ ਫॉर ਇਨਵੈਸਟਮੈਂਟ। ਤੁਹਾਡੇ ਸਾਹਮਣੇ ਲੋਕੇਸ਼ਨ ਹੈ ਜੀ, ਇਹ ਪਹਿਲੇ ਦੇ ਵਿੱਚ ਆਨਸਰ ਹੁੰਦਾ। ਤਾਂ ਇਹਨਾਂ ਨੇ ਕਿਹਾ ਜੀ, ਨਾਮ ਲਿਖਿਆ ਪੈਕ ਕਿ ਰੂਪਟ। ਹਾਂਜੀ, ਬ੍ਰੌਡਨਡ। ਬ੍ਰੌਡਨਡ ਦਾ ਮਤਲਬ ਹੁੰਦਾ ਅੱਗੇ ਨਾਲੋਂ ਬਿਗਰ ਕਰ ਲੈਣਾ। broadened his business base from media to sport, having purchased an, ਉਹਨੇ ਕਿਹੜੀ ਚੀਜ਼ ਪਰਚੇਜ਼ ਕੀਤੀ ਜੀ? ਅਮਰੀਕਨ ਬੇਸਬਾਲ ਟੀਮ ਉਹਨੇ ਪਰਚੇਜ਼ ਕੀਤੀ ਇੱਕ, ਤੇ ਨਾਲ ਆਸਟ੍ਰੇਲੀਅਨ ਦੀ ਰਗਬੀ ਲੀਗ ਕੰਪੀਟੀਸ਼ਨ ਜੋ ਸੀਕਿੰਗ ਕਰ ਰਿਹਾ। ਕੀ ਸੀਕਿੰਗ ਕਰ ਰਿਹਾ ਜੀ? ਓਪਰਚੁਨਿਟੀਜ਼ ਟੂ ਇਨਵੈਸਟ ਇਨ ਐਨ ਇੰਗਲਿਸ਼ ਫੁੱਟਬਾਲ ਕਲੱਬ। ਅਗਲੀ ਲਾਈਨ 'ਚ ਲਿਖਿਆ ਜੀ, ਪਹਿਲੀ ਲਾਈਨ ਦੇ ਵਿੱਚ ਇੱਕ ਬੰਦੇ ਦੀ ਗੱਲ ਲਿਖੀ ਹੈ ਜੋ ਇਹ ਸਪੋਰਟਸ ਵਗੈਰਾ ਨੂੰ ਖਰੀਦਦਾ ਵਗੈਰਾ, ਟੀਮਸ ਨੂੰ ਹਾਇਰ ਕਰਦਾ ਵਾ। ਅਗਲੀ ਲਾਈਨ 'ਚ ਨੋ ਬਿਜ਼ਨਸ ਪਰਸਨ ਆਫ ਸੱਚ ਇੰਟਰਨੈਸ਼ਨਲ stature would see fit to invest in sport, okay, unless he was satisfied that this was a sound business venture with the ideal revenue generating opportunities। ਮੈਨੂੰ ਧਿਆਨ ਨਾਲ ਦੱਸੋ ਕਿ ਆਨਸਰ ਇਹਦਾ ਕੀ ਹੋ ਸਕਦਾ ਜੀ। ਤੁਹਾਨੂੰ ਉਹਨਾਂ ਨੇ ਇਦਾਂ ਕਿਹਾ ਕਿ ਜਿਹੜੀ ਸਪੋਰਟ ਹੁੰਦੀ ਹੈ ਜੀ ਜਨਰਲੀ ਉਹਨੂੰ ਕੀ ਮੰਨਿਆ ਜਾਂਦਾ ਵਾ? ਉਹਨੂੰ ਪ੍ਰੋਫਿਟੇਬਲ ਏਰੀਆ ਮੰਨਿਆ ਜਾਂਦਾ ਇਨਵੈਸਟਮੈਂਟ ਦੇ ਲਈ। ਸਰ ਫਾਲਸ। ਹਾਂਜੀ ਜੀ, ਕੀ ਲਾਈਏ ਜੀ? ਆਵਾਜ਼ ਨਹੀਂ ਆ ਰਹੀ ਸਰ। ਟਰੂ ਤੇ ਫਾਲਸ ਵਿੱਚ ਕਨਫਿਊਜ਼ਨ ਆਵਾਜ਼ ਸੁਣ ਰਹੀ ਹੈ ਨਾ ਸਰ? ਟਰੂ, ਇਟਸ ਅ ਟਰੂ। ਸਰ ਟਰੂ ਵੀ ਲੱਗ ਰਿਹਾ, ਫਾਲਸ ਟਰੂ ਹੈ ਸਰ, ਟਰੂ ਲੱਗਦਾ। ਸਪੋਰਟ ਇੱਕ ਜਾਨੀ ਕਿ ਪ੍ਰੋਫਿਟੇਬਲ ਵਾਲੀ ਫੀਲਡ ਹੈਗੀ ਆ ਬਈ, ਜਾਨੀ ਕਿ ਇਨਵੈਸਟਮੈਂਟ ਵਾਲੀ ਜਿਹਦੇ ਵਿੱਚ ਪ੍ਰੋਫਿਟ ਹੋਣਾ ਹੋਵੇ। ਹਾਂਜੀ। ਜਨਰਲੀ ਦਾ ਮਤਲਬ ਕੀ ਹੁੰਦਾ? ਜਨਰਲੀ ਦਾ ਮਤਲਬ ਹਮੇਸ਼ਾ ਥੋੜੀ ਕਹਿ ਰਹੇ ਆ ਤੁਹਾਨੂੰ ਕੁਐਸਚਨ 'ਚ, ਮੰਨਦੇ ਹੋ ਨਾ ਮੇਰੀ ਗੱਲ? ਦੇਖੋ ਜਨਰਲੀ ਦਾ ਮਤਲਬ ਕੀ ਹੁੰਦਾ ਵਾ? ਕਦੀ ਕਦੀ। ਜਨਰਲੀ ਦਾ ਮਤਲਬ ਕਦੇ ਕਦੇ, ਹਮੇਸ਼ਾ ਨਹੀਂ। ਤੇ ਮੈਨੂੰ ਪਹਿਲਾਂ ਪੜ੍ਹ ਕੇ ਦੱਸੋ ਵੀ ਕਦੇ ਕਦੇ ਸਪੋਰਟ ਜਿਹੜੀ ਹੁੰਦੀ ਉਹ ਪ੍ਰੋਫਿਟੇਬਲ ਚੀਜ਼ ਵੀ ਹੁੰਦੀ ਇਨਵੈਸਟਮੈਂਟ ਦੇ ਲਈ? ਜਿਹੜਾ ਲਾਸਟ ਨੋ ਬਿਜ਼ਨਸ ਹੈ ਨਾ, ਉਹਦੇ ਵਿੱਚ ਵੀ ਇਹੀ ਸੈਂਸ ਆ ਰਹੀ ਹੈ ਨਾ, ਨੋ। ਉਹਦੇ ਵਿੱਚ ਰੀਸੈਂਸ ਆ ਰਹੀ ਹੈ। ਤਾਂ ਧਿਆਨ ਨਾਲ ਦੇਖਿਓ ਜੀ, ਜਿਹੜਾ ਇਹਦਾ ਕਰੈਕਟ ਆਨਸਰ ਆ ਉਹ ਹੈਗਾ ਵਾ ਜੀ ਟਰੂ। ਤੁਹਾਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਸਪੋਰਟ ਆ ਜੀ ਉਹ ਕੀ ਮੰਨੀ ਜਾਂਦੀ ਆ? ਜਨਰਲੀ ਜੇ ਕਹਿੰਦੇ ਆਮ ਤੌਰ ਤੇ ਵੇਖਿਆ ਜਾਵੇ ਤਾਂ ਉਹ ਇੱਕ ਪ੍ਰੋਫਿਟੇਬਲ ਵਾਲੀ ਚੀਜ਼ ਮੰਨੀ ਜਾਂਦੀ ਹੈ। ਇਹਨਾਂ ਨੇ ਵੀ ਤੁਹਾਨੂੰ ਕਹਿਤਾ, ਉੱਪਰ ਇੱਕ ਪਰਸਨ ਦਾ ਨਾਮ ਲਿਖਿਆ ਸੀ ਜੋ ਟੀਮਸ ਵਗੈਰਾ ਨੂੰ ਹਾਇਰ ਕਰਦਾ ਵਾ, ਨੀਚੇ ਜਾ ਕੇ ਲਿਖਿਆ ਕਿ ਕੋਈ ਵੀ ਬਿਜ਼ਨਸ ਪਰਸਨ ਕਹਿੰਦੇ ਜੀ, ਕੋਈ ਵੀ ਬਿਜ਼ਨਸ ਪਰਸਨ ਜਿਹੜਾ ਉਹ ਕਹਿੰਦੇ ਕਿ ਸੱਚ ਸਟੇਟਸ ਦਾ ਹੈਗਾ ਵਾ, would see fit to invest, ਕਹਿੰਦੇ ਉਹ ਉਹਨਾਂ ਟਾਈਮ ਇਨਵੈਸਟ ਨਹੀਂ ਕਰਦਾ ਜਿੰਨਾ ਚਿਰ ਉਹ ਸੈਟਿਸਫਾਈਡ ਫੀਲ ਨਾ ਕਰੇ। ਕਿਹੜੀ ਚੀਜ਼ ਤੋਂ? ਜਿੰਨਾ ਚਿਰ ਉਹਨੂੰ ਏਦਾਂ ਨਾ ਲੱਗੇ ਕਿ ਜਿਹੜੀ ਇਹ ਚੀਜ਼ ਆ ਜਿਸ 'ਚ ਮੈਂ ਪੈਸਾ ਲਾਉਣ ਲੱਗਾ ਵਾਂ was a sound business venture, ਕਿ ਉਹ ਸਾਊਂਡ ਬਿਜ਼ਨਸ ਵੈਂਚਰ ਆ। ਸਾਊਂਡ ਦਾ ਮਤਲਬ ਕਿ ਪੋਜ਼ਿਟਿਵ ਆ, ਯਾਨੀ ਕਿ ਮੁਨਾਫਾ ਦਿਖ ਰਿਹਾ ਉਹਨੂੰ, ਜਿਹਦੇ ਵਿੱਚ ਉਹਨੂੰ ਰੈਵਨਿਊ ਜਨਰੇਟਿੰਗ ਓਪਰਚੁਨਿਟੀਜ਼ ਦੇਖਣ। ਉਹਨਾਂ ਟਾਈਮ ਕਹਿੰਦੇ ਕੋਈ ਵੀ ਬਿਜ਼ਨਸ ਪਰਸਨ ਜਿਹੜਾ ਹੈਗਾ ਵਾ ਉਹਦੇ ਵਿੱਚ ਪੈਸਾ ਲਾਉਂਦਾ ਨੀਗਾ। ਅੱਛਾ, ਇਹਦਾ ਮਤਲਬ ਕੀ ਨਿਕਲਿਆ? ਇਹਦਾ ਮਤਲਬ ਕਿ ਸਪੋਰਟ ਇੱਕ ਉਦਾਂ ਦਾ ਏਰੀਆ ਹੈਗਾ ਵਾ ਜੀ ਜਿਹਦੇ ਵਿੱਚੋਂ ਰੈਵਨਿਊ ਜਨਰੇਟ ਹੁੰਦਾ ਵਾ, ਜਿਹਦੇ ਵਿੱਚੋਂ ਪ੍ਰੋਫਿਟ ਹੁੰਦਾ ਵਾ। ਤੇ ਸੇਮ ਹੀ ਆਪਾਂ ਨੂੰ ਕੁਐਸਚਨ ਨੇ ਕਿਹਾ ਸੀਗਾ ਜੀ ਉਹਨਾਂ ਨੇ। ਤੇ ਜਦੋਂ ਬਿਜ਼ਨਸ ਪਰਸਨ ਨੂੰ ਲੱਗਿਆ ਵੀ ਮੈਨੂੰ ਪ੍ਰੋਫਿਟ ਹੋਣ ਲੱਗਾ ਵਾ,
ਤੇ ਉਦੋਂ ਇਹ ਪੈਸੇ ਲਾ ਦਿੰਦੇ ਆ ਜੀ ਉੱਤੇ। ਜੇ ਇਹਨਾਂ ਨੂੰ ਨਾ ਲੱਗੇ ਕਿ ਨਹੀਂ ਹਾਂਜੀ ਪ੍ਰੋਫਿਟ ਹੋ ਰਿਹਾ, ਫਿਰ ਉੱਤੇ ਪੈਸੇ ਨਹੀਂ ਲਾਉਂਦੇ ਜੀ। ਕੁਐਸਚਨ ਆਪਣਾ ਸਿਰਫ ਏਦਾਂ ਸੀਗਾ ਕਿ ਸਪੋਰਟ ਜਨਰਲੀ ਕਹਿੰਦੇ ਪ੍ਰੋਫਿਟੇਬਲ ਏਰੀਆ ਹੁੰਦਾ ਵਾ ਕਿਹਦਾ ਜੀ, ਇਨਵੈਸਟਮੈਂਟ ਦੇ ਲਈ। ਤੇ ਆਪਣਾ ਆਨਸਰ ਜਿਹੜਾ ਸੀਗਾ ਟਰੂ ਆ ਗਿਆ ਜੀ। ਨੈਕਸਟ ਵੇਖਿਓ ਜੀ ਧਿਆਨ ਨਾਲ, ਨੈਕਸਟ ਤੁਹਾਡਾ ਜੋ ਆਨਸਰ ਜੋ ਕੁਐਸਚਨ ਆਈ ਤੁਹਾਡਾ, ਤੁਹਾਨੂੰ ਉਹਨਾਂ ਦੇ ਵਿੱਚ ਕਿਹਾ ਕਿ ਜੋ ਰੂਪਰਟ ਹੈ ਜੀ, ਕਹਿੰਦੇ ਰੂਪਰਟ ਹੈਜ਼ ਏ ਪਰਸਨਲ ਐਜ਼ ਵੈਲ ਐਜ਼ ਓਕੇ ਬਿਜ਼ਨਸ ਇੰਟਰਸਟ ਇਨ ਸਪੋਰਟ। ਰੂਪਰਟ ਜੋ ਹੈ ਉਹਦਾ ਜੀ ਕਹਿੰਦੇ ਪਰਸਨਲ ਤੇ ਪਰਸਨਲ ਦੇ ਨਾਲ ਨਾਲ ਬਿਜ਼ਨਸ ਇੰਟਰਸਟ ਵੀ ਆ ਇਹਦੇ ਵਿੱਚ, ਸਪੋਰਟ ਦੇ ਵਿੱਚ। ਤੇ ਮੈਨੂੰ ਵੈਰੀਫਾਈ ਕਰਕੇ ਦੱਸੋ ਜੀ ਤੁਹਾਡੀ ਲੋਕੇਸ਼ਨ ਆ ਰਹੀ ਤੁਹਾਡੇ ਸਾਹਮਣੇ ਕਿ ਕੀ ਜੋ ਰੂਪਰਟ ਆ ਜੀ ਉਹਦਾ ਬਿਜ਼ਨਸ ਦੇ ਨਾਲ ਨਾਲ ਪਰਸਨਲ ਇੰਟਰਸਟ ਹੈਗਾ ਜੀ ਸਪੋਰਟ ਦੇ ਵਿੱਚ। ਲੋਕੇਸ਼ਨ ਤੁਹਾਡੇ ਸਾਹਮਣੇ, the sport industry is developing, okay। ਅਨਪ੍ਰੈਸਿਡੈਂਟਡ ਦਾ ਮਤਲਬ ਨੋਟ ਕਰ ਲਓ, ਇਹਦਾ ਮਤਲਬ ਹੁੰਦਾ ਵਾ ਜਿਹੜੀ ਚੀਜ਼ ਪਹਿਲਾਂ ਹੋਈ ਨਹੀਂ ਸੀ ਕਦੇ ਵੀ। ਇਹਦਾ ਮਤਲਬ ਹੁੰਦਾ ਜੀ never happened before ਜਾਂ never done before। ਉਹ ਚੀਜ਼ ਜਿਹੜੀ ਚੀਜ਼ ਕਦੇ ਪਹਿਲਾਂ ਹੋਈ ਨਹੀਂ ਸੀਗੀ। ਕਹਿੰਦੇ ਸਪੋਰਟ ਇੰਡਸਟਰੀ ਬਹੁਤ ਜ਼ਿਆਦਾ ਕਹਿੰਦੇ ਡਿਵੈਲਪ ਹੋ ਰਹੀ ਆ। ਕਿਹੜੇ ਰੇਟ ਤੇ ਹੋ ਰਹੀ ਆ? ਜਿਹੜਾ ਰੇਟ ਹਾਂਜੀ ਪਹਿਲਾਂ ਕਹਿੰਦੇ ਸੋਚਿਆ ਹੀ ਨਹੀਂ ਗਿਆ ਸੀਗਾ ਜੀ, ਆਪਾਂ ਸੋਚ ਹੀ ਨਹੀਂ ਸਕਦੇ ਸੀ ਰੇਟ ਇੰਨਾ, ਜਾਂ ਪਹਿਲਾਂ ਜਿਹੜਾ ਇੰਨਾ ਪਾਸਟ ਵਿੱਚ ਕਦੇ ਹੋਇਆ ਹੀ ਨਹੀਂ। ਬਿਜ਼ਨਸ ਪਰਸਪੈਕਟਿਵ ਤੋਂ ਦੇਖੀਏ ਤਾਂ ਸਪੋਰਟ ਕੀ ਹੈ ਜੀ, ਆਹ ਗੱਲਾਂ ਵੈਸੇ ਕੀਤੀਆਂ ਪਈਆਂ। ਤੁਹਾਡਾ ਮੇਨ ਟਾਰਗੇਟ ਆ ਕਿਹੜਾ ਰੂਪਰਟ ਹੈਗਾ ਵਾ, ਕੀ ਉਹਦਾ ਬਿਜ਼ਨਸ ਤੇ ਪਰਸਨਲ ਦੋਨੇ ਤਰ੍ਹਾਂ ਦਾ ਇੰਟਰਸਟ ਹੈਗਾ ਜੀ ਉਹਦਾ ਸਪੋਰਟ ਦੇ ਵਿੱਚ। ਤਾਂ ਮੈਨੂੰ ਇੱਥੇ ਪੜ੍ਹ ਕੇ ਦੱਸੋ ਜੀ। ਹਾਂਜੀ ਮਿਊਟ ਤੋਂ ਖੋਲਦਾ ਜੀ ਮੈਂ ਤੁਹਾਨੂੰ, ਤਾਂ ਮੈਨੂੰ ਦੱਸੋ ਵੀ ਇਹਦਾ ਆਨਸਰ ਜੋ ਹੈ ਕੀ ਹੋ ਸਕਦਾ ਜੀ। ਹਾਂਜੀ ਸਰ ਟਰੂ। ਟਰੂ ਕਹਿ ਰਹੇ ਹੋ ਜੀ? ਹਾਂਜੀ ਟਰੂ। ਹਾਂਜੀ ਅੱਛਾ, ਟਰੂ ਦੇ ਵਿੱਚ ਇੱਥੇ ਲਿਖਿਆ ਹੋਣਾ ਚਾਹੀਦਾ ਕਿ ਬਿਜ਼ਨਸ ਦੇ ਨਾਲ ਨਾਲ ਹੋਰ ਕਿਹੜਾ ਜੀ, ਯਾਨੀ ਕਿ ਪਰਸਨਲ ਵੀ, ਪਰਸਨਲ ਇੰਟਰਸਟ ਵੀ। ਅੱਛਾ ਤੇ ਕਿੱਥੇ, ਚਲੋ ਬਿਜ਼ਨਸ ਤੇ ਪਰਸਨਲ ਕਿੱਥੇ ਲਿਖੇ ਤੇ ਦਿਖਾਉਂਗੇ? ਖਾਸ ਕਰਕੇ ਰੂਪਰਟ ਜਿਹੜੀਆਂ ਉੱਪਰ ਤਾਂ ਗੱਲਾਂ ਕਰੀ ਜਾਂਦੇ ਹੋ ਜਨਰਲੀ, ਉਹ ਜਨਰਲ ਗੱਲਾਂ ਵਾ, ਉਹ ਗੱਲਾਂ ਯਾਨੀ ਕਿ ਰੂਪਰਟ ਦੀਆਂ ਨੀਗੀਆਂ, ਉਹ ਆਪਣੇ ਕੋਲ ਨੀਚੇ ਆ ਕੇ ਸਟਾਰਟ ਹੋਇਆ ਨਾਮ ਉਹਦਾ ਰੂਪਰਟ। ਨੋਟ ਤਾਂ ਗਿਵਨ ਰੂਪਰਟ ਹੈ। ਦਾ ਯਾਨੀ ਕਿ ਬਿਜ਼ਨਸ ਦੇ ਪਰਸਪੈਕਟਿਵ ਤੋਂ ਜ਼ਰੂਰ ਦੱਸਿਆ, ਧਿਆਨ ਨਾਲ ਦੇਖਿਓ। ਜੇ ਆਪਾਂ ਨੂੰ ਉਧਰ ਕੁਐਸਚਨ ਦੇ ਵਿੱਚ ਗਿਆ ਕਿਹਾ ਸੀ ਜੀ ਰੂਪਰਟ ਦਾ ਬਿਜ਼ਨਸ ਤੇ ਪਰਸਨਲ ਦੋਨੇ ਤਰ੍ਹਾਂ ਦੇ ਯਾਨੀ ਹਾਂਜੀ ਸਪੋਰਟ ਵਿੱਚ ਇੰਟਰਸਟ ਹੈਗੇ ਆ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਰੂਪਰਟ ਨੇ ਕਿਹੜੀ ਚੀਜ਼ ਬਰੋਡਨ ਕੀਤੀ ਆ, ਆਪਣਾ ਬਿਜ਼ਨਸ ਬੇਸ ਫਰੋਮ ਮੀਡੀਆ ਟੂ ਸਪੋਰਟ, ਸਪੋਰਟ ਵਾਲੀ ਆਪਣਾ ਬਿਜ਼ਨਸ ਲੈ ਕੇ ਗਿਆ। ਇਹਦਾ ਮਤਲਬ ਇਹਦਾ ਜੋ ਇੰਟਰਸਟ ਆ ਬਿਜ਼ਨਸ ਦੇ ਵਿੱਚ ਤਾਂ ਹੈਗਾ ਹੀ ਆ ਸਪੋਰਟ ਨੂੰ ਲੈ ਕੇ। ਬਿਲਕੁਲ ਜੀ, ਤੁਹਾਡਾ ਹਾਫ ਵੈਰੀਫਾਈ ਹੋ ਗਿਆ। ਇਹ ਬੰਦੇ ਨੇ ਕੀ ਕੀਤਾ, ਮੀਡੀਆ ਤੋਂ ਸਪੋਰਟ ਲਈ ਆਪਣਾ ਬਿਜ਼ਨਸ ਬਰੋਡਨ ਕਰ ਲਿਆ। ਇਹਨੇ ਪਰਚੇਜ਼ ਕਰ ਲਈਆਂ ਜੀ ਟੀਮਸ ਵਗੈਰਾ, ਇਹਨੇ ਹੋਰ ਵੀ ਚੀਜ਼ਾਂ ਕੰਪੀਟੀਸ਼ਨ ਵਗੈਰਾ ਵੀ ਪਰਚੇਜ਼ ਕਰ ਲਏ। ਤੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਬਿਜ਼ਨਸ ਇੰਟਰਸਟ ਇਹਦਾ ਹੈਗਾ ਵਾ ਜੀ। ਬਟ ਇਹਦੇ ਜੇ ਆਪਾਂ ਦੇਖੀਏ ਵੀ ਪਰਸਨਲ ਇੰਟਰਸਟ, ਇੱਥੇ ਪਰਸਨਲ ਦੀ ਗੱਲ ਹੀ ਨਹੀਂ ਕੀਤੀ ਜੀ। ਜੇ ਤੁਸੀਂ ਇਹਨੂੰ ਗਾਂ ਪੜ੍ਹਨਾ ਚਾਹੁੰਦੇ ਹੋ ਨੋ ਬਿਜ਼ਨਸ ਪਰਸਨ, ਉਹ ਤੁਸੀਂ ਪਿੱਛੇ ਵਾਲੇ ਕੁਐਸਚਨ 'ਚ ਪੜ੍ਹ ਚੁੱਕੇ ਹੋ ਜੀ। ਤੁਸੀਂ ਗਾਂ ਵੀ ਮੜਿਆ ਪੜ੍ਹ ਸਕਦੇ ਹੋ। ਗਾਂ ਲਿਖਿਆ ਸੀ ਵੀ ਕੋਈ ਵੀ ਬਿਜ਼ਨਸਮੈਨ ਉਹਨਾਂ ਟਾਈਮ ਨਹੀਂ ਉਹਦੇ ਵਿੱਚ ਇਨਵੈਸਟਮੈਂਟ ਕਰਦਾ ਜਿੰਨਾ ਚਿਰ ਉਹ ਸੈਟਿਸਫਾਈ ਨਾ ਹੋਵੇ। ਉਹ ਜਨਰਲ ਗੱਲਾਂ ਕਰੀਆਂ ਪਈਆਂ ਜੀ ਫਿਰ ਅੱਗੇ ਜਾ ਕੇ। ਤਾਂ ਮੈਨੂੰ ਦੱਸੋ ਵੀ ਕੀ ਜਿਹੜਾ ਰੂਪਰਟ ਹੈ ਉਹਦੇ ਇਹ ਦੋਵਾਂ ਤਰ੍ਹਾਂ ਦੇ ਜਿਹੜੇ ਇੰਟਰਸਟ ਆ ਉਹ ਰੀਡਿੰਗ ਦੱਸ ਪਾਈ ਹੈ ਕਿ ਜੀ ਇੱਕ ਸਿੰਗਲ ਹੀ ਦੱਸਿਆ, ਇੱਕ ਦੇ ਬਾਰੇ ਕਲੈਰਿਟੀ ਹੈ ਨਹੀਂ ਆਪਾਂ ਨੂੰ ਬਾਰੀ। ਓਨਲੀ ਸਿੰਗਲ ਹੀ ਬਿਜ਼ਨਸ। ਦੱਸੋ। ਤੇ ਫਿਰ ਕੀ ਲਾਵਾਂਗੇ ਆਪਾਂ? ਸਿੰਗਲ ਦਾ ਨਾਟ ਗਿਵਨ। ਨੋਟ ਗਿਵਨ। ਨੋਟ ਗਿਵਨ ਨੋਟ ਲਾਵਾਂਗੇ ਜੀ ਗਿਵਨ ਆ। ਆਪਾਂ। ਇਹ ਤਾਂ ਨੋਟ ਫਾਲਸ ਗਿਵਨ ਕਿਉਂ ਕਹੀ ਜਾਂਦੇ ਹੋ? ਰੀਡਿੰਗ 'ਚ ਏਦਾਂ ਕਿਤੇ ਲਿਖਿਆ ਵੀ ਸਿਰਫ ਬਿਜ਼ਨਸ, ਸਿਰਫ ਬਿਜ਼ਨਸ ਤਾਂ ਕਿਤੇ ਨਹੀਂ ਲਿਖਿਆ ਜੀ ਉਹਨਾਂ ਨੇ। ਸਰ ਤਾਂ ਨੋਟ ਲੱਗ ਗਿਆ ਗਿਵਨ ਪਤਾ ਹੀ ਆ। ਸਾਰਿਆਂ ਨੂੰ? ਨੋਟ ਗਿਵਨ, ਬਿਲਕੁਲ ਜੀ। ਆਨਸਰ ਇਹਦਾ ਜੋ ਹੈ ਉਹ ਹੈਗਾ ਜੀ ਨੋਟ ਗਿਵਨ। ਧਿਆਨ ਨਾਲ ਕਰੋ ਜੀ, ਬਹੁਤ ਵਧੀਆ ਲੈਵਲ ਦੇ ਟਰੂ ਫਾਲਸ ਨੋਟ ਗਿਵਨ। ਧਿਆਨ ਨਾਲ ਦੇਖਿਓ। ਨੈਕਸਟ ਕੁਐਸਚਨ ਤੇ ਚੱਲਦੇ ਆ ਜੀ। ਨੈਕਸਟ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਜੀ the range of career opportunities, ਕਹਿੰਦੇ ਜਿਹੜੇ ਜੋ ਕਰੀਅਰ ਓਪਰਚੁਨਿਟੀਜ਼ ਦੀ ਰੇਂਜ ਹੈ ਜੀ, ਜੋ ਕਹਿੰਦੇ ਰੇਂਜ ਆ ਕਹਿੰਦੀ ਜੀ ਕਰੀਅਰ ਓਪਰਚੁਨਿਟੀਜ਼ ਦੀ, ਜੋ ਕਿ
ਸਪੋਰਟਸ ਗ੍ਰੈਜੂਏਟ ਦੇ ਲਈ ਆ, ਜਿਹੜੀ ਰੇਂਜ ਕਹਿੰਦੇ ਕੈਰੀਅਰ ਓਪਰਚੁਨਿਟੀਜ਼ ਦੀ ਹੈਗੀ ਆ ਕਿਹਨਾਂ ਦੇ ਲਈ, ਸਪੋਰਟਸ ਗ੍ਰੈਜੂਏਟਸ ਦੇ ਲਈ। ਉਹ ਜਿਹੜੀ ਰੇਂਜ ਹੈ ਨਾ ਕਹਿੰਦੇ, ਜਿਹੜੀ ਕੈਰੀਅਰ ਓਪਰਚੁਨਿਟੀਜ਼ ਦੀ ਰੇਂਜ, ਉਹ ਕਹਿੰਦੇ ਵੱਧ ਰਹੀ ਹੈ ਜੀ। ਚੈੱਕ ਕਰੀ ਕੁਐਸਚਨ ਨੂੰ ਫੇਰ ਪੜਿਓ। ਜਿਹੜੀਆਂ ਕੈਰੀਅਰ ਨੂੰ ਲੈ ਕੇ ਓਪਰਚੁਨਿਟੀਜ਼ ਆ ਕਿਹਨਾਂ ਦੇ ਲਈ, ਸਪੋਰਟ ਗ੍ਰੈਜੂਏਟਸ ਦੇ ਲਈ, ਉਹਨਾਂ ਦੀ ਰੇਂਜ ਕਹਿੰਦੇ ਵੱਧ ਰਹੀ ਹੈ ਜੀ। ਯਾਨੀ ਕਿ ਉਹ ਜਿਹੜੀਆਂ ਕੈਰੀਅਰ ਓਪਰਚੁਨਿਟੀਜ਼ ਹੈਗੀਆਂ ਜੀ ਉਹ ਵੱਧ ਰਹੀਆਂ, ਬਸ ਸਿੱਧਾ ਸਿੱਧਾ ਜੇ ਆਪਾਂ ਕਹੀਏ ਤਾਂ। ਚਲੋ ਜੀ ਆਪਾਂ ਜਾ ਕੇ ਦੇਖ ਕੇ ਆਉਂਦੇ ਕੀ ਇਦਾਂ ਹੋ ਰਿਹਾ ਜੀ। ਤਾਂ ਲੋਕੇਸ਼ਨ ਤੁਹਾਡੇ ਸਾਹਮਣੇ ਹੈ ਜੀ, ਤੁਹਾਡੇ ਸਾਹਮਣੇ ਇਹਦੀ ਲੋਕੇਸ਼ਨ ਹੈ ਜੀ, ਪੈਰਾ ਲਿਖਿਆ ਪਿਆ ਤੁਹਾਡੇ ਸਾਹਮਣੇ। ਤਾਂ ਮੈਨੂੰ ਵੈਰੀਫਾਈ ਕਰਕੇ ਦੱਸੋ ਵੀ ਕੀ ਜੋ ਰੇਂਜ ਹੈ ਜੀ ਕੈਰੀਅਰ ਓਪਰਚੁਨਿਟੀਜ਼ ਨੂੰ ਲੈ ਕੇ ਸਪੋਰਟ ਗ੍ਰੈਜੂਏਟਸ ਦੇ ਲਈ, ਕੀ ਉਹ ਵੱਧ ਰਹੀ ਹੈ ਜੀ। ਹਾਂਜੀ, ਇਹਨਾਂ ਨੇ ਉੱਪਰ ਕਿਹਾ ਜੀ ਜਿਹੜੀਆਂ ਡਿਵੈਲਪਮੈਂਟਸ ਆ, ਹਾਂਜੀ ਕਹਿੰਦੇ ਕਨਫਰਮਡ ਹੋ ਚੁੱਕੀਆਂ ਵਾ। ਦੇ ਬਿਜ਼ਨਸ ਵਿਦ ਪ੍ਰੋਫੈਸ਼ਨਲ ਮੈਨੇਜਮੈਂਟ ਸਟਰਕਚਰ, ਮਾਰਕੀਟਿੰਗ ਪ੍ਰੋਸੈਸ ਹੋ ਗਿਆ, ਡਿਵੈਲਪਮੈਂਟ ਸਟ੍ਰੈਟਜੀਜ਼ ਇਨ ਪਲੇਸ। ਦੇ ਕਹਿੰਦੇ ਉਹਨਾਂ ਨੇ ਇੰਡੀਕੇਟ ਕੀਤਾ ਜੀ, ਕੀ ਇੰਡੀਕੇਟ ਕੀਤਾ, ਨਿਊ ਤੇ ਡਿਵੈਲਪਿੰਗ ਕਰੀਅਰ ਪਾਥਸ ਹੈਗੇ ਆ ਕਹਿੰਦੇ ਕਿਹਨਾਂ ਦੇ ਲਈ ਜੀ, ਫॉर ਗ੍ਰੈਜੂਏਟਸ ਆਫ ਹਿਊਮਨ ਮੂਵਮੈਂਟ, ਸਾਇੰਸ, ਸਪੋਰਟ ਸਾਇੰਸ, ਐਕਸਰਸਾਈਜ਼ ਸਾਇੰਸ ਤੇ ਰੈਲੇਵੈਂਟ ਡਿਗਰੀਜ਼। ਤਾਂ ਮੈਨੂੰ ਦੱਸੋ ਜੀ ਜੋ ਕਰੀਅਰ ਓਪਰਚੁਨਿਟੀਜ਼ ਦੀ ਰੇਂਜ ਆ ਕੀ ਉਹ ਵੱਧ ਰਹੀ ਹੈ ਜੀ ਅੱਗੇ ਨਾਲੋਂ। ਹਾਂਜੀ ਟਰੂ ਸਰ। True, sir. True, sir. True, sir. ਹਾਂਜੀ ਬਿਲਕੁਲ ਟਰੂ ਹੈ ਜੀ, ਸਿੱਧਾ ਹੀ ਲਿਖਿਆ ਸਰ ਪਿਆ ਨਾ। ਦੇਖੋ ਜਿਹੜਾ ਲਿਖਿਆ ਨਾ ਐਕਸਟੈਂਡਿੰਗ ਵਿੱਚ ਆਰ ਹੀ ਲਿਖਿਆ ਨਾ, ਵਿੱਚ ਆਰ ਐਕਸਟੈਂਡਿੰਗ, ਇਹਦਾ ਇਹੀ ਮਤਲਬ ਆ। ਕਿੱਥੇ ਕਿੱਥੇ ਕਹਿ ਰਹੇ ਹੋ ਤੁਸੀਂ, ਕਰੀਅਰ ਪਾਥ ਐਕਸਟੈਂਡਿੰਗ ਲਿਖਿਆ ਹੋਇਆ ਨਾ ਸਿੱਧਾ ਹੀ। ਇਹ ਗਾਣਾ ਦੇਖੋ ਕਰੀਅਰ ਪਾਥ ਦੇ ਵਿੱਚ ਇਹਨਾਂ ਨੇ ਜਾਨੀ ਕਿ ਡਿਵੈਲਪਿੰਗ ਵੀ ਲਿਖਿਆ ਪਿਆ। ਡਿਵੈਲਪ ਦਾ ਮਤਲਬ ਕੀ ਹੁੰਦਾ ਜੀ, ਵਿੱਚ ਆਰ ਅੱਗੇ ਨਾਲੋਂ ਹੋਰ ਜ਼ਿਆਦਾ ਵਧਣਾ। ਬੈਟਰਮੈਂਟ ਸਰ, ਹਾਂਜੀ ਲੱਗਿਆ ਪਤਾ ਜੀ, ਕਲੀਅਰ ਹੈ ਨਾ ਸਰ। ਤੇ ਕਿੰਨਾਂ ਦੇ ਲਈ ਆ ਉਹ ਕੈਰੀਅਰ ਜਿਹੜੇ ਹੈਗੇ ਵੱਧ ਰਹੇ ਆ, ਗ੍ਰੈਜੂਏਟਸ ਦੇ ਲਈ ਜੀ। ਕਲੀਅਰ ਹੋ ਗਿਆ ਨਾ ਜੀ, ਇੱਥੋਂ ਤਾਂ ਆਪਣਾ ਕੀ ਆ ਗਿਆ, ਟਰੂ ਆ ਗਿਆ ਜੀ ਆਪਣਾ। ਯਾਰ ਮਤਲਬ ਇਹ ਵਾਲਾ ਆਨਸਰ ਦੇ ਨੀਚੋਂ ਵੀ ਲੱਗ ਸਕਦਾ ਆ, ਕਿਵੇਂ ਕਿਵੇਂ ਜੀ, ਪੈਰਾਗ੍ਰਾਫ ਤੇ ਲੈ ਕੇ ਜਾਈਏ ਜੀ। ਹਾਂਜੀ ਪੈਰਾਗ੍ਰਾਫ, ਹਾਂਜੀ ਸਰ ਮਤਲਬ ਇੱਥੋਂ ਜੀ ਗ੍ਰੈਜੂਏਟਸ ਕੈਨ ਨਾਓ ਵਿਜ਼ੂਅਲਾਈਜ਼ ਕੈਰੀਅਰ ਪਾਥ, ਇੱਥੋਂ ਵਿਜ਼ੂਅਲਾਈਜ਼ ਕੈਰੀਅਰ ਪਾਥ ਐਕਸਟੈਂਡਿੰਗ ਇਨਟੂ ਸੱਚ, ਬਿਲਕੁਲ ਜੀ। ਜਿਹੜੇ ਕਹਿੰਦੇ ਸੱਚ ਡਾਈਵਰਸ ਡੋਮੇਨਸ ਹੈਗੀਆਂ ਵਾ, ਤੇ ਉਹ ਜਿਹੜੀਆਂ ਧਿਆਨ ਨਾਲ ਦੇਖਿਓ ਇੱਥੇ ਕਨੈਕਟੀਵਿਟੀ ਬਣਾਓ। ਅੱਛਾ ਸੱਚ ਡੋਮੇਨਸ ਦਾ ਮਤਲਬ ਕੀ ਆ, ਡੋਮੇਨਸ ਤਾਂ ਲਿਖੀਆਂ ਪਈਆਂ ਹੋਣਗੀਆਂ, ਯੈਸ ਔਰ ਨੋ। ਹਾਂਜੀ ਸਰ। ਜੀ ਸਰ। ਡੋਮੇਨਸ ਕਿਹੜੀਆਂ ਕਿਹੜੀਆਂ ਵਾ, ਆਹ ਵਾਲੀ ਸਾਇੰਸ ਹੋ ਗਈ, ਸਪੋਰਟ ਸਾਇੰਸ, ਆਹ ਵਾਲੀ ਹੋਗੀ, ਆਹ ਵਾਲੀ ਹੋਗੀ ਜੀ, ਸਮਝ ਲੱਗੀ ਨਾ ਜੀ। ਹਾਂਜੀ ਉਹ ਡੋਮੇਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੀ ਫਿਰ ਨੀਚੇ ਜਾ ਕੇ ਕਨੈਕਟ ਕੀਤਾ ਪਿਆ ਜੀ। ਓਕੇ ਜੀ, ਹਾਂਜੀ ਜੀ। ਤਾਂ ਨੈਕਸਟ ਚੱਲਦੇ ਹਾਂ ਜੀ, ਹੁਣ ਧਿਆਨ ਨਾਲ ਕਰਿਓ, ਫਿਰ ਬਹੁਤ ਵਧੀਆ ਲੈਵਲ ਦੇ ਕੁਐਸਚਨ ਹੋਣੇ ਗਾ ਟਰੂ ਫਾਲਸ ਦੇ ਵਿੱਚ ਹੀ। ਤਾਂ ਅੱਗੇ ਉਹਨਾਂ ਨੇ ਆਪਾਂ ਨੂੰ ਕਿਹਾ, ਹਾਂਜੀ ਜੀ ਬਹੁਤ ਵਧੀਆ ਲੈਵਲ ਦਾ ਕੁਐਸਚਨ ਹੈ ਜੀ, ਧਿਆਨ ਨਾਲ ਦੇਖਿਓ। ਕਹਿੰਦੇ ਫੰਡਿੰਗ ਹੈ ਜਿਹੜੀ ਜੀ, ਫੰਡਿੰਗ ਫॉर ਸਪੋਰਟ ਸਾਇੰਸ ਤੇ ਰਿਲੇਟਡ ਡਿਗਰੀਜ਼, ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਫੰਡਿੰਗ ਫॉर ਸਪੋਰਟ ਸਾਇੰਸ ਤੇ ਇੱਕ ਨਾਲ ਹੋਰ ਚੀਜ਼ ਕਿਹੜੀ ਹੈ, ਰਿਲੇਟਡ ਡਿਗਰੀਜ਼, ਹੈਜ਼ ਬੀਨ ਇਨਕਰੀਜ਼ਡ, ਹਾਂਜੀ ਕੰਸੀਡਰੇਬਲੀ। ਕਹਿੰਦੇ ਜਿਹੜੀ ਫੰਡਿੰਗ ਹੈ ਜੀ ਸਪੋਰਟ ਸਾਇੰਸ ਨੂੰ ਲੈ ਕੇ ਤੇ ਰਿਲੇਟਡ ਡਿਗਰੀਜ਼ ਨੂੰ ਲੈ ਕੇ, ਉਹ ਜਿਹੜੀ ਫੰਡਿੰਗ ਹੈ ਜੀ, ਆ ਹੈਜ਼ ਕਿਹਦੇ ਲਈ ਲਾਇਆ ਵਾ, ਫੰਡਿੰਗ ਦੇ ਲਈ। ਹੈਜ਼ ਬੀਨ ਇਨਕਰੀਜ਼ਡ, ਉਹ ਵੱਧ ਚੁੱਕੀ ਹੈ ਜੀ ਕਹਿੰਦੇ ਫੰਡਿੰਗ, ਤੇ ਵੱਧ ਕਿਵੇਂ ਚੁੱਕੀ ਹੈ ਜੀ, ਕੰਸੀਡਰੇਬਲੀ। ਇੱਕ ਸਿੰਗਲ ਕੁਐਸਚਨ ਦੇ ਵਿੱਚ ਹੀ ਮਲਟੀਪਲ ਸਟ੍ਰੈਟਜੀਜ਼ ਨਿਕਲਦੀਆਂ। ਪਹਿਲਾਂ ਤੁਸੀਂ ਇਹਨੂੰ ਸੋਲਵ ਕਰ ਲਓ, ਫਿਰ ਮੈਂ ਤੁਹਾਨੂੰ ਦੱਸਦਾ ਕਿ ਮਲਟੀਪਲ ਸਟ੍ਰੈਟਜੀਜ਼ ਕਿਵੇਂ ਨਿਕਲਣਗੀਆਂ ਜੀ। ਫਾਈਨਲ ਦੇ ਵਿੱਚ ਐਗਜ਼ਾਮੀਨਰ ਸਿੰਗਲ ਕੁਐਸਚਨ ਨਹੀਂ ਘੁਮਾ ਸਕਦਾ ਜੀ। ਚਲੋ ਜੀ ਪਹਿਲਾਂ ਆਪਾਂ ਉੱਤੇ ਚੱਲਦੇ ਹਾਂ। ਚਲੋ ਜੀ ਆਹ ਤੁਹਾਡੀ ਲੋਕੇਸ਼ਨ ਆ, ਤਾਂ ਮੈਨੂੰ ਦੱਸੋ ਪੜ੍ਹ ਕੇ ਜੀ ਇਹਦੇ ਵਿੱਚ ਕੀ ਹੋ ਸਕਦਾ ਜੀ। The career path for these graduates are developing a pace that is not evident in other professions. The contribution that these graduates can make to society and the recognition of contribution is that unprecedented। देखो ओ वर्ड फिर रिपीट हो गया जी,
ਜਿਹੜਾ ਪਿਛਲਾ ਵਰਡ ਦੇਖਿਆ ਸੀਗਾ ਜੀ। ਤੇ ਕਹਿੰਦੇ ਜਿਹੜੀਆਂ ਸਾਰੀਆਂ ਇੰਡੀਕੇਸ਼ਨਸ ਹੈਗੀਆਂ ਵਾ that it will continue to grow, ਤੇ ਸਾਰੀਆਂ ਇੰਡੀਕੇਸ਼ਨਸ ਕਹਿੰਦੇ ਜੀ ਫਿਊਚਰ ਦੇ ਵਿੱਚ ਵੀ ਵੱਧਦੀਆਂ ਹੀ ਰਹਿਣਗੀ। ਤੁਸੀਂ ਜੇ ਵਾਪਸ ਕੁਐਸਚਨ ਤੇ ਜਾਓ ਤਾਂ ਤੁਹਾਡਾ ਕੁਐਸਚਨ ਸੀਗਾ ਸਪੋਰਟ ਸਾਇੰਸ ਤੇ ਰਿਲੇਟਡ ਡਿਗਰੀਜ਼ ਦੇ ਲਈ ਜਿਹੜੀਆਂ ਫੰਡਿੰਗਸ ਆ ਉਹ ਵੱਧ ਚੁੱਕੀਆਂ ਜੀ, ਕਹਿੰਦੇ ਕੰਸੀਡਰੇਬਲੀ। ਇਹ ਤੁਹਾਡਾ ਪੈਰਾ ਜੀ। ਰੀਡਿੰਗ ਵੋਕੈਬ ਹਮੇਸ਼ਾ ਆਪਦੀ ਰਿਪੀਟ ਮੋਡ ਤੇ ਲੰਬੀ ਹੈ ਜੀ। ਆਹ ਵਰਡ ਫੇਰ ਆ ਗਿਆ, ਹਾਲਾਂਕਿ ਇਹ ਰੀਡਿੰਗ ਹੋਰ ਆ। ਅੱਗੇ ਜਾ ਕੇ ਤੁਸੀਂ ਹੈਡਿੰਗ ਚ ਦੇਖੋਗੇ ਉਹਦੇ ਵਿੱਚ ਵੀ ਇਹ ਵਰਡ ਲਾਇਆ ਪਿਆ। ਹਾਂਜੀ ਜੀ, ਤਾਂ ਮਿਊਟ ਤੋਂ ਖੋਲਦਾ ਜੀ ਤੁਹਾਨੂੰ। ਤਾਂ ਮੈਨੂੰ ਦੱਸੋ ਇਹ ਕੀ ਹੈ ਜੀ, ਟਰੂ ਆ, ਫਾਲਸ ਆ ਜਾਂ ਨੋਟ ਗਿਵਨ ਆ ਜੀ? ਹਾਂਜੀ ਸਰ ਨੋਟ ਗਿਵਨ ਜੀ। ਨੋਟ ਗਿਵਨ ਆ ਸਰ। ਫੰਡਿੰਗ ਦੀ ਗੱਲ ਹੀ ਨਹੀਂ ਕੀਤੀ ਸਰ। ਫੰਡਿੰਗ ਦੀ ਗੱਲ ਨਹੀਂ ਕੀਤੀ, ਤੇ ਉਹ ਫੰਡਿੰਗ ਜਿਹੜੀ ਹੈਗੀ ਆ ਉਹ ਵੱਧ ਚੁੱਕੀ ਆ ਕਿ ਨਹੀਂ ਵੱਧ ਚੁੱਕੀ, ਕਿਤੇ ਨਹੀਂ ਲਿਖਿਆ ਨਾ। ਅੱਛਾ, ਜਿਹੜੀ ਚੀਜ਼ ਵਧੀ ਆ ਉਹ ਕੀ ਵਧੀ ਆ? ਕੰਟਰੀਬਿਊਸ਼ਨ ਵਧਿਆ ਉਹ ਤਾਂ ਜੀ, ਜਿਹੜਾ ਗ੍ਰੈਜੂਏਟਸ ਦਾ ਸੀਗਾ। ਏਦਾਂ ਹੀ ਹੈ ਨਾ, ਜਿਹੜੀ ਆ ਚੀਜ਼ ਕੋਈ ਨਾ ਕੋਈ ਵਧੀ, ਉਹ ਤਾਂ ਗ੍ਰੈਜੂਏਟਸ ਦਾ ਕੋਈ ਕੰਟਰੀਬਿਊਸ਼ਨ ਆ। ਫੰਡਿੰਗ ਦੀ ਤਾਂ ਕੋਈ ਗੱਲ ਨਹੀਂ ਹੋਈ। ਹੁਣ ਇਹਦੇ ਵਿੱਚ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਧਿਆਨ ਨਾਲ ਦੇਖਿਓ। ਚਲੋ ਇਹਦਾ ਤਾਂ ਹੋ ਗਿਆ ਨੋਟ ਗਿਵਨ, ਵੈਰੀ ਗੁੱਡ ਜੀ, ਸਹੀ ਆਨਸਰ ਤੁਹਾਡਾ। ਅੱਛਾ, ਹੁਣ ਮੈਨੂੰ ਆਨਸਰ ਦਿਓ ਜੀ ਇਹ ਧਿਆਨ ਨਾਲ। ਜੇ ਤੁਹਾਡਾ ਜੀ ਇਹ ਕੁਐਸਚਨ ਹੋਵੇ ਕਿ ਫੰਡਿੰਗ ਹੈਗੀ ਹੈ ਜੀ ਸਪੋਰਟ ਸਾਇੰਸ ਤੇ ਰਿਲੇਟਡ ਡਿਗਰੀਜ਼ ਨੂੰ ਲੈ ਕੇ ਉਹ ਵੱਧ ਚੁੱਕੀ ਹੈ ਜੀ ਕੰਸੀਡਰੇਬਲੀ, ਤੁਸੀਂ ਉਧਰ ਪੈਰਾਗ੍ਰਾਫ ਤੇ ਜਾਓ ਜੀ। ਪੈਰਾਗ੍ਰਾਫ ਤੇ ਲਿਖਿਆ ਪਿਆ ਹੋਵੇ ਕਿ ਜੀ ਜਿਹੜੀ ਫੰਡਿੰਗ ਹੈ ਜੀ, ਜਿਹੜੀ ਕਿਹਨੂੰ ਲੈ ਕੇ ਜੀ, ਉਹ ਕਹਿੰਦੇ ਵੀ ਸਪੋਰਟ ਸਾਇੰਸ ਨੂੰ ਲੈ ਕੇ ਤੇ ਜਿਹੜੀਆਂ ਇਹਦੇ ਰੈਲੇਵੈਂਟ ਡਿਗਰੀਜ਼ ਹੈਗੀਆਂ ਵਾ ਉਹਨੂੰ ਲੈ ਕੇ ਜਿਹੜੀ ਫੰਡਿੰਗ ਆ ਉਹ ਪਹਿਲਾਂ ਦੇ ਨਾਲੋਂ ਕੀ ਹੋ ਚੁੱਕੀ ਹੈ ਜੀ, ਉਹ ਵੱਧ ਚੁੱਕੀ ਹੈ ਜੀ। ਉਹ ਪਹਿਲਾਂ ਨਾਲੋਂ ਇਨਕਲਾਈਨਡ ਹੋ ਚੁੱਕੀ ਹੈ। ਮੰਨ ਕੇ ਲਓ ਇਹਦਾ ਆਪਾਂ ਸਿਨੋਨਿਮ ਲਾਤਾ, ਬਾਕੀ ਰੈਸਟ ਆਫ ਦੀਆਂ ਚੀਜ਼ਾਂ ਸੇਮ। ਤੁਹਾਨੂੰ ਕੁਐਸਚਨ ਕਹਿੰਦਾ ਫੰਡਿੰਗ ਹੈ ਜਿਹੜੀ ਸਪੋਰਟ ਸਾਇੰਸ ਦੇ ਲਈ ਤੇ ਰਿਲੇਟਡ ਡਿਗਰੀਜ਼ ਦੇ ਲਈ ਉਹ ਵੱਧ ਚੁੱਕੀ ਹੈ ਜੀ ਕੰਸੀਡਰੇਬਲੀ। ਪੈਰਾਗ੍ਰਾਫ ਤੁਹਾਨੂੰ ਕਹਿੰਦਾ ਜੀ ਫੰਡਿੰਗ ਹੈ ਜਿਹੜੀ ਸਪੋਰਟ ਸਾਇੰਸ ਦੇ ਲਈ ਤੇ ਰਿਲੇਟਡ ਡਿਗਰੀਜ਼ ਦੇ ਲਈ ਉਹ ਜੀ ਵੱਧ ਚੁੱਕੀ ਆ। ਤਾਂ ਤੁਸੀਂ ਇਹਦਾ ਕੀ ਲਾਓਗੇ, ਟਰੂ, ਫਾਲਸ ਕਿ ਨੋਟ ਗਿਵਨ? ਮੈਂ ਇੱਕ ਵਰਡ ਛੱਡਿਆ ਵਿੱਚੋਂ ਕੁਐਸਚਨ ਦਿਓ ਜੋ ਕਿ ਮੈਂ ਰੀਡਿੰਗ ਚ ਨਹੀਂ ਲਿਖ ਰਿਹਾ। ਸਰ ਨੋਟ ਗਿਵਨ ਹੀ ਲਾਵਾਂਗੇ ਕਿਉਂਕਿ ਰੇਟ ਤਾਂ ਦੱਸੀ ਨਹੀਂ ਵੀ ਕਿਸ ਰੇਟ ਤੇ ਵਧੀਆ ਸਰ। ਹਾਂਜੀ ਬਿਲਕੁਲ ਜੀ, ਧਿਆਨ ਨਾਲ ਦੇਖਿਓ ਜੀ। ਇੱਥੇ ਇੱਕ ਤਾਂ ਸਟ੍ਰੈਟਜੀ ਹੋ ਸਕਦੀ ਹੈ ਫਾਈਨਲ ਚ, ਤੁਹਾਨੂੰ ਕੁਐਸਚਨ ਦੇ ਵਿੱਚ ਏਦਾਂ ਵੀ ਦੱਸਿਆ ਵਾ ਕਿ ਜਿਹੜੀ ਫੰਡਿੰਗ ਵਧੀ ਆ ਉਹਦਾ ਨੇਚਰ ਕਿੱਦਾਂ ਦਾ ਵਾ, ਯੈਸ ਔਰ ਨੋ? ਸਰ ਫਿਰ ਵੀ ਨੋਟ ਗਿਵਨ ਹੀ ਹੋਣਾ ਸੀ ਨਾ ਜੀ। ਆਪਾਂ ਨੂੰ ਕਹਿ ਦਿੰਦੇ ਫੰਡਿੰਗ ਸਪੋਰਟਸ ਸਾਇੰਸ ਲਈ ਵਧੀਆ ਤੇ ਰਿਲੇਟਡ ਡਿਗਰੀਜ਼ ਉਧਰ ਕੋਈ ਜ਼ਿਕਰ ਨਾ ਕਰਦੇ। ਹਾਂ ਫਿਰ ਵੀ ਨੋਟ ਗਿਵਨ ਹੀ ਹੋਣਾ। ਬਿਲਕੁਲ ਜੀ। ਤਾਂ ਧਿਆਨ ਨਾਲ ਦੇਖੋਗੇ ਬਈ, ਮੈਂ ਦੱਸਦਾ ਤੁਹਾਨੂੰ ਪਤਾ ਲੱਗ ਗਿਆ ਕਿ ਜੇ ਮੈਂ ਕੰਸੀਡਰੇਬਲੀ ਦੱਸਦਾ ਵਾ ਕਿ ਜਿਹੜਾ ਵਾਧਾ ਹੋਇਆ ਵਾ ਉਹ ਕਿਸ ਨੇਚਰ ਦੇ ਹਿਸਾਬ ਨਾਲ ਹੋਇਆ ਵਾ। ਰੀਡਿੰਗ ਆਪਾਂ ਨੂੰ ਇਦਾਂ ਤਾਂ ਜ਼ਰੂਰ ਦੱਸ ਪਾ ਰਹੀ ਆ ਕਿ ਜੀ ਫੰਡਿੰਗ ਵਧੀ ਆ, ਬਟ ਕਿਸ ਨੇਚਰ ਦੇ ਨਾਲ ਵਧੀ ਆ ਉਹਨਾਂ ਨੇ ਆਪਾਂ ਨੂੰ ਦੱਸਿਆ ਹੀ ਨਹੀਂ। ਹੁਣ ਆਪਾਂ ਨੂੰ ਪੱਕਾ ਥੋੜੀ ਪਤਾ ਵੀ ਕੰਸੀਡਰੇਬਲੀ ਹੋਊਗੀ, ਕੀ ਪਤਾ ਸਲੋ ਹੋਵੇ, ਯੈਸ ਔਰ ਨੋ? ਤਾਂ ਉਹ ਕੀ ਹੋ ਜਾਊਗਾ, ਉਹ ਨੋਟ ਗਿਵਨ ਹੋ ਜਾਊਗਾ। ਤੇ ਜੇ ਤੁਹਾਡੀ ਰੀਡਿੰਗ ਦੇ ਵਿੱਚ ਇਹਦਾ ਵੀ ਇੱਕ ਸਿਨੋਨਿਮ ਹੋਵੇ ਕਿ ਬਿਲਕੁਲ ਜੀ ਇਹ ਵਧੀਆ, ਤੇ ਨਾਲ ਕੰਸੀਡਰੇਬਲੀ ਦਾ ਵੀ ਸਿਨੋਨਿਮ ਹੋਣਾ ਚਾਹੀਦਾ ਜੀ ਰੈਪਿਡਲੀ। ਆਪਾਂ ਨੂੰ ਨਾਲ ਨੇਚਰ ਵੀ ਪਤਾ ਲੱਗਣਾ ਚਾਹੀਦਾ, ਫਿਰ ਜਾ ਕੇ ਟਰੂ ਹੋਣਾ ਵਾ। ਯੈਸ, ਸਹੀ ਹੈ ਜੀ, ਸਾਰਿਆਂ ਨੂੰ ਕਲੀਅਰ? ਹਾਂਜੀ ਸਰ। ਜੀ ਸਰ। ਹਾਂਜੀ ਸਰ। ਕਿ ਜਦੋਂ ਤੁਹਾਡੀ ਵਰਬ ਨੂੰ ਕੁਐਸਚਨ ਦੇ ਵਿੱਚ ਕੋਈ ਐਡਵਰਬ ਮੋਡੀਫਾਈ ਕਰ ਦਿੰਦੀ ਆ ਤਾਂ ਉਹ ਰੀਡਿੰਗ ਦੇ ਵਿੱਚ ਜਾ ਕੇ ਉਹ ਜਿਹੜੀ ਐਡਵਰਬ ਹੈਗੀ ਆ ਜੇ ਉਹਨੂੰ ਹਾਈਡ ਕਰ ਜਾਣ ਤੇ ਨੇਚਰ ਪਤਾ ਨਾ ਲੱਗੇ ਤਾਂ ਇਹ ਕੁਐਸਚਨ ਨੋਟ ਗਿਵਨ ਬਣ ਸਕਦਾ ਵਾ। ਕਲੀਅਰ ਹੈ ਜੀ ਸਾਰਿਆਂ ਨੂੰ? ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਹਾਂਜੀ। ਨੋਟ ਕਰ ਲਿਓ ਜੀ ਇਹਨੂੰ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਫਾਈਨਲ। ਹਾਂਜੀ, ਨੈਕਸਟ ਚੱਲਦੇ ਜੀ। ਕੀ ਕਹਿੰਦੇ ਜੀ, ਗਾਂ ਜਾ ਕੇ ਆਪਣੇ ਕੋਲੇ ਹੋਰ ਸਟ੍ਰੈਟਜੀਆਂ ਆਉਣੀਆਂ ਜਿੱਦਾਂ ਦੀ ਆਪਾਂ ਹੁਣ ਕੁਐਸਚਨ ਕੀਤਾ ਨਾ, ਗਾਂ ਜਾ ਕੇ ਇਦਾਂ ਦੇ ਵਧੀਆ ਵਧੀਆ ਕੁਐਸਚਨ ਆਉਣੇ ਆ। ਨੈਕਸਟ ਕੁਐਸਚਨ ਬਹੁਤ ਜ਼ਿਆਦਾ ਵਧੀਆ ਲੈਵਲ ਦਾ, ਤੇ ਇਹਦੇ ਤੋਂ ਵੀ ਮਲਟੀਪਲ ਸਟ੍ਰੈਟਜੀਜ਼ ਹੁੰਦੀਆਂ ਜੀ ਪੈਦਾ। ਕੀ ਕਹਿੰਦੇ ਜੀ, ਧਿਆਨ ਨਾਲ ਪੜ੍ਹਿਓ ਜੀ। ਕਹਿੰਦੇ ਜੋ ਚੀਪ ਲੇਬਰ ਆ ਜੀ ਉਹ ਗਰੰਟੀ ਦਿੰਦੀ ਆ, ਕਾਹਦੀ ਗਰੰਟੀ ਦਿੰਦੀ ਆ? ਅਫੈਕਟਿਵ ਟ੍ਰੇਡ ਕੰਡੀਸ਼ਨਸ ਦੀ। ਹਾਂਜੀ, ਜੋ ਚੀਪ ਲੇਬਰ ਆ ਜੀ, ਚੀਪ ਲੇਬਰ ਤੁਹਾਡਾ ਸਬਜੈਕਟ ਆ ਜੀ, ਇਹ ਸਿੰਗੂਲਰ ਸੀਗਾ ਤਾਂ ਕਰਕੇ ਗਰੰਟੀਜ਼ ਦੇ ਨਾਲ ਪਿੱਛੇ
AS ਲਾਤਾ ਜੀ ਉਹਨਾਂ ਨੇ, ਗਰੰਟੀਜ਼ ਦਿੰਦੀ ਹੈ ਜੀ। ਉਹ ਕਹਿੰਦੇ ਕਿਹਦੀ ਗਰੰਟੀ ਦਿੰਦੀ ਹੈ? ਅਫੈਕਟਿਵ ਦਾ ਮਤਲਬ ਬਹੁਤ ਜ਼ਿਆਦਾ ਵਧੀਆ ਟ੍ਰੇਡ ਕੰਡੀਸ਼ਨ, ਕਿ ਟ੍ਰੇਡ ਕੰਡੀਸ਼ਨਸ ਵਧੀਆ ਹੋਣਗੀਆਂ ਜੀ। ਚਲੋ ਜੀ ਜਾ ਕੇ ਦੇਖਦੇ ਹਾਂ। ਤਾਂ ਤੁਹਾਡੀ ਲੋਕੇਸ਼ਨ ਪਈ ਜੀ ਆ ਇਹਦੇ ਲਈ, ਨਹੀਂ ਸੌਰੀ, ਇਹਦੀ ਲੋਕੇਸ਼ਨ ਗਾਂ ਹੋਊਗੀ। ਇੱਕ ਮਿੰਟ, ਤੁਹਾਡਾ ਇਹ ਕੁਐਸਚਨ, ਹਾਂਜੀ ਤੁਹਾਡੀ ਪੈਰਾਗ੍ਰਾਫ ਤੁਹਾਡੇ ਸਾਹਮਣੇ ਜੀ। ਕਹਿੰਦੇ ਜੀ ਚੀਪ ਲੇਬਰ ਗਾਰੰਟੀ ਦਿੰਦੀ ਆ ਕਹਿੰਦੀਆਂ ਜੀ ਕਿ ਵਧੀਆ ਟ੍ਰੇਡ ਕੰਡੀਸ਼ਨਸ ਦੀਆਂ। ਧਿਆਨ ਨਾਲ ਪੜ੍ਹ ਕੇ ਮੈਨੂੰ ਦੱਸੋ ਜੀ ਕਿ ਕੀ ਹੋ ਸਕਦਾ ਜੀ ਇਹਦਾ। ਧਿਆਨ ਨਾਲ ਪੜਿਓ ਜੀ ਇਹਨੂੰ। ਮੈਂ ਕੈਂਬਰਿਜ ਦੀ ਬੁੱਕ ਚੋਂ ਲਿਆ ਜੀ। ਟਰੂ ਫਾਲਸ ਨਾਟ ਗਿਵਨ ਮੈਂ ਐਕਟਿਵ ਬੁੱਕ ਚੋਂ ਨਹੀਂ ਚੱਕੇ, ਐਕਚੁਅਲ ਦੇ ਵਿੱਚ ਰਲਮੇ ਮਿਲਮੇ ਆ ਜੀ। ਕੋਈ ਵੋਲਿਊਮ ਦੇ ਵਿੱਚੋਂ ਆ, ਜਿਹੜਾ ਆਪਾਂ ਹੁਣ ਕਰੀ ਜਾਂਦੇ ਕੈਂਬਰਿਜ ਦੀ ਬੁੱਕ ਹੈ ਜੀ ਇੱਕ। ਹਾਂਜੀ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ, ਤਾਂ ਮੈਨੂੰ ਕਰੈਕਟ ਆਨਸਰ ਦੱਸੋ ਜੀ ਇਹਦਾ ਕਿ ਕੀ ਹੋ ਸਕਦਾ ਜੀ। ਹਾਂਜੀ ਸਰ ਫਾਲਸ ਜੀ। ਹਾਂਜੀ ਸਾਰਿਆਂ ਨੂੰ ਫਾਲਸ ਲੱਗ ਰਿਹਾ ਜੀ। ਹਾਂਜੀ ਹਾਂਜੀ ਸਰ। ਦੇਖੋ ਹਾਂਜੀ, ਗਰੰਟੀ ਦਾ ਮਤਲਬ ਕੀ ਹੁੰਦਾ? 100%, ਯੈਸ ਔਰ ਨੋ? ਹਾਂਜੀ ਜੀ ਸਰ। ਗਰੰਟੀ ਦਾ ਮਤਲਬ ਹੁੰਦਾ ਕਿ 100% ਹੈ ਨਾ। ਤੇ ਜਦੋਂ ਤੁਸੀਂ ਪੈਰੇ ਦੇ ਵਿੱਚ ਗਏ, ਪੈਰੇ 'ਚ ਕੀ ਲਿਖਿਆ ਪਿਆ ਸੀਗਾ ਜੀ? ਮੇ ਲਿਖਿਆ ਹੋਇਆ ਸੀ ਇੱਕ। ਪਹਿਲੀ ਗੱਲ ਤਾਂ ਪੈਰੇ ਦੇ ਵਿੱਚ ਮੇ ਲਿਖਿਆ ਪਿਆ ਸੀਗਾ ਉਹਨਾਂ ਦਾ। ਇਹਦਾ ਮਤਲਬ ਮੇ ਗਰੰਟੀ ਤਾਂ ਨਹੀਂ ਨਾ ਹੁੰਦੀ। ਯੈਸ ਸਰ। ਮੈਂ ਤੁਹਾਨੂੰ ਇੱਥੇ ਚੀਜ਼ ਦੱਸਦਾ ਜੀ। ਤੁਹਾਨੂੰ ਕੁਐਸਚਨ ਦੇ ਵਿੱਚ ਕਿਹਾ ਗਿਆ ਕਿ ਚੀਪ ਲੇਬਰ ਆ ਉਹ ਗਰੰਟੀ ਦਿੰਦੀ ਹੈ ਜੀ। ਅੱਛਾ, ਗਰੰਟੀ ਦਾ ਮਤਲਬ ਹੁੰਦਾ ਵਾ 100%। ਤੇ ਮੇ ਜੋ ਮੋਡਾਲ ਹੈ ਜੀ ਇਹ 100% ਤਾਂ ਹੋ ਹੀ ਨਹੀਂ ਸਕਦਾ। ਜੇ ਮੈਂ ਕਹਿੰਦਾ ਵਾ ਹੀ ਮੇ ਕਮ, ਇਹਦਾ ਮਤਲਬ ਜੀ 100% ਨਹੀਂ, ਪੋਸੀਬਿਲਿਟੀ ਆ, ਹੋ ਵੀ ਸਕਦਾ ਨਹੀਂ ਵੀ। ਤੇ ਮੇ ਨੂੰ ਕਿੰਨਾ ਮੰਨਦੇ ਹੁੰਦੇ ਆਪਾਂ? 40-50% ਕੰਮ ਹੋ ਵੀ ਸਕਦਾ, ਕੰਮ ਨਹੀਂ ਵੀ ਹੋ ਸਕਦਾ। ਹੁਣ ਇੱਕ ਪਾਸੇ ਤੁਹਾਨੂੰ ਗਰੰਟੀ, ਤੇ ਗਰੰਟੀ ਆਪਾਂ ਨੂੰ 100% ਸਮਝਦੇ ਹੁੰਦੇ ਆਪਾਂ ਉਹਨੂੰ। ਤੁਸੀਂ ਰੀਡਿੰਗ ਦੇ ਵਿੱਚ ਆਏ, ਰੀਡਿੰਗ ਦੇ ਵਿੱਚ ਮੇ ਯੂਜ਼ ਕੀਤਾ ਪਿਆ, ਤੇ ਗਰੰਟੀ ਤੇ ਮੇ ਇਹ ਇੱਕ ਦੂਜੇ ਦੇ ਕੰਟਰਾਡਿਕਟਰੀ ਆ ਪਹਿਲੀ ਗੱਲ ਤਾਂ ਜੀ। ਤੇ ਇੱਥੋਂ ਹੀ ਫਾਲਸ ਹੋ ਗਿਆ। ਜੇ ਤੁਸੀਂ ਸੈਂਸ ਵੀ ਪੜੋਗੇ ਤਾਂ ਧਿਆਨ ਨਾਲ ਦੇਖ ਲਓ। ਕਹਿੰਦੇ ਚੀਪ ਲੇਬਰ ਦੀ ਪੋਸੀਬਿਲਿਟੀ ਆ, ਕਹਿੰਦੇ ਮਤਲਬ ਕਿ ਗਰੰਟੀ ਨਹੀਂ, ਪੋਸੀਬਿਲਿਟੀ। ਕਹਿੰਦੇ ਜਿਹੜੀ ਪੋਸੀਬਿਲਿਟੀ ਆ ਵੀ ਇਹ ਚਾਈਨੀਜ਼ ਕਲੋਥਿੰਗ ਨੂੰ ਕੰਪੀਟੀਟਿਵ ਦਾ ਮਤਲਬ ਵਧੀਆ ਬਣਾ ਸਕਦਾ ਜੀ। ਸਿੰਨਮ ਲਾਇਆ ਪਿਆ ਵਾ ਹੁੰਦਾ, ਜੋ ਤੁਹਾਨੂੰ ਕੁਐਸਚਨ 'ਚ ਵਰਡ ਦਿੱਤਾ ਪਿਆ ਸੀਗਾ। ਕਹਿੰਦੇ ਇਹਨੂੰ ਕੰਪੀਟੀਟਿਵ ਬਣਾ ਸਕਦਾ ਅਮਰੀਕਾ ਦੇ ਵਿੱਚ। ਬਟ ਜੀ ਕਹਿੰਦੇ ਜੇ ਸ਼ਿਪਮੈਂਟ ਦੇ ਵਿੱਚ ਦੇਰੀ ਹੋ ਗਈ, ਕਹਿੰਦੇ ਜਾਂ ਕਹਿੰਦੇ ਵੀ ਜੇ ਵਿੰਟਰ ਵਾਲੇ ਕੋਟ ਸਪਰਿੰਗ ਦੇ ਵਿੱਚ ਪਹੁੰਚ ਗਏ ਤਾਂ ਟ੍ਰੇਡ ਨੂੰ ਲਾਸ ਵੀ ਹੋ ਸਕਦਾ ਜੀ। ਇਹਦਾ ਮਤਲਬ ਗਰੰਟੀ ਕਿਹੜੇ ਪਾਸੇ ਹੋਈ? ਕਿਤੇ ਪਾਸੇ ਵੀ ਨਹੀਂ ਹੋਈ। ਇਹਦਾ ਮਤਲਬ ਇਹ ਆ ਗਿਆ ਜੀ ਫਾਲਸ। ਹੁਣ ਮੈਂ ਤੁਹਾਨੂੰ ਦੱਸਦਾ, ਹੁਣ ਤੁਹਾਨੂੰ ਇੱਕ ਚੀਜ਼ ਪਤਾ ਲੱਗੀ, ਤੁਹਾਨੂੰ ਪਤਾ ਲੱਗਿਆ ਜੀ ਇੱਥੇ ਕਿ ਜੋ ਗਾਰੰਟੀ ਵਰਡ ਹੈ ਜੀ, ਤੁਹਾਨੂੰ ਪਤਾ ਲੱਗਿਆ ਜੀ ਕਿ ਜੋ ਗਾਰੰਟੀ ਵਰਡ ਹੈ ਉਹਦਾ ਮਤਲਬ ਹੁੰਦਾ 100%, ਤੇ ਇਹਦੇ ਆਪੋਜ਼ਿਟ ਜੋ ਵਰਡ ਹੈ ਜੀ ਉਹ ਹੈਗਾ ਜੀ ਮੇ। ਤੇ ਤੁਹਾਨੂੰ ਪਤਾ ਲੱਗਿਆ ਵੀ ਇਹਦਾ ਅੰਦਰ ਤੁਸੀਂ ਫਾਲਸ ਲਾਇਆ। ਹੁਣ ਤੁਸੀਂ ਮੈਨੂੰ ਦੱਸੋ ਵੀ ਜੇ ਤੁਹਾਨੂੰ ਕੁਐਸਚਨ ਦੇ ਵਿੱਚ ਵਿਲ ਲੱਗਿਆ ਪਿਆ ਹੁੰਦਾ ਜੀ, ਵਿਲ ਕਿ ਚੀਪ ਲੇਬਰ ਗਰੰਟੀ ਲਊਗੀ, ਓਕੇ, ਵਿਲ ਲੱਗਿਆ ਪਿਆ ਹੁੰਦਾ, ਵਿਲ ਗਰੰਟੀ, ਤੇ ਦੂਸਰੇ ਪਾਸੇ ਤੁਹਾਨੂੰ ਲੱਗਿਆ ਪਿਆ ਹੁੰਦਾ ਜੀ ਮੇ। ਤੇ ਹੁਣ ਯਾਦ ਰੱਖਿਓ ਵਿਲ ਦਾ ਮਤਲਬ ਵੀ ਕੀ ਹੁੰਦਾ ਜੀ? ਵਿਲ ਦਾ ਮਤਲਬ ਚੀਜ਼ ਵੀ ਹੋਊਗੀ ਜੀ। ਜਿਵੇਂ ਹੀ ਵਿਲ ਕਮ, ਇਹ ਲਾਈਨ ਆਪਾਂ ਕਦੋਂ ਬੋਲਾਂਗੇ? ਜਦੋਂ ਆਪਾਂ ਨੂੰ ਪਤਾ ਵੀ ਜਾਣੀ ਕਿ ਉਹ ਬੰਦੇ ਨੇ ਆਉਣਾ ਵਾ। ਕਿਉਂਕਿ ਜੇ ਪੋਸੀਬਿਲਿਟੀ ਹੁੰਦੀ ਆਪਾਂ ਮੇ ਕਹਿਣਾ ਸੀਗਾ ਜੀ। ਯਾਨੀ ਕਿ ਵਿਲ ਦਾ ਮਤਲਬ ਵੀ ਕੀ ਹੁੰਦਾ? ਕਿ ਉਹ ਚੀਜ਼ ਹੋਣੀ ਆ। ਤੇ ਮੇ ਦਾ ਮਤਲਬ ਕੀ ਹੁੰਦਾ? ਮੇ ਦਾ ਮਤਲਬ ਦੇਖੋ ਹੁਣ ਇਹ ਦੋਨੇ ਫਿਊਚਰ ਲਈ ਤਾਂ ਦੋਨੇ ਦੱਸਦੇ ਆ ਜੀ। ਮੇ ਪੋਸੀਬਿਲਿਟੀ ਕਾਹਦੀ ਹੁੰਦੀ ਆ? ਪੋਸੀਬਿਲਿਟੀ ਤੇ ਫਿਊਚਰ ਦੀ ਹੁੰਦੀ ਹੈ ਜੀ। ਤੇ ਜੇ ਇਹਨਾਂ ਨੇ ਵਿਲ ਦੇ ਨਾਲ ਵੀ ਮੇ ਲਾਇਆ ਪਿਆ ਹੋਇਆ, ਫਿਰ ਵੀ ਇਹਦਾ ਫਾਲਸ ਹੋਣਾ ਵਾ ਜੀ, ਫਿਰ ਵੀ ਇਹਦਾ ਫਾਲਸ ਹੋਣਾ ਜੀ। ਤੇ ਜੇ ਮੰਨ ਕੇ ਚਲੋ ਇੱਕ ਪਾਸੇ ਉਹਨਾਂ ਨੇ ਤੁਹਾਨੂੰ ਕਿਹਾ ਪਿਆ ਹੋਵੇ ਜੀ ਮਾਈਟ, ਤੇ ਦੂਸਰੇ ਪਾਸੇ ਉਹਨਾਂ ਨੇ ਤੁਹਾਨੂੰ ਕਿਹਾ ਗਿਆ ਹੋਵੇ ਮੇ, ਇਹ ਜਿਹੜੀਆਂ ਚੀਜ਼ਾਂ ਆਈਆਂ ਇਹ ਦੋਨੇ ਪੋਸੀਬਿਲਿਟੀ ਦੇ ਲਈ ਦੱਸਦੀਆਂ ਜੀ। ਇਹ ਦੋਨੇ ਕੁੱਲ ਮਿਲਾ ਕੇ ਪੋਸੀਬਿਲਿਟੀ ਹੁੰਦੀ ਹੈ। ਫਿਰ ਤੁਹਾਡਾ ਆਨਸਰ ਕੀ ਆ ਜਾਊਗਾ ਜੀ? ਫਿਰ ਤੁਹਾਡਾ ਆਨਸਰ ਆ ਜਾਊਗਾ ਜੀ ਟਰੂ। ਹੁਣ ਜਿਹਨੂੰ ਨੋਟ ਗਿਵਨ ਬਣਾਉਣਾ ਹੋਵੇ, ਨੋਟ ਗਿਵਨ ਦੇ ਵਿੱਚ ਐਗਜ਼ਾਮੀਨਰ ਨੂੰ ਏਦਾਂ ਹੁੰਦਾ ਕਿ ਜਿਹੜੇ ਮੈਂ ਕੁਐਸਚਨ ਦੇ ਵਿੱਚ
ਜੋ ਵਰਡਸ ਮੈਂ ਲਿਖੇ ਆ ਉਹਨਾਂ ਨੂੰ ਰੀਡਿੰਗ ਦੇ ਵਿੱਚ ਲਿਖਣਾ ਬਸ। ਯਾਨੀ ਕਿ ਚੀਪ ਲੇਬਰ ਉਹਨਾਂ ਨੇ ਲਿਖਿਆ ਹੋਣਾ ਜੀ, ਚੀਪ ਲੇਬਰ ਲਿਖਿਆ ਹੋਣਾ, ਟ੍ਰੇਡ ਕੰਡੀਸ਼ਨ ਵਰਡ ਵੀ ਲਿਖਿਆ ਪਿਆ ਹੋਣਾ ਜੀ, ਡਿੱਟੋ ਹੀ ਲਿਖੇ ਪਏ ਹੋਣਗੇ। ਤਾਂ ਉਹਨਾਂ ਨੇ ਚੀਪ ਲੇਬਰ ਵੀ ਲਿਖਣਾ ਵਾ, ਟ੍ਰੇਡ ਕੰਡੀਸ਼ਨ ਵੀ ਲਿਖਣਾ ਜੀ। ਪਰ ਉਹਨਾਂ ਨੇ ਗੱਲਾਂ ਹੋਰ ਹਿਸਾਬ ਨਾਲ ਕਰਨੀਆਂ ਜੀ। ਉਹਨਾਂ ਨੇ ਕਹਿਣਾ ਕਿ ਚੀਪ ਲੇਬਰ ਜੋ ਹੁੰਦੀ ਆ ਉਹ ਸਸਤੀ ਪੈਂਦੀ ਆ, ਕਾਫੀ ਜ਼ਿਆਦਾ ਪੈਸਾ ਸੇਵ ਹੋ ਜਾਂਦਾ ਵਾ ਜੀ। ਤੇ ਅੱਗੇ ਜਾ ਕੇ ਉਹਨਾਂ ਨੇ ਟ੍ਰੇਡ ਕੰਡੀਸ਼ਨ ਵਾਲੀ ਲਾਈਨ ਕੋਈ ਹੋਰ ਬਣਾਉਣੀ, ਬਟ ਕਿਤੇ ਨਹੀਂ ਕਹਿਣਾ ਕਿ ਜਿਹੜੀ ਚੀਪ ਲੇਬਰ ਆ ਉਹ ਗਰੰਟੀ ਲੈਂਦੀ ਆ ਜਾਂ ਪੋਸੀਬਿਲਿਟੀ, ਏਦਾਂ ਦੀ ਗੱਲ ਉਹਨਾਂ ਨੇ ਕਿਤੇ ਨਹੀਂ ਕੀਤੀ ਹੋਣੀ ਜੀ। ਫੇਰ ਇਹ ਕੀ ਬਣ ਜੂਗਾ, ਫੇਰ ਇਹ ਨੋਟ ਗਿਵਨ ਬਣ ਜੂਗਾ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਜੀ ਇਹਦੇ ਵਿੱਚ ਤੁਹਾਨੂੰ ਪੋਸੀਬਿਲਿਟੀਜ਼ ਪਤਾ ਲੱਗ ਗਈਆਂ? ਯੈਸ ਸਰ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ। ਯੈਸ। ਇਹ ਚੀਜ਼ ਨੂੰ ਧਿਆਨ ਰੱਖਿਓ ਜੀ। ਨੈਕਸਟ ਚੱਲਦੇ ਹਾਂ ਆਪਾਂ। ਨੈਕਸਟ ਕੀ ਕਹਿੰਦੇ ਜੀ, ਬਹੁਤ ਵਧੀਆ ਲੈਵਲ ਦਾ ਕੁਐਸਚਨ ਆ ਜੀ ਨੈਕਸਟ ਜੀ, ਬਹੁਤ ਜ਼ਿਆਦਾ ਵਧੀਆ ਲੈਵਲ ਦਾ ਕੁਐਸਚਨ ਆ ਨੈਕਸਟ। ਤਾਂ ਜਿਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਕੀ ਕਿਹਾ ਜੀ, ਓਕੇ ਜੀ, ਤਾਂ ਆਪਾਂ ਨੂੰ ਕਹਿੰਦੇ ਜੀ ਸਮ ਮੈਗਾਫਿਓਨਾ, ਸਮ ਮੈਗਾਫਿਓਨਾ ਕਹਿੰਦੇ ਜੀ have been eliminated by humans। ਕੁਝ ਕਹਿੰਦੇ ਮੈਗਾਫਿਓਨਾ ਜੀ ਜਿਹੜੇ ਹਿਊਮਨਸ ਦੇ ਦੁਆਰਾ ਕੀ ਹੋ ਚੁੱਕੇ ਆ, ਐਲੀਮੀਨੇਟਡ ਹੋ ਚੁੱਕੇ ਆ। ਕਿਹਦੇ ਵਿੱਚ ਜੀ? ਇਨ ਦਾ ਪਾਸਟ 100 years। ਚਲੋ ਆਪਾਂ ਜਾ ਕੇ ਦੇਖ ਜਾਈਏ। ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵਾਂ, ਕਿਉਂਕਿ ਮੈਂ ਇਹਦੇ ਵਿੱਚੋਂ ਕਰੌਪ ਕੱਟਿਆ ਵਾ ਥੋੜਾ ਜਿਹਾ, ਤੇ ਉੱਪਰ ਸੈਂਚਰੀ ਦੀ ਗੱਲ ਹੋਈ ਜਾਂਦੀ ਸੀਗੀ ਜੀ। ਸੈਂਚਰੀ ਹੁੰਦਾ 100 year, ਯਾਨੀ ਕਿ ਤੁਸੀਂ ਉਹ ਜਿਹੜਾ 100 ਸਾਲ ਵਾਲਾ ਸਮਾਂ ਵਾ ਸਮਝ ਲਓ ਦਿੱਤਾ ਹੋਇਆ ਵਾ ਉੱਪਰ ਇਹਦੇ, ਉਹ ਮੇਰੇ ਤੋਂ ਕਰੌਪ ਨਹੀਂ ਕੱਟਿਆ ਗਿਆ। ਸਮੇਂ ਨੂੰ ਮੰਨ ਕੇ ਚੱਲੋ ਜੀ, ਸਮੇਂ ਤੇ ਨਾ ਧਿਆਨ ਦਿਓ, ਬਾਕੀ ਚੀਜ਼ ਤੇ ਧਿਆਨ ਦਿਓ। ਸਮਾਂ ਲਿਖਿਆ ਹੀ ਸੀਗਾ ਕਿ ਜਿਹੜੀ ਆਪਣੀ, ਉਹਨਾਂ ਨੇ ਕਿਹਾ ਸੀਗਾ ਉੱਪਰ 100 year, ਇਹਨਾਂ ਨੇ ਕਿਹਾ ਸੀ ਕਿ ਜੋ ਆਪਣੀ ਸੈਂਚਰੀ ਹੈ ਜੀ, ਲਾਸਟ ਸੈਂਚਰੀ। ਅੱਗੇ ਜਾ ਕੇ ਹੁਣ ਪੜ੍ਹੋ ਕੀ ਕਹਿੰਦੇ। ਹਾਂਜੀ, ਇੱਥੇ ਮਾਡਰਨ ਲਿਖਿਆ ਪਿਆ ਜੋ ਕਿ ਸ਼ਾਇਦ ਮਿਸਪ੍ਰਿੰਟ ਹੋਇਆ ਵਾ, ਇਹਨੂੰ ਸ਼ਾਇਦ ਇਹ ਮਾਡਰਨ ਕਹਿਣਾ ਚਾਹੁੰਦੇ ਸੀਗੇ, ਕਿਉਂਕਿ ਮਾਡਰਨ ਪੀਪਲ ਨਹੀਂ ਹੁੰਦੇ, ਮਾਡਰਨ ਪੀਪਲ ਹੁੰਦੇ ਆ ਜੀ। ਤੁਸੀਂ ਮੈਨੂੰ ਦੱਸੋ ਜੀ, ਇਹਨੂੰ ਸਮੇਂ ਵਾਲੀ ਚੀਜ਼ ਨੂੰ ਛੱਡ ਦਿਓ ਜੀ, ਉਹ ਦਿੱਤੀ ਹੋਈ ਆਪਾਂ ਨੂੰ, ਸੈਂਚਰੀ ਦੀ ਗੱਲ ਕੀਤੀ ਹੋਈ ਸੀ, ਬਾਕੀ ਚੀਜ਼ ਮੈਂ ਹਾਂਜੀ ਮੈਚ ਕਰੋ ਜੀ। ਬਾਕੀ ਚੀਜ਼ ਆ ਕਿ ਜੋ ਮੈਗਾਫਿਓਨਾ ਵਾ ਉਹ ਐਲੀਮੀਨੇਟਡ ਹੋ ਚੁੱਕੇ ਆ, ਕਿਹਨਾਂ ਦੇ ਦੁਆਰਾ ਜੀ? ਹਿਊਮਨਸ ਦੇ ਦੁਆਰਾ। ਥੋੜੀ ਜੀ ਵੋਕੈਬਲਰੀ ਇੱਥੇ ਬਸ ਹੋ ਸਕਦੀ ਹੈ ਜੀ ਇੱਕ ਦਿੱਕਤ, ਤੇ ਜੇ ਤੁਸੀਂ ਧਿਆਨ ਨਾਲ ਦੇਖੋ ਵੋਕੈਬਲਰੀ ਤਾਂ ਉਹ ਖਾਸ ਲੈਵਲ ਦੀ ਔਖੀ ਨਹੀਂ। ਮੈਗਾਫਿਓਨਾ ਨੂੰ ਮੈਗਾਫਿਓਨਾ ਹੀ ਕਿਹਾ ਪਿਆ ਜੀ। ਫਿਓਨਾ ਤੋਂ ਬਾਅਦ ਚੋਂ ਹੀ ਇਹਨਾਂ ਨੇ ਜਿਹੜੀ ਆ ਚੀਜ਼ ਲਾਈ ਹੈ ਨਾ, ਮੈਂ ਤੁਹਾਨੂੰ ਇੱਕ ਵਾਰੀ ਬਹੁਤ ਟਾਈਮ ਪਹਿਲਾਂ ਦੱਸਿਆ ਹੋਊਗਾ, ਅੱਜ ਬਹੁਤ ਟਾਈਮ ਬਾਅਦ ਇਹ ਚੀਜ਼ ਮਿਲੀ ਆਪਾਂ ਨੂੰ। ਇਹਦਾ ਮਤਲਬ ਲੈਂਗੁਏਜ ਦੇ ਵਿੱਚ ਹੁੰਦਾ ਜੀ, ਨੋਟ ਕਰ ਲਓ ਜਿਹਨੂੰ ਨਹੀਂ ਪਤਾ ਜੀ। ਇਹਦਾ ਮਤਲਬ ਲੈਂਗੁਏਜ ਦੇ ਵਿੱਚ ਹੁੰਦਾ ਵਾ, ਤਾਂ ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਹਾਂਜੀ ਮੈਗਾਫਿਓਨਾ ਜਿਹੜੇ ਕਿ ਜਿਵੇਂ ਜਾਇੰਟ ਫਲਾਈਟਲੈਸ ਬਰਡ, ਜਿਵੇਂ ਮੈਮੂਥ ਇਨ ਏਸ਼ੀਆ। ਇਹ ਤੋਂ ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਕਿ ਫਿਓਨਾ ਕਿਹਨਾਂ ਨੂੰ ਕਿਹਾ ਜਾ ਰਿਹਾ ਵਾ। ਫਿਓਨਾ ਕਿਹਾ ਜਾ ਰਿਹਾ ਕਿ ਜੋ ਐਨੀਮਲਸ ਨੂੰ ਕਿਹਾ ਜਾ ਰਿਹਾ ਜੀ, ਬਰਡਸ ਹੋ ਗਏ, ਐਨੀਮਲਸ ਹੋ ਗਏ, ਇਹ ਸਾਰੇ ਫਿਓਨਾ ਦੇ ਵਿੱਚ ਹੁੰਦੇ। ਤਾਂ ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ, ਮੈਨੂੰ ਦੱਸੋ ਕਿ ਆਨਸਰ ਇਹਦਾ ਕੀ ਹੋ ਸਕਦਾ ਜੀ? ਟਰੂ ਸਰ। ਬਾਕੀਆਂ ਨੂੰ ਕੀ ਲੱਗਦਾ ਜੀ? ਆਹ ਕੁਐਸਚਨ ਆ ਜੀ ਤੁਹਾਡਾ। ਸਮ ਮੈਗਾਫਿਓਨਾ ਕਹਿੰਦੇ ਐਲੀਮੀਨੇਟਡ ਹੋ ਚੁੱਕਿਆ ਹਿਊਮਨਸ ਦੇ ਦੁਆਰਾ। ਟਾਈਮ ਨੂੰ ਛੱਡ ਦਿਓ ਤੇ ਉਧਰ ਜਾ ਕੇ ਦੇਖੋ ਜੀ। ਕਹਿੰਦੇ ਆਪਣੇ ਦੇ ਹਾਂਜੀ ਫਾਲਸ ਸਰ, ਫਾਲਸ ਹੈ। ਉੱਥੇ ਸਰ ਹੈ ਬੀਨ ਲਾ ਚੁੱਕੇ, ਉਹ ਤਾਂ ਐਲੀਮੀਨੇਟ ਕਰ ਚੁੱਕੇ, ਕਹਿੰਦਾ ਸਟਾਰਟਡ ਕਰ ਚੁੱਕੇ, ਕਿਉਂਕਿ ਮੇਰੀ ਪੋਸੀਬਿਲਿਟੀ ਦਰਸਾ ਰਿਹਾ, ਤਾਂ ਸਿਕਿਉਰ ਕਰ ਰਿਹਾ ਆਪਾਂ ਨੂੰ ਕਿ ਐਲੀਮੀਨੇਟ ਕਰ ਹੀ ਦਿੱਤਾ ਉਹ ਚੀਜ਼ ਨੂੰ। ਦੱਸਦਾ ਜੀ ਮੈਂ ਤੁਹਾਨੂੰ। ਹਾਂਜੀ ਤਾਂ ਧਿਆਨ ਨਾਲ ਦੇਖਿਓ ਜੀ ਆਨਸਰ ਯਾਨੀ। ਅੱਛਾ, ਆਪਾਂ ਨੂੰ ਕੁਐਸਚਨ ਦੇ ਵਿੱਚ ਕਿਹਾ ਜੀ, ਕਹਿੰਦੇ ਜਿਹੜੇ ਸਮ ਮੈਗਾਫਿਓਨਾ ਹੈਗੇ ਆ ਉਹ ਐਲੀਮੀਨੇਟਡ ਹੋ ਚੁੱਕੇ ਆ, ਇਹਦਾ ਮਤਲਬ ਕੰਮ ਆ ਜੋ ਉਹ ਡਨ ਹੋ ਚੁੱਕਿਆ ਜੀ। ਇੱਕ ਕੰਮ ਡਨ ਹੋ ਚੁੱਕਿਆ, ਕਿਹੜਾ? ਐਲੀਮੀਨੇਟ ਹੋਣ ਦਾ। ਅੱਛਾ, ਐਲੀਮੀਨੇਸ਼ਨ ਹੋਇਆ ਕਿਹਦਾ ਵਾ? ਮੈਗਾਫਿਓਨਾ ਦਾ। ਕਿਹਨਾਂ ਦੇ ਦੁਆਰਾ ਹੋਇਆ ਵਾ? ਹਿਊਮਨਸ ਦੇ ਦੁਆਰਾ। ਹੁਣ ਧਿਆਨ ਨਾਲ ਦੇਖਿਓ ਜੀ। ਤੁਸੀਂ ਜਾਓ, ਉਹਨਾਂ ਨੇ ਕਿਹਾ ਸੀਗਾ ਹਿਊਮਨਸ, ਇਹਨਾਂ ਨੇ ਕਿਹਾ ਸੀ ਕਹਿੰਦੇ ਜੀ ਆਪਣੇ ਜਿਹੜੇ ਅਨਸੈਸਟਰਸ ਆ, ਮਤਲਬ ਕਿ ਆਪਣੇ ਜਿਹੜੇ ਪੂਰਵਜ ਆ ਪਹਿਲਾਂ ਵਾਲੇ ਹਿਊਮਨਸ, ਤਾਂ ਹਿਊਮਨਸ ਮੈਚ ਹੋ ਗਿਆ ਜੀ।
ਆਪਣੇ ਕਹਿੰਦੇ ਜਿਹੜੇ ਹਿਊਮਨਸ ਆ ਜੀ ਸਟੈਂਡ ਅਕਿਊਜ਼ਡ ਆਫ, ਉਹ ਦੋਸ਼ੀ ਮੰਨੇ ਜਾਂਦੇ ਆ ਜੀ। ਕਹਿੰਦੇ ਉਹ ਦੋਸ਼ੀ ਮੰਨੇ ਜਾਂਦੇ ਆ। ਕਾਹਦੇ ਦੋਸ਼ੀ ਮੰਨੇ ਜਾਂਦੇ ਆ? ਵਾਈਪਿੰਗ ਆਊਟ। ਉਹਨਾਂ ਨੇ ਕਹਿੰਦੇ ਵਾਈਪ ਆਊਟ ਕੀਤਾ ਜੀ। ਹੁਣ ਵਾਈਪ ਵਰਡ ਪਿਆ ਵਾ ਵਾਈਪਰ ਤੋਂ। ਵਾਈਪਰ ਦਾ ਮਤਲਬ ਹੁੰਦਾ ਵਾ ਸਫਾਇਆ ਕਰਨਾ। ਵਾਈਪ ਵਰਡ ਜਿਹੜਾ ਪਿਆ ਉਹ ਕਿੱਥੋਂ ਪਿਆ? ਆਪਣੇ ਘਰਾਂ 'ਚ ਵਾਈਪਰ ਹੁੰਦੇ ਆ ਜੀ। ਵਾਈਪਰ ਦਾ ਮਤਲਬ ਕੀ ਹੁੰਦਾ? ਸਫਾਇਆ ਕਰ ਦੇਣਾ। ਕਹਿੰਦੇ ਆਪਣੇ ਜਿਹੜੇ ਅਨਸੈਸਟਰਸ ਆ ਉਹ ਇੱਕ ਚੀਜ਼ ਦੇ ਦੋਸ਼ੀ ਮੰਨੇ ਜਾਂਦੇ ਆ ਜੀ। ਕਿਹੜੀ ਚੀਜ਼ ਦੇ ਦੋਸ਼ੀ ਮੰਨੇ ਜਾਂਦੇ ਆ? ਕਿ ਉਹਨਾਂ ਨੇ ਵਾਈਪ ਆਊਟ ਕੀਤਾ, ਯਾਨੀ ਕਿ ਉਹਨਾਂ ਨੇ ਐਲੀਮੀਨੇਟ ਕੀਤਾ। ਵਾਈਪ ਆਊਟ ਮੀਨ ਐਲੀਮੀਨੇਟ। ਕਿਹਨਾਂ ਨੂੰ ਐਲੀਮੀਨੇਟ ਕੀਤਾ ਜੀ? ਮੈਗਾਫਿਓਨਾ ਨੂੰ ਜੀ। ਤਾਂ ਹੁਣ ਮੈਨੂੰ ਦੱਸੋ ਜੀ ਇਹ ਕੀ ਆ? ਟਰੂ ਆ, ਫਾਲਸ ਆ ਜਾਂ ਨੋਟ ਗਿਵਨ? ਕਿਉਂਕਿ ਰੀਡਿੰਗ ਦੇ ਵਿੱਚ ਵੀ ਪਾਸਟ ਇੰਡੈਫੀਨੇਟ ਆ, ਮਤਲਬ ਕਿ ਕੰਮ ਡਨ ਹੋ ਚੁੱਕਾ ਵਾ ਜੀ, ਤੇ ਕੁਐਸਚਨ ਦੇ ਵਿੱਚ ਵੀ ਪਾਸਟ ਸੀਗਾ ਜੀ, ਕੰਮ ਡਨ ਹੋ ਚੁੱਕਾ ਵਾ ਜੀ। ਕੀ ਲਾਵਾਂ ਜੀ ਉਹਨੇ? ਸਰ ਟਰੂ। ਟਰੂ ਹੈ ਸਰ। ਟਰੂ ਸਰ। ਟਰੂ ਆ। ਕਲੀਅਰ ਹੈ ਜੀ ਹੁਣ ਸਾਰਿਆਂ ਨੂੰ? ਹਾਂਜੀ ਕੋਈ ਡਾਊਟ ਤਾਂ ਨਹੀਂ? ਨੋ। ਤਾਂ ਧਿਆਨ 'ਚ ਰੱਖਣਾ ਜੀ ਇਹ ਚੀਜ਼ ਆਪਣੇ, ਕਿ ਦੋਨੇ ਪਾਸੇ ਕੰਮ ਡਨ ਹੋ ਚੁੱਕਾ। ਹਿਊਮਨਸ ਦੀ ਪੈਰਾਫਰੇਜ਼ਿੰਗ ਹੋ ਗਈ, ਫਿਰ ਐਲੀਮੀਨੇਟ ਵਰਡ ਦੀ ਪੈਰਾਫਰੇਜ਼ਿੰਗ ਹੋ ਗਈ, ਤੇ ਅਕਿਊਜ਼ਡ ਆਫ ਦਾ ਮਤਲਬ ਹੁੰਦਾ ਉਹਨਾਂ ਨੂੰ ਦੋਸ਼ੀ ਮੰਨਿਆ ਜਾਂਦਾ। ਉਹ ਦੋਸ਼ੀ ਆ ਇਹ ਚੀਜ਼ ਦੇ। ਦੋਸ਼ੀ ਕਿਹੜੇ? ਇਹਦਾ ਮਤਲਬ ਉਹਨਾਂ ਨੇ ਮੈਗਾਫਿਓਨਾ ਨੂੰ ਵਾਈਪ ਆਊਟ ਕੀਤਾ ਵਾ ਜੀ। ਤਾਂ ਇਹਨੂੰ ਆਪਣੇ ਮਾਈਂਡ ਦੇ ਵਿੱਚ ਰੱਖਿਓ ਜੀ। ਹਾਂਜੀ, ਅੱਗੇ ਜਾ ਕੇ ਦੇਖਦੇ ਜੀ। ਪਹਿਲਾਂ ਤੁਸੀਂ ਦੇਖਣਾ ਵਾ ਪਹਿਲੇ ਨੰਬਰ ਵਾਲਾ ਕੁਐਸਚਨ ਜੀ। ਪਹਿਲੇ ਨੰਬਰ ਵਾਲਾ ਕੁਐਸਚਨ ਪੜ੍ਹ ਲਓ ਕੀ ਕਹਿੰਦੇ ਇਹਦੇ ਵਿੱਚ। ਜੋ ਰੂਡੀਮੈਂਟਸ ਦਾ ਕਹਿੰਦੇ ਆਈਡੀਆ ਵਾ ਜੀ, ਕਹਿੰਦੇ caused a great deal of argument among scientists। ਧਿਆਨ ਨਾਲ ਦੇਖਿਓ ਜੀ। ਰੂਡੀਮੈਂਟਸ ਦਾ ਜੋ ਆਈਡੀਆ ਹੈਗਾ, ਉਦੋਂ ਪਹਿਲਾਂ ਸੱਚ ਮੈਨੂੰ ਇੱਕ ਸਟ੍ਰੈਟਜੀ ਯਾਦ ਆਈ ਹੈ, ਪਿਛਲੇ ਕੁਐਸਚਨ ਦੇ ਰੈਲੇਵੈਂਟ ਹੈ ਜੀ। ਇਹ ਦੋ ਰੀਡਿੰਗਸ ਦੇ ਵਿੱਚ ਦੇਖਿਆ ਗਿਆ ਜੀ। ਇਦਾਂ ਦੋ ਰੀਡਿੰਗਸ ਦੇ ਵਿੱਚ ਇਦਾਂ ਦੇਖਿਆ ਗਿਆ ਵਾ। ਮੈਂ ਤੁਹਾਨੂੰ ਕੁਐਸਚਨ ਪਾਉਣ ਲੱਗਾ ਜੀ, ਧਿਆਨ ਨਾਲ ਦੇਖਿਓ ਜੀ। ਕੁਐਸਚਨ ਤੁਹਾਨੂੰ ਹੈਗਾ ਜੀ, ਤੁਹਾਡਾ ਕੁਐਸਚਨ ਹੈਗਾ ਜੀ, some languages are disappearing. Some languages are disappearing because of globalization. Some languages are disappearing because of globalization. ਤੁਸੀਂ ਜਦੋਂ ਪੈਰੇ ਦੇ ਉੱਪਰ ਗਏ, ਪੈਰੇ ਵਿੱਚ ਉਹਨਾਂ ਨੇ ਲਿਖਿਆ ਪਿਆ ਜੀ, ਉਹਨਾਂ ਨੇ ਲਿਖਿਆ ਜੀ due to globalization some languages have been disappeared। ਤੁਹਾਡਾ ਕੁਐਸਚਨ ਸੀਗਾ ਜੀ some languages are disappearing because of globalization। ਰੀਡਿੰਗ ਕਹਿੰਦੀ ਹੈ ਜੀ due to globalization some languages have been disappeared। ਤਾਂ ਮੈਨੂੰ ਉਹਨੇ ਧਿਆਨ ਨਾਲ ਦੱਸਿਓ ਜੀ ਕਿ ਆਨਸਰ ਜੋ ਇਹਦਾ ਹੈ ਜੀ ਉਹ ਕੀ ਹੋ ਸਕਦਾ ਜੀ। ਹਾਂਜੀ, ਮਿਊਟ ਤੋਂ ਖੋਲਦਾ ਜੀ ਮੈਂ ਤੁਹਾਨੂੰ। ਇੱਕ ਰੀਡਿੰਗ ਦੇ ਵਿੱਚ ਚੀਜ਼ ਦੇਖੀ ਗਈ ਸੀ ਜੀ। ਹਾਂਜੀ, false ਸਰ। ਫਾਲਸ ਜੀ। ਅੱਛਾ, ਫਾਲਸ ਕਾ ਤੋਂ ਕਹਿ ਰਹੇ ਹੋ ਸਰ? ਉਹ ਡਿਸਅਪੀਅਰਿੰਗ ਹੋ ਰਹੀਆਂ ਵਾ, ਇੱਥੇ ਹੋ ਚੁੱਕੀਆਂ ਵਾ। ਹਾਂਜੀ, ਬਾਕੀਆਂ ਦਾ ਕੀ ਕਹਿਣਾ ਜੀ? ਹਾਂਜੀ, ਤਾਂ ਧਿਆਨ ਨਾਲ ਦੇਖਿਓ ਜੀ। ਅੱਛਾ, ਮੈਨੂੰ ਤੁਸੀਂ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੁੰਦੇ ਹੋ ਕਿ ਮੈਂ ਟੀਵੀ ਦੇਖ ਰਿਹਾ ਹਾਂ, ਤੁਸੀਂ ਕਹਿੰਦੇ ਹੋ ਆਈ ਐਮ ਵਾਚਿੰਗ ਟੈਲੀਵਿਜ਼ਨ, ਤਾਂ ਮੈਨੂੰ ਯੈਸ ਔਰ ਨੋ ਦੱਸੋ ਕਿ ਕੁਝ ਕੁ ਟੈਲੀਵਿਜ਼ਨ ਤਾਂ ਤੁਸੀਂ ਦੇਖ ਚੁੱਕੇ ਹੁੰਦੇ ਹੋ ਨਾ। ਤੁਹਾਡਾ ਕੰਮ ਇੱਕ ਚੱਲ ਰਿਹਾ ਵਾ, ਜਿਹੜਾ ਕੰਮ ਚੱਲ ਰਿਹਾ ਵਾ ਉਹਦਾ ਕੁਝ ਕੁ ਪੋਰਸ਼ਨ ਤਾਂ ਤੁਸੀਂ ਕਰ ਲਿਆ ਨਾ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਮੈਂ ਰੋਟੀ ਖਾ ਰਿਹਾ ਵਾਂ, ਇਹਦਾ ਮਤਲਬ ਕੁਝ ਕੁ ਰੋਟੀ ਤਾਂ ਖਾਧੀ ਜਾ ਚੁੱਕੀ ਆ ਨਾ। ਯੈਸ ਸਰ। ਹੁਣ ਧਿਆਨ ਨਾਲ ਦੇਖੋ, ਤੁਹਾਨੂੰ ਕੁਐਸਚਨ ਕਹਿੰਦੇ ਕੁਝ ਲੈਂਗੁਏਜ ਡਿਸਅਪੀਅਰ ਹੋ ਰਹੀਆਂ ਵਾ,
ਤੇ ਤੁਹਾਨੂੰ Yes. ਰੀਡਿੰਗ ਕਹਿੰਦੀ ਕੁਝ ਲੈਂਗੁਏਜ ਡਿਸਅਪੀਅਰ ਹੋ ਚੁੱਕੀਆਂ ਵਾ। ਜੇ ਕੰਮ ਕੰਟੀਨਿਊ ਆ ਤਾਂ ਕੁਝ ਕੁ ਤਾਂ ਫਿਰ ਡਨ ਵੀ ਹੋ ਚੁੱਕਿਆ ਹੋਊਗਾ ਨਾ, ਹਾਂਜੀ ਸਰ ਟਰੂ ਹੀ ਹੈ ਨਾ ਕਿਉਂਕਿ answer ਇਹਦਾ? ਕੰਟੀਨਿਊ ਪ੍ਰੋਸੈਸ ਦੇ ਵਿੱਚ ਪਹਿਲਾਂ ਲੰਘਿਆ ਹੋਇਆ ਪਾਰਟ ਤਾਂ ਡਨ ਹੋ ਗਿਆ ਨਾ। ਹਾਂਜੀ ਇੱਥੇ ਰੀਡਿੰਗ ਇਹਨੂੰ ਟਰੂ ਮੰਨਦੀ ਹੈ, ਜਿਹੜੀ ਰੀਡਿੰਗ ਚ ਦੇਖਿਆ ਗਿਆ ਸੀਗਾ। ਸਰ ਮੈਂ ਇਹਨੂੰ ਟਰੂ ਹੀ ਨੋਟ ਕਿਹਾ ਕਰ ਸੀ। ਲਓ, ਲੱਗਿਆ ਪਤਾ ਜੀ? ਸਰ ਇੱਕ ਕੁਐਸਚਨ ਕੀਤਾ ਸੀ ਹਾਂਜੀ, ਸਮਝ ਲੱਗੀ ਸਾਰਿਆਂ ਨੂੰ ਜੀ? ਇਹ ਹਾਂਜੀ ਕਲੀਅਰ ਹੈ ਜੀ? ਤਾਂ ਇਹ ਰੀਡਿੰਗ ਦੇ ਵਿੱਚ ਦੋ ਦੇ ਵਿੱਚ ਦੇਖਿਆ ਗਿਆ, ਉੱਥੇ ਇਹਨੂੰ ਟਰੂ ਮਾਰਕ ਕੀਤਾ ਗਿਆ। ਮੈਂ ਤੁਹਾਨੂੰ ਉਹਦਾ ਲੌਜੀਕ ਦੱਸ ਰਿਹਾ ਵੀ ਇਹ ਟਰੂ ਹੋਣ ਦੇ ਪਿੱਛੇ ਦਾ ਕਾਰਨ ਕੀ ਆ। ਜਦੋਂ ਤੁਸੀਂ ਕਹਿ ਰਹੇ ਹੋ ਮੈਂ ਰੋਟੀ ਖਾ ਰਿਹਾ ਵਾਂ, ਕੁਝ ਕੁ ਰੋਟੀ ਤਾਂ ਖਾਧੀ ਜਾ ਚੁੱਕੀ ਹੈ ਜੀ, ਰੈਸਟ ਆਫ ਦਾ ਰੋਟੀ ਅਜੇ ਬਾਕੀ ਹੈ ਜਿਹੜੀ ਤੁਸੀਂ ਅਜੇ ਖਾਣੀ ਹੈ। ਇਹਦਾ ਮਤਲਬ ਜਦੋਂ ਕੋਈ ਕੰਮ ਹੋ ਰਿਹਾ ਹੋਵੇ ਤਾਂ ਉਹਦਾ ਕੁਝ ਕੁ ਪੋਰਸ਼ਨ ਹੋ ਵੀ ਚੁੱਕਾ ਹੁੰਦਾ ਵਾ ਜੀ। ਤਾਂ ਕਰਕੇ ਜਿਹੜੀ ਵੀ ਦੋ ਰੀਡਿੰਗ ਦੇ ਵਿੱਚ ਇਹ ਚੀਜ਼ ਦੇਖੀ ਗਈ ਆ ਉਹਦੇ ਵਿੱਚ ਇਹਨੂੰ ਟਰੂ ਮਾਰਕ ਕੀਤਾ ਗਿਆ। ਤੇ ਇਹਨੂੰ ਟਰੂ ਮਾਰਕ ਕਰਨ ਦਾ ਜਿਹੜਾ ਰੀਜ਼ਨ ਸੀਗਾ ਉਹ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਵਾ ਜੀ। ਨੈਕਸਟ ਚੱਲਦੇ ਹਾਂ ਆਪਾਂ ਆਪਦੇ ਕੁਐਸਚਨ ਤੇ ਚੱਲਦੇ ਹਾਂ ਬੈਕ। ਕਹਿੰਦੇ ਜੀ ਰੂਡੀਮੈਂਸ ਦਾ ਜਿਹੜਾ ਆਈਡੀਆ ਹੈਗਾ ਵਾ ਜੀ, ਕੌਜ਼ਡ ਕਿਹੜੀ ਚੀਜ਼ ਦਾ ਕਾਰਨ ਬਣ ਗਿਆ? ਉਹ ਗ੍ਰੇਟ ਡੀਲ ਆਫ ਆਰਗੂਮੈਂਟ ਅਮੰਗ ਸਾਇੰਟਿਸਟ। ਚਲੋ ਜਾ ਕੇ ਦੇਖੀਏ, ਜਾ ਕੇ ਦੇਖਦੇ ਕਿ ਕੀ ਏਦਾਂ ਹੋਇਆ ਜੀ। ਤਾਂ ਤੁਹਾਡੇ ਸਾਹਮਣੇ ਇਹਦੀ ਲੋਕੇਸ਼ਨ ਹੈ ਜੀ। ਹਾਂਜੀ, ਤਾਂ ਮੈਨੂੰ ਪੜ੍ਹ ਕੇ ਦੱਸੋ ਜੀ। ਇੱਥੇ ਗੱਲ ਕੀਤੀ ਪਈ ਆ ਕਿ ਜੋ ਰੂਡੀਮੈਂਸ ਦਾ ਜਿਹੜਾ ਆਈਡੀਆ ਵਾ ਜੀ, ਹੈਜ਼ ਬੀਨ ਹਿਊਜਲੀ controversial ever since he proposed it in 2003. ਧਿਆਨ ਨਾਲ ਪੜਿਓ ਜੀ ਇਹਨੂੰ ਬਹੁਤ। ਕੁਐਸਚਨ ਤੇ ਇੱਕ ਵਾਰੀ ਲੈ ਕੇ ਜਾਣਾ ਤੁਹਾਨੂੰ। ਆਹ ਤੁਹਾਡਾ ਕੁਐਸਚਨ ਸੀਗਾ ਜੀ 11 ਨੰਬਰ ਵਾਲਾ ਜੀ। ਉਹਦਾ ਜਿਹੜਾ ਆਈਡੀਆ ਸੀਗਾ, caused a great deal of argument among scientists। ਆ ਤੁਹਾਡੀ ਲੋਕੇਸ਼ਨ ਜੀ। ਹਾਂਜੀ, ਮਿਊਟ ਤੋਂ ਖੋਲਦਾ ਜੀ ਤੁਹਾਨੂੰ। ਤਾਂ ਮੈਨੂੰ ਦੱਸੋਗੇ ਜੀ ਕੀ ਹੋ ਸਕਦਾ ਜੀ ਇਹਦਾ ਆਨਸਰ? True, sir. ਬਾਕੀਆਂ ਨੂੰ ਕੀ ਲੱਗ ਰਿਹਾ ਜੀ? ਨੋਟ ਕਿਵੇਂ ਲੱਗ ਰਿਹਾ? ਸਰ ਇੱਥੇ ਇਹ ਤਾਂ ਨਹੀਂ ਗੱਲ ਕੀਤੀ ਸਾਇੰਟਿਸਟ ਦੀ ਗੱਲ ਉੱਪਰ ਹੋਈ ਆ, ਮਤਲਬ ਕਿ ਕਿਸੇ ਵੀ ਉੱਪਰ ਇਹ ਚ ਤੁਸੀਂ ਕ੍ਰੌਪ ਕੀਤਾ ਹੋਵੇ। ਧਿਆਨ ਨਾਲ ਉਹਦਾ ਦੇਖੋ ਤਾਂ ਕਿਤੇ ਫਿਰ ਨੀਚੇ ਗੱਲੇ ਤਾਂ ਨਹੀਂ ਸਾਇੰਸ ਹੋਈ। ਦੀਆਂ ਨੇ। ਧਿਆਨ ਨਾਲ ਦੇਖੋ ਨੀਚੇ ਤਾਂ ਨਹੀਂ ਹੋਈ ਸਾਇੰਟਿਸਟ ਦੀ ਗੱਲ? ਨਹੀਂ ਸਰ, ਨਹੀਂ ਸਰ ਹੈ ਨਹੀਂ ਹੋਈ ਸਾਇੰਸ ਦੀ ਹੋਈ ਹੈ। ਸਾਇੰਸ ਲੌਂਗ ਸਾਇੰਟਿਸਟ ਕੌਣ ਹੁੰਦਾ ਵਾ? ਵਿਗਿਆਨਿਕ। ਵਿਗਿਆਨੀ। ਤੇ ਉਹਦਾ ਕੰਮ ਕੀ ਹੁੰਦਾ ਵਾ? Experiments. ਰਿਸਰਚ ਕਰਨਾ। ਸਾਇੰਟਿਸਟ ਦਾ ਕੰਮ ਹਾਂਜੀ ਕਿਹੜੀ ਚੀਜ਼ ਤੇ? ਯਾਨੀ ਕਿ ਪੇਂਟਿੰਗ ਸਬਜੈਕਟ ਤੇ? ਨਹੀਂ, ਸਾਇੰਸ ਰਿਲੇਟਡ ਹੀ ਕਰੂ ਸਰ ਉਹ ਤਾਂ। ਆਹ ਦੇਖੋ ਧਿਆਨ ਨਾਲ, ਤੁਹਾਨੂੰ ਨਹੀਂ ਲੱਗਦਾ ਕਿ ਸਾਇੰਟਿਸਟ ਹੋਰ ਕਿੱਥੋਂ ਪਿਆ? ਸਰ ਤੇ ਫਾਲਸ ਲੱਗ ਰਿਹਾ ਇਹਨੂੰ ਦੇਖ ਕੇ। ਹਾਂ, ਹੁਣ ਦੱਸੋ ਜੀ, ਤੁਹਾਨੂੰ ਮੈਂ ਇੱਕ ਕਲੂ ਦੇਤਾ। ਤੁਸੀਂ ਕਿਹਾ ਸਰ ਸਾਇੰਟਿਸਟ ਦੀ ਗੱਲ ਨਹੀਂ ਹੋਈ। ਮੈਂ ਕਹਿ ਰਿਹਾ ਸਾਇੰਟਿਸਟ ਇੱਕ ਡੂਅਰ ਹੁੰਦਾ ਵਾ। ਉਹ ਡੂਅਰ ਦਾ ਕੰਮ ਹਾਂਜੀ ਕਾਹਦੇ ਤੇ ਕੰਮ ਕਰਨਾ ਹੁੰਦਾ? ਤੁਸੀਂ ਮੈਨੂੰ ਕਹੋਗੇ ਸਰ ਸਾਇੰਸ ਤੇ। ਮੈਂ ਕਹੂੰ ਆਹ ਦੇਖੋ ਸਾਇੰਸ ਪਈ। ਹੁਣ ਦੇਖੋ ਪੜ੍ਹ ਕੇ, ਸਰ ਹੁਣ ਦੱਸੋ ਫਾਲਸ। ਜੀ। ਇੱਥੋਂ ਦਾ ਸਰ ਫਾਲਸ ਹੀ ਲੱਗ ਰਿਹਾ। ਇੱਥੋਂ ਦਾ ਫੋਰਸ ਬਣੋ। ਅੱਛਾ ਫਾਲਸ ਕਿੱਥੋਂ ਲੱਗ ਰਿਹਾ ਜੀ, ਦੱਸੋਗੇ ਮੈਨੂੰ? ਇਟ ਡਸ ਨਾਟ ਟੇਕ ਸਾਇੰਸ। ਇਟ ਡਸ ਨਾਟ ਟੇਕ ਸਾਇੰਸ ਲੌਂਗ ਟੂ ਕੀ ਕਰ ਰਹੇ ਹੋ ਤੁਸੀਂ? ਡੂ ਨੋਟ ਦੇਖ ਕੇ ਕਹਦੇ ਹੋ ਵੀ ਸਰ ਉੱਥੇ ਪੋਜ਼ਿਟਿਵ ਹੈ ਇੱਥੇ ਨੈਗੇਟਿਵ ਹੈ। ਕੰਟਰਾਡਿਕਟ ਹੋ ਨਹੀਂ, controversial ਤੇ argument। ਮੀਨਿੰਗ ਸਮਝੋ ਜੀ ਇਹਦੀ। ਪਰਸਨਲ ਤੋਂ ਲੱਗ ਰਿਹਾ ਹੋ ਕਿ ਸਰ ਉੱਥੇ ਇੱਥੇ ਕਾਜ਼ਡ ਵੀ ਹੋ ਲਿਖਿਆ ਨਾ ਚੁੱਕਿਆ ਹਿਸ ਆ। ਆਈਡੀਆ ਇਜ਼ ਸਟਿਲ ਨੋ ਡੀਡ ਲਿਖਿਆ ਹੈ। ਹਾਂਜੀ ਚਲੋ ਜੀ ਪੜ੍ਹਦੇ ਹਾਂ ਜੀ। ਮੈਂ आज कर दो लेवस आज ना ये ना, ਤੇ ठीक है? ਨਾ ਕਿਤੇ ਤੁਹਾਡੀ ਅੰਡਰਸਟੈਂਡਿੰਗ ਥੋੜੀ ਜੀ ਲੈਕ ਕੀਤੀ ਹੈ ਇਹਦੇ ਵਿੱਚ। ਵੈਸੇ ਤੁਹਾਨੂੰ ਇਹ ਪਤਾ ਲੱਗ ਜਾਣਾ ਸੀ ਵੀ ਕਿਹੜਾ ਵਾ ਜੀ, ਪਰ ਤੁਹਾਡੀ ਅੰਡਰਸਟੈਂਡਿੰਗ ਜਿਹੜੀ ਹੈ ਕਿਤੇ ਨਾ ਕਿਤੇ ਉਹ ਲੈਕ ਕੀਤੀ ਸਾਰਿਆਂ ਦੀ ਜੀ। ਤੇ ਜਿਹੜਾ ਤੁਸੀਂ ਸਾਇੰਟਿਸਟ ਕਹਿ ਰਹੇ ਹੋ, ਸਾਇੰਟਿਸਟ ਮੈਂ ਤੁਹਾਨੂੰ ਦੱਸਤਾ
ਸਾਇੰਟਿਸਟ ਇੱਕ ਉਹ ਪਰਸਨ ਹੁੰਦਾ ਜੋ ਸਾਇੰਸ ਦੇ ਨਾਲ ਡੀਲ ਕਰਦਾ ਹੁੰਦਾ ਵਾ। ਚਲੋ ਜੀ ਜਾ ਕੇ ਦੇਖਦੇ ਹਾਂ। ਅੱਛਾ ਕਹਿੰਦੇ ਜੀ ਜਿਹੜਾ ਰੂਡੀਮੈਂਟਸ ਦਾ ਆਈਡੀਆ ਹੈਗਾ ਵਾ ਜੀ ਹੈਜ਼ ਬੀਨ ਹਿਊਜਲੀ ਕੰਟਰੋਵਰਸੀਅਲ। ਜਦੋਂ ਮੈਂ ਇੱਥੋਂ ਤੱਕ ਪੜ੍ਹਿਆ ਹੈਜ਼ ਬੀਨ ਹਿਊਜਲੀ ਕੰਟਰੋਵਰਸੀਅਲ ਤਾਂ ਮੈਂ ਗਿਆ ਕੁਐਸਚਨ ਦੇ ਉੱਪਰ, ਤਾਂ ਧਿਆਨ ਨਾਲ ਦੇਖਿਓ ਜੀ। ਕਹਿੰਦੇ ਜਿਹੜਾ ਰੂਡੀਮੈਂਟਸ ਮੈਚ ਹੋ ਗਿਆ, ਉਹਦਾ ਜਿਹੜਾ ਆਈਡੀਆ ਵਾ ਮੈਚ ਹੋ ਗਿਆ। ਗ੍ਰੇਟ ਡੀਲ ਦਾ ਮਤਲਬ ਹਿਊਜਲੀ ਮੈਚ ਹੋ ਗਿਆ। ਹਾਂਜੀ ਆਰਗੂਮੈਂਟ ਹਾਂਜੀ ਕੰਟਰੋਵਰਸੀਅਲ ਮੈਚ ਹੋ ਗਿਆ। 90% ਕੁਐਸਚਨ ਮੈਚ ਹੋ ਚੁੱਕਿਆ ਜੀ। ਨਾਓ ਆਈ ਵਾਂਟ ਟੂ ਵੈਰੀਫਾਈ 10% ਕਿ ਸਾਇੰਟਿਸਟ ਦੀ ਗੱਲ ਕਰ ਰਹੇ ਆ। ਤੇ ਜਦੋਂ ਮੈਂ ਅੱਗੇ ਜਾ ਕੇ ਦੇਖਿਆ ਕੰਟਰੋਵਰਸੀਅਲ ਕਿਹਨਾਂ ਦੇ ਵਿੱਚ ਬਣਿਆ ਵਾ, ਕਿਹਨਾਂ ਦੇ ਵਿੱਚ ਕਹਿੰਦੇ ਜੀ ਮੋਸਟ ਜਿਹੜੇ ਨਵੇਂ ਆਈਡੀਏ ਖਾਸ ਕਰਕੇ ਜਿਹੜੇ ਕੰਟਰੋਵਰਸੀਅਲ ਹੁੰਦੇ ਆ ਉਹ ਮਿੰਟੋ ਮਿੰਟ ਹੀ ਉਹ ਕਹਿੰਦੇ ਕਿ ਡਾਈ ਆਊਟ ਹੋ ਜਾਂਦੇ ਆ ਜੀ। ਹਾਲੇ ਤੱਕ ਨਹੀਂ ਦੱਸਿਆ ਵੀ ਕਿਹਨਾਂ ਦੇ ਵਿੱਚ। ਫਾਸਟ ਹੀ ਜਿਹੜਾ ਇਹਦਾ ਆਈਡੀਆ ਸੀਗਾ, ਇਟ ਦਾ ਮਤਲਬ ਕਿਹਨੂੰ ਡਿਨੋਟ ਕਰਦਾ ਪਿਆ, ਇਹਦਾ ਆਈਡੀਆ does not take science long to wide them out, does not take science long to wide them out। ਉਹਨੂੰ ਕਹਿੰਦੇ ਰਿਮੂਵ ਕਰਨ ਦੇ ਲਈ it does not take science long, ਜ਼ਿਆਦਾ ਸਮਾਂ ਨਹੀਂ ਜੀ ਲੱਗਿਆ। yet ਫਿਰ ਵੀ ਪਰ ਹਾਂਜੀ 5 ਸਾਲਾਂ ਦੇ ਬਾਅਦ ਵੀ ਉਹਦਾ ਜਿਹੜਾ ਆਈਡੀਆ ਹੈਗਾ ਵਾ ਹਾਲੇ ਤੱਕ ਵੀ ਡੈਡ ਨਹੀਂ ਹੋਇਆ। ਅੱਛਾ ਇਹਦਾ ਮਤਲਬ ਜਿਹੜਾ ਉਹ ਕੰਟਰੋਵਰਸੀਅਲ ਬਣਿਆ ਸੀਗਾ ਉਹ ਕਿਹਨਾਂ ਦੇ ਲਈ ਕੰਟਰੋਵਰਸੀਅਲ ਬਣਿਆ, ਸਾਇੰਸ ਫੀਲਡ ਦੇ ਵਿੱਚ। ਸਾਇੰਸ ਵਰਡ ਕਿਤੋਂ ਪਿਆ, ਸਾਇੰਟਿਸਟ। ਅੱਛਾ ਇਹਦਾ ਮਤਲਬ ਜਿਹੜਾ ਦਾ ਆਈਡੀਆ ਹੈਗਾ ਜੀ ਉਹ ਕੰਟਰੋਵਰਸੀਅਲ ਬਣਿਆ, ਬਿਲਕੁਲ ਜੀ। ਗ੍ਰੇਟ ਡੀਲ ਆਫ ਕਿਹਾ ਸੀਗਾ, ਉਹਦਾ ਹਿਊਜਲੀ ਲਿਖਿਆ ਪਿਆ। ਸਾਇੰਟਿਸਟ ਦੇ ਵਿੱਚ ਹੋਇਆ ਸੀਗਾ, ਬਿਲਕੁਲ ਸਾਇੰਸ ਫੀਲਡ ਦੇ ਵਿੱਚ ਹੋਇਆ ਜੀ। ਤਾਂ ਹੁਣ ਮੈਨੂੰ ਦੱਸੋਗੇ ਜੀ ਟਰੂ ਆ, ਫਾਲਸ ਆ ਜਾਂ ਨੋਟ ਗਿਵਨ ਆ ਜੀ। ਟਰੂ ਆ। ਦੇਖੋ ਪਹਿਲੀ ਗੱਲ ਤਾਂ ਮੈਂ ਪਹਿਲੇ 4 ਵਰਡ ਪੜ੍ਹ ਕੇ ਮਿਲਾਤਾ ਸਾਰਾ, 10% ਰਹਿ ਗਿਆ ਸੀ ਨਾ ਦੇਖਣ ਵਾਲਾ। ਜਦੋਂ ਤੁਸੀਂ ਆਪਣੇ ਮਾਈਂਡ ਧਿਆਨ ਨਾਲ ਦੇਖਿਓ ਜੀ, ਤੁਸੀਂ ਆਪਣੇ ਮਾਈਂਡ ਨੂੰ ਇਦਾਂ ਕਾਹਤੋਂ ਨਹੀਂ ਕਹਿੰਦੇ ਕਿ ਮੈਚ ਹੋ ਗਿਆ ਜੀ, ਅਗੇਨ ਮੈਚ ਹੋ ਗਿਆ, ਕਿੰਨਾ ਮੈਚ ਹੋ ਗਿਆ, 90% ਤਾਂ ਮੈਚ ਵੀ ਹੋ ਗਿਆ। ਸਰ ਲਾਸਟ ਹੁਣ ਵਾਲੇ ਤੁਸੀਂ ਕਿੱਧਰ ਗਵਾਚੇ ਫਿਰਦੇ ਹੋ, ਤੁਹਾਡਾ 10% ਰਹਿ ਗਿਆ ਸੀ। ਚੈੱਕ ਕਰ ਲਓ ਨਾ ਕਿਹੜੀ ਫੀਲਡ ਵਿੱਚ ਕੰਟਰੋਵਰਸੀਅਲ ਬਣਿਆ ਵਾ, ਕਿਹੜੀ ਚ, ਸਾਇੰਸ ਦੇ ਵਿੱਚ ਜੀ। ਧਿਆਨ ਨਾਲ ਥੋੜਾ ਜਿਹਾ ਜੀ, ਠੀਕ ਹੈ ਨਾ। ਮੈਂ ਤੁਹਾਨੂੰ ਪਹਿਲਾਂ ਹੀ ਕਹੀ ਤੁਹਾਡੀ ਥੋੜੀ ਅੰਡਰਸਟੈਂਡਿੰਗ ਦੇ ਕਰਕੇ ਗਲਤ ਹੋਊਗਾ ਇਹ। ਵੈਸੇ ਕੁਐਸਚਨ ਬਹੁਤ ਵਧੀਆ ਲੈਵਲ ਦਾ ਸੀ, ਸੌਖਾ ਵੀ ਸੀਗਾ ਜੀ ਬਹੁਤ। ਚਲੋ ਜੀ ਨੈਕਸਟ ਦੇਖਿਓ, ਨੈਕਸਟ ਨਹੀਂ ਗਲਤ ਹੋਣਾ ਚਾਹੀਦਾ ਜੀ। ਹਾਂਜੀ ਧਿਆਨ ਨਾਲ ਦੇਖੋ ਜੀ, ਨਿੱਕੀਆਂ ਨਿੱਕੀਆਂ ਗਲਤੀਆਂ ਨਾ ਕਰੋ, ਫਾਈਨਲ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੀ ਹੋਣੀਆਂ। ਕਹਿੰਦੇ ਜਿਹੜੇ ਨਿਊ ਸਾਇੰਟੀਫਿਕ ਐਵੀਡੈਂਸ ਹੈਗੇ ਆ ਜੀ, ਪ੍ਰੂਫਸ, ਉਹ ਪ੍ਰੂਵ ਕਰਦੇ ਆ ਜੀ ਫॉर ਸਰਟਨ ਦੈਟ ਰੂਡੀਮੈਂਟਸ ਥਿਊਰੀ ਜਿਹੜੀ ਹੈਗੀ ਆ ਉਹ ਕਰੈਕਟ ਹੈ ਜੀ। ਸਿੱਧਾ ਸਿੱਧਾ ਦਾ ਮੀਨਿੰਗ ਯਾਦ ਰੱਖੋ, ਜਿਹੜੇ ਨਵੇਂ ਸਾਇੰਟੀਫਿਕ ਐਵੀਡੈਂਸ ਹੈਗੇ ਉਹ ਕੀ ਪ੍ਰੂਵ ਕਰਦੇ ਆ, ਉਹ ਪ੍ਰੂਵ ਕਰਦੇ ਆ ਕਿ ਰੂਡੀਮੈਂਟਸ ਦੀ ਜਿਹੜੀ ਥਿਊਰੀ ਹੈ ਜੀ ਉਹ ਕਰੈਕਟ ਆ ਜੀ। ਜਾ ਕੇ ਦੇਖ ਕੇ ਉਹ ਨਿਊ ਸਾਇੰਟੀਫਿਕ ਐਵੀਡੈਂਸ ਜਿਹੜੇ ਹੈਗੇ ਇਦਾਂ ਕਰਦੇ ਆ, ਪੈਰਾਫਰੇਜ਼ ਕੀਤੀ ਹੋਊਗੀ ਜੀ, ਬਸ ਸਾਰਾ ਕੁਝ ਲਿਖਿਆ ਪਿਆ ਹੋਊਗਾ ਜੀ, ਸਾਰਾ ਕੁਝ। ਸਭ ਤੋਂ ਸੌਖਾ ਕੁਐਸਚਨ ਹੈ। ਸਭ ਤੋਂ ਸੌਖਾ ਕੁਐਸਚਨ ਹੈ ਜੀ। ਹਾਂਜੀ ਮਿਊਟ ਤੋਂ ਖੋਲਦਾ ਜੀ ਮੈਂ ਤੁਹਾਨੂੰ, ਤੇ ਸਾਰਿਆਂ ਦਾ ਸਹੀ ਹੋਣਾ ਚਾਹੀਦਾ ਜੀ। ਹਾਂਜੀ ਫਾਲਸ ਸਰ, ਫਾਲਸ ਫਾਲਸ ਹੈ ਜੀ। ਦੇਖੋ ਸਿੱਧਾ ਹੀ ਲਿਖਿਆ ਪਿਆ ਨਾ, ਨਿਊ ਨੂੰ ਲੇਟੈਸਟ ਲਿਖਿਆ ਪਿਆ, ਸਟਰੈਂਥਨ ਹਿਸ ਕੇਸ ਨੋਟ ਪ੍ਰੂਫ ਇਟ, ਦਾਣੇ ਦੇਖ ਲੈ ਜਿਹਦੇ ਮੁੱਕ ਕੇ ਦਾਣੇ ਪਾ ਦੇ। ਯਾਨੀ ਕਿ ਨੋਟ ਦਾ ਮਤਲਬ ਕੀ ਆ ਗਿਆ ਜੀ, ਕੰਟਰਾਡਿਕਟੋਰੀ। ਠੀਕ ਹੈ ਜੀ, ਵਿੱਚ ਦੀ ਗੱਲਾਂ ਨਾ ਕਰੋ ਆਪਣੀ ਫੈਮਿਲੀ ਨਾਲ ਜੀ, ਕਲਾਸ ਤੇ ਧਿਆਨ ਰੱਖੋ ਜੀ। ਰੀਡਿੰਗ ਤਾਂ ਆਪਾਂ ਡੇਲੀ ਵੀ ਕਰਦੇ ਆ ਨਾ, ਬਟ ਲਗਾਤਾਰ ਇੱਕ ਆਪਾਂ ਜਦੋਂ ਪੋਰਸ਼ਨ ਤੇ ਫੋਕਸ ਕਰਦੇ ਆ ਨਾ ਤਾਂ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵੈਸੇ ਆਪਾਂ ਟਰੂ ਫਾਲਸ ਕਰਦੇ ਆ ਮੈਕਸਿਮਮ 6 ਹੁੰਦੇ ਆ ਜੀ, 5 ਤੋਂ 6 ਹੁੰਦੇ। ਅੱਜ ਆਪਾਂ ਟਰੂ ਫਾਲਸ ਤੇ ਜ਼ਿਆਦਾ ਫੋਕਸ ਕਰ ਰਹੇ ਆ, ਇਹਦਾ ਮਤਲਬ ਸਟ੍ਰੈਟਜੀਜ਼ ਦੇਖ ਰਹੇ ਆ ਕਿ ਕਿੱਧਰ ਕਿਹੜੀ ਚੀਜ਼ ਹੋਵੇ, ਕਿੱਧਰ ਕਿਹੜੀ ਚੀਜ਼ ਹੋਵੇ, ਪੋਸੀਬਿਲਿਟੀਆਂ ਜਨਰੇਟ ਕਰ ਰਹੇ ਆ ਜੀ ਆਪਾਂ। ਤੇ ਲੈਕਚਰ ਤੇ ਧਿਆਨ ਰੱਖਿਆ ਕਰੋ ਜੀ, ਡੇਲੀ ਡੇਲੀ ਥੋੜੀ ਲੱਗਣਾ ਹੁੰਦਾ ਇਦਾਂ ਦਾ। ਹਾਂਜੀ ਜੀ, ਤਾਂ ਹੁਣ ਦੇਖੋ ਜੀ ਅੱਗੇ ਨੈਕਸਟ ਕੀ ਕਿਹਾ ਉਹਨਾਂ ਨੇ। ਅੱਗੇ ਵਾਲਾ ਕੁਐਸਚਨ ਬਹੁਤ ਵਧੀਆ ਲੈਵਲ ਦਾ ਜੀ।
ਹਾਂਜੀ ਕੈਂਬਰਿਜ ਦੀ ਬੁੱਕ ਦੇ ਵਿੱਚੋਂ ਲਿਆ ਗਿਆ ਜੀ, ਇਹ ਕੈਂਬਰਿਜ ਦੀ ਬੁੱਕ ਦੇ ਵਿੱਚੋਂ। ਬਹੁਤ ਵਧੀਆ ਲੈਵਲ ਦਾ ਕੁਐਸਚਨ ਹੈ ਜੀ। ਕਹਿੰਦੇ ਦਾ ਮੈਟਲ ਯੂਜ਼ਡ, ਧਿਆਨ ਨਾਲ ਦੇਖਿਓ, ਦਾ ਮੈਟਲ ਯੂਜ਼ਡ ਇਨ ਦਾ ਫਲੋਟ ਪ੍ਰੋਸੈਸ। ਇੱਥੇ ਹੈਡ ਲਾਇਆ ਪਿਆ ਜੀ, ਹੁਣ ਧਿਆਨ ਨਾਲ ਦੇਖਿਓ। ਇੱਥੇ ਆਪਾਂ ਇੱਕ ਗ੍ਰਾਮਰ ਦਾ ਰੂਲ ਵੀ ਸਿੱਖ ਲੈਂਦੇ ਹਾਂ, ਜਿਹੜਾ ਆਪਾਂ ਡੇਲੀ ਵੀ ਸਿੱਖਦੇ ਹਾਂ ਜੀ। ਮੇਰੇ ਹਿਸਾਬ ਨਾਲ ਪਿਛਲੇ ਆਪਾਂ 20 ਦਿਨਾਂ ਤੋਂ ਇੱਕ ਸਿੰਗਲ ਰੂਲ ਦੇ ਪਿੱਛੇ ਪਏ ਹੋਏ ਆ, ਜਿਹੜਾ ਡੇਲੀ ਦਿਖਦਾ, ਜਿਹਦੇ ਵਿੱਚ ਜਦੋਂ ਦਾ ਮੈਟਲ ਨੂੰ ਮੈਂ ਸਬਜੈਕਟ ਸਮਝ ਲੈਣਾ ਵਾ, ਤੇ ਇਹਨੂੰ ਬਾਅਦ ਚੋਂ ਮੈਂ ਸ਼ਾਇਦ ਸੋਚ ਰਿਹਾ ਕਿ ਇਹ ਜਿਹੜੀ ਸੈਕਿੰਡ ਫਾਰਮ ਆ ਇਹ ਪਾਸਟ ਇੰਡੈਫੀਨੇਟ ਆ, ਤੇ ਆ ਸਾਰਾ ਆਬਜੈਕਟ ਚੱਲੀ ਜਾਂਦਾ ਵਾ, ਤੇ ਜਦੋਂ ਆਬਜੈਕਟ ਚੱਲੀ ਜਾਂਦਾ ਤੇ ਗਾਂ ਆ ਹੈਡ ਪਤਾ ਨਹੀਂ ਹੁਣ ਕਿੱਧਰੋਂ ਐਂਟਰੀ ਮਾਰ ਜਾਂਦਾ ਜੀ। ਇਹਦਾ ਮਤਲਬ ਮੈਨੂੰ ਇੱਥੇ ਪਤਾ ਲੱਗਦਾ ਕਿ ਦਾ ਮੈਟਲ ਤੋਂ ਬਾਅਦ ਚੋਂ ਜਿਹੜੀ ਉਹ ਯੂਜ਼ਡ ਲਿਖੀ ਪਈ ਆ ਉਹ ਸੈਕਿੰਡ ਫਾਰਮ ਨਹੀਂ ਗੀ, ਐਕਚੁਅਲ ਦੇ ਵਿੱਚ ਉਹ ਥਰਡ ਫਾਰਮ ਆ। ਤੋ ਐਕਚੁਅਲ ਦੇ ਵਿੱਚ ਇੱਕ ਰਿਲੇਟਿਵ ਪ੍ਰਨਾਉਨ ਨੂੰ ਛੋਟਾ ਕੀਤਾ ਗਿਆ। ਆ ਸਾਰੀ ਚੀਜ਼ ਜੋ ਹੈ ਇਹਦੇ ਇੱਥੇ ਲੱਗਣਾ ਸੀਗਾ ਵਿਚ ਵਾਜ਼ ਕਿਉਂ ਲਾਇਆ ਮੈਂ, ਕਿਉਂਕਿ ਗਾਂ ਜਾ ਕੇ ਹੈਡ ਲੱਗਾ ਪਿਆ ਵਾ। ਜੇ ਪਿੱਛੇ ਵਾਲੀ ਗੱਲ ਪਾਸਟ ਵਿੱਚ ਆ ਤਾਂ ਮੂਰਲੀ ਵੀ ਪਾਸਟ ਵਿੱਚ ਹੀ ਹੋਊਗੀ। ਜੇ ਉਹਨੇ ਫੁੱਲ ਸੈਂਟੈਂਸ ਲਿਖਣਾ ਹੋਵੇ ਤਾਂ ਕੀ ਬਣਦਾ ਵਾ, ਲੈਂਗੁਏਜ ਉਹਨੂੰ ਫੁੱਲ ਬਣਾਊਗੀ। ਦਾ ਮੈਟਲ ਵਿਚ ਵਾਜ਼ ਯੂਜ਼ਡ ਇਨ ਫਲੋਟ ਪ੍ਰੋਸੈਸ, ਮੈਟਲ ਜਿਹੜੀ ਕਿ ਫਲੋਟ ਪ੍ਰੋਸੈਸ ਦੇ ਵਿੱਚ ਯੂਜ਼ ਹੋਈ ਸੀਗੀ ਜੀ, ਹੈਡ ਟੂ ਹੈਵ ਸਪੈਸੀਫਿਕ ਪ੍ਰੋਪਰਟੀਜ਼। ਉਹਦੀਆਂ ਸਪੈਸੀਫਿਕ ਪ੍ਰੋਪਰਟੀਜ਼ ਸੀਗੀਆਂ ਜੀ, ਉਹਦੀਆਂ ਸਪੈਸੀਫਿਕ ਪ੍ਰੋਪਰਟੀਜ਼ ਹੋਣੀਆਂ ਪੈਣੀਆਂ ਸੀਗੀਆਂ ਜੀ, ਬਈ ਉਹਨੂੰ ਇਹ ਚੀਜ਼ ਕਰਨੀ ਪੈਣੀ ਸੀਗੀ ਜੀ, ਵੀ ਉਹਦੀਆਂ ਸਪੈਸੀਫਿਕ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਵਾ ਸੀਗੀਆਂ ਜੀ। ਚਲੋ ਜਾ ਕੇ ਦੇਖਦੇ ਜੀ। ਤੇ ਮੈਂ ਸੈਂਟੈਂਸ ਪੂਰਾ ਕੀਤਾ ਜੀ। ਇਹ ਜਿਵੇਂ ਇਹਦੇ ਰੈਲੇਵੈਂਟ ਹੀ ਜੇ ਆਪਾਂ ਬਣਾ ਦਈਏ ਤਾਂ ਜੀ ਸੈਂਟੈਂਸ, ਜਿਵੇਂ ਦਾ ਮੈਟਲ ਨੂੰ ਆਪਾਂ ਇੱਥੇ ਚੱਕ ਲਈਏ ਜੀ, ਦਾ ਮੈਟਲ ਨੂੰ ਆਪਾਂ ਚੱਕ ਲਈਏ ਮੰਨ ਕੇ ਲਓ MBD, ਤਾਂ ਇੱਥੇ ਆਪਾਂ ਕਹਦੇ established in 2003 has been replaced by ਜਾਂ ਮੈਂ ਇਹਨੂੰ ਮੰਨ ਕੇ ਚੱਲੋ ਪ੍ਰੈਜ਼ੈਂਟ ਦੇ ਵਿੱਚ ਹੀ ਕਹਿ ਦਾਂ, ਮੈਂ is going to be replaced by a cinema। ਤਾਂ ਦੇਖੋ ਇੱਥੇ ਮੈਂ ਜਦੋਂ MBD ਲਾਇਆ ਤਾਂ ਨਾਲ ਹੀ ਮੈਂ ਜਿਹੜੀ ਆ ਵਰਬ ਲਾਈ ਹੈ ਜੀ, ਇਹ ਐਕਚੁਅਲ ਦੇ ਵਿੱਚ ਥਰਡ ਫਾਰਮ ਆ ਸਾਰਾ ਰਿਲੇਟਿਵ ਪ੍ਰਨਾਉਨ ਹੈ ਜੀ, ਆਹ ਵਾਲਾ। ਮੈਂ ਇੱਥੇ ਹੁਣ ਫੁੱਲ ਸੈਂਟੈਂਸ ਕੀ ਸੀਗਾ ਜੀ, ਕਿ MBD ਵਿੱਚ ਵਾਜ਼ ਜੋ ਕਿ ਐਸਟੈਬਲਿਸ਼ ਕੀਤਾ ਗਿਆ ਸੀਗਾ 2003 ਦੇ ਵਿੱਚ, ਤੇ ਹੁਣ ਉਹ ਰਿਪਲੇਸ ਹੋਣ ਜਾ ਰਿਹਾ ਵਾ ਕਿਹਦੇ ਦੁਆਰਾ, ਇੱਕ ਸਿਨੇਮਾ ਦੇ ਦੁਆਰਾ। ਇਹ ਜੇ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਮੈਪ ਦੇ ਵਿੱਚ ਇਦਾਂ ਦੀਆਂ ਸਟਰਕਚਰਸ ਯੂਜ਼ ਕਰ ਸਕਦੇ ਹੋ ਜੀ, ਜਿਹਦੇ ਵਿੱਚ ਵਾਜ਼ ਨੂੰ ਐਲੀਮੀਨੇਟ ਕਰ ਸਕਦੇ ਹੋ ਤੁਸੀਂ। ਜਿਹੜੇ ਬਿਗਨਰ ਲੈਵਲ ਦੇ ਸਟੂਡੈਂਟ ਆ ਉਹ ਰਿਲੇਟਿਵ ਪ੍ਰਨਾਉਨ ਨੂੰ ਲਾਉਣ ਹਲੇ, ਤੇ ਜਿਹੜੇ ਥੋੜੇ ਬਿਹਤਰ ਕਰਨਾ ਚਾਹੁੰਦੇ ਆ ਉਹ ਰਿਲੇਟਿਵ ਪ੍ਰਨਾਉਨ ਨੂੰ ਬਾਅਦ ਚੋਂ ਐਲੀਮੀਨੇਟ ਕਰਦੇ ਨੇ ਜੀ, ਵਾਈਪ ਆਊਟ ਕਰ ਸਕਦੇ ਹੋ ਇਹਨੂੰ ਜੀ। ਹਾਂਜੀ ਚਲੋ ਜੀ ਕੁਐਸਚਨ ਤੇ ਮੁੜਦੇ ਆ ਵਾਪਸ। ਕਹਿੰਦੇ ਮੈਟਲ ਜਿਹੜੀ ਫਲੋਟ ਪ੍ਰੋਸੈਸ ਦੇ ਵਿੱਚ ਯੂਜ਼ ਹੁੰਦੀ ਹੈ ਜੀ, had to have specific properties, ਉਹਦੀਆਂ specific properties ਸੀਗੀਆਂ ਜੀ। ਚਲੋ ਜਾ ਕੇ ਦੇਖਦੇ ਹਾਂ। ਤੁਹਾਡੇ ਸਾਹਮਣੇ ਪਿਆ ਜੀ, ਪਹਿਲੀ ਲਾਈਨ 'ਚ ਲਿਖਿਆ ਪਿਆ ਫਲੋਟ ਪ੍ਰੋਸੈਸ। ਹੁਣ ਬੱਚੇ ਨੇ ਉੱਪਰੋਂ ਬਹੁਤ ਸਲੋ ਤਰੀਕੇ ਨਾਲ ਪੜ੍ਹਨਾ ਜੀ। ਐਗਜ਼ਾਮੀਨਰ ਜੋ ਹੁੰਦਾ ਵਾ ਜੀ, ਉਹਦਾ ਇੱਕ ਮੇਨ ਮੋਟਿਵ ਹੁੰਦਾ ਫਾਈਨਲ ਦੇ ਵਿੱਚ ਸਭ ਤੋਂ ਵੱਡਾ, ਕਿ ਬੱਚਾ ਜਿਹੜਾ ਹੈਗਾ ਵਾ ਉਹਦਾ ਟਾਈਮ ਵੇਸਟ ਕੀਤਾ ਜਾਵੇ। ਬੱਚੇ ਨੇ ਕਹਿਣਾ ਕਿ ਸ਼ਾਇਦ ਪਹਿਲੀ ਲਾਈਨ 'ਚ ਹੋਊਗਾ ਕਿਉਂਕਿ ਫਲੋਟ ਪ੍ਰੋਸੈਸ ਪਿਆ। ਗੱਲ ਇਕੱਲੇ ਫਲੋਟ ਪ੍ਰੋਸੈਸ ਦੀ ਨਹੀਂ, ਮੈਟਲ ਵਰਡ ਨੂੰ ਮਿੰਟੋ ਮਿੰਟ ਸਕੈਨ ਕਰਨਾ ਜੀ। ਤੇ ਜੇ ਤੁਸੀਂ ਜਾ ਕੇ ਦੇਖੋਗੇ ਤਾਂ ਮੈਟਲ ਲਿਖਿਆ ਪਿਆ ਜੀ ਆਹ ਵਾਲਾ ਜੀ। ਤਾਂ ਹੁਣ ਦੇਖੋ ਜੀ, ਫਲੋਟ ਪ੍ਰੋਸੈਸ ਦੇ ਵਿੱਚ ਜਿਹੜੀ ਮੈਟਲ ਯੂਜ਼ ਹੋਈ ਸੀਗੀ ਉਹਦੀਆਂ ਸਪੈਸੀਫਿਕ ਪ੍ਰੋਪਰਟੀਜ਼ ਸੀਗੀਆਂ ਜੀ। ਪ੍ਰੋਪਰਟੀਜ਼ ਦਾ ਮਤਲਬ ਗੁਣ ਜੀ, ਹਾਂਜੀ ਕਰੈਕਟਰ ਸਕਿਚ। ਪ੍ਰੋਪਰਟੀਜ਼ ਦਾ ਮਤਲਬ ਕਰੈਕਟਰ ਸਕਿਚ। ਦੱਸੋ ਜੀ, ਮੈਨੂੰ ਥੋੜਾ ਜਿਹਾ ਮਾਈਂਡ ਲਾ ਕੇ ਕਰਨ ਵਾਲਾ ਜੀ, ਥੋੜਾ ਜਿਹਾ। ,99% ਬੱਚਿਆਂ ਨੇ ਰੌਂਗ ਕਰਨਾ ਜੀ।
हाँ जी ਤੁਹਾਡਾ ਕੁਐਸਚਨ ਸੀਗਾ ਜੀ ਫਲੋਟ ਪ੍ਰੋਸੈਸ ਦੇ ਵਿੱਚ ਜਿਹੜੀ ਮੈਟਲ ਯੂਜ਼ ਹੋਈ ਸੀਗੀ ਜੀ ਕਹਿੰਦੇ ਉਹਦੀਆਂ ਸਪੈਸਿਫਿਕ ਪ੍ਰੋਪਰਟੀ ਸੀਗੀਆਂ ਜੀ ਉਹਦੀਆਂ ਸਪੈਸਿਫਿਕ ਹਾਂਜੀ ਪ੍ਰੋਪਰਟੀਜ਼ ਹੋਣੀਆਂ ਪੈਣੀਆਂ ਸੀ ਹੁੰਦੀਆਂ ਤਾਂ ਹੀ ਉਹ ਯੂਜ਼ ਹੋਣੀ ਸੀ ਹਾਂਜੀ ਕੀ ਆਨਸਰ ਹੈ ਜੀ ਟਰੂ ਸਰ True है sir. ਟਰੂ ਸਰ ਹਾਂਜੀ ਨੋਟ ਨਾਟ ਟਰੂ ਸਰ ਸਰ ਟਰੂ ਧਿਆਨ ਨਾਲ ਦੇਖਿਓ ਜਿਹੜਾ ਬੱਚਾ ਨਾਟ ਗਿਵਨ ਕਹਿ ਰਿਹਾ ਕਿਉਂਕਿ ਉਹਨੂੰ ਸਪੈਸਿਫਿਕ ਵਰਡ ਨਹੀਂ ਮਿਲਿਆ ਤੇ ਉਹਨੂੰ ਪ੍ਰੋਪਰਟੀਜ਼ ਵਰਡ ਨਹੀਂ ਮਿਲਿਆ ਯੈਸ অর ਨੋ ਜਿਹੜਾ ਬੱਚਾ ਨਾਟ ਗਿਵਨ ਕਹਿ ਰਿਹਾ ਉਹਨੂੰ ਸਪੈਸਿਫਿਕ ਵਰਡ ਨਹੀਂ ਮਿਲਿਆ ਤੇ ਇੱਕ ਉਹਨੂੰ ਜੀ ਪ੍ਰੋਪਰਟੀਜ਼ ਵਰਡ ਨਹੀਂ ਮਿਲਿਆ ਜਿਹਦੇ ਬੇਸ ਤੇ ਉਹਨੇ ਡਿਸਾਈਡ ਕਰ ਲਿਆ ਕਿ ਜੀ ਇਹ ਨਾਟ ਗਿਵਨ ਆ ਹੁਣ ਮੈਨੂੰ ਤੁਸੀਂ ਇਹ ਗੱਲ ਦੱਸੋ ਸਾਰੇ ਜਾਣੇ ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀ ਕਿ ਰੀਡਿੰਗ ਵਰਕ ਕਰਦੀ ਹੈ ਕਦੇ ਕਦੇ ਜਨਰਲ ਤੇ ਸਪੈਸਿਫਿਕ ਇੱਕ ਫਾਰਮੂਲਾ ਵਾ ਜੀ ਜਨਰਲ ਤੇ ਸਪੈਸਿਫਿਕ ਇੱਕ ਪਾਸੇ ਮੈਂ ਲਿਖ ਦਿੰਦਾ ਜੀ ਜਨਰਲ ਤੇ ਇਧਰਲੇ ਪਾਸੇ ਮੈਂ ਲਿਖ ਦਿੰਦਾ ਜੀ ਸਪੈਸਿਫਿਕ ਮੇਨਲੀ ਰੀਡਿੰਗ ਜਨਰਲ ਲੈਂਗੁਏਜ ਯੂਜ਼ ਕਰਦੀ ਹੁੰਦੀ ਆਪਣੇ ਕੁਐਸਚਨ ਦੇ ਵਿੱਚ ਤੇ ਸਪੈਸਿਫਿਕ ਚੀਜ਼ਾਂ ਯੂਜ਼ ਕਰਦੀ ਹੁੰਦੀ ਆਪਣੇ ਪੈਰਾਗ੍ਰਾਫ ਦੇ ਵਿੱਚ ਜਿਵੇਂ ਕਿ ਤੁਹਾਨੂੰ ਇਹਨਾਂ ਨੇ ਕੁਐਸਚਨ ਦੇ ਵਿੱਚ ਲਿਖ ਦੇਣਾ ਵਾ ਕੋਲ ਤੇ ਨਾਲ ਲਿਖ ਦੇਣਾ ਜੀ ਪੈਟਰੋਲੀਅਮ ਜਾਂ ਪੈਟਰੋਲ ਕੋਲਾ ਤੇ ਪੈਟਰੋਲ ਸੌਰੀ ਮੈਂ ਇਹਨੂੰ ਮੈਂ ਆਪੋਜ਼ਿਟ ਲੈ ਗਿਆ ਹਾਂਜੀ ਹਾਂਜੀ ਰੀਡਿੰਗ ਨੇ ਤੁਹਾਨੂੰ ਕੁਐਸਚਨ ਦੇ ਵਿੱਚ ਕੀ ਲਿਖ ਦੇਣਾ ਜੀ ਨॉन ਰੀਨਿਊਏਬਲ ਰਿਸੋਰਸਸ ਨॉन ਰੀਨਿਊਏਬਲ ਰਿਸੋਰਸਸ ਜਿਨ੍ਹਾਂ ਨੂੰ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ ਹੁਣ ਇੱਕ ਬੱਚੇ ਨੇ ਆਹ ਕੀਵਰਡ ਚੱਕ ਲਿਆ ਤੇ ਉਹ ਰੀਡਿੰਗ ਦੇ ਵਿੱਚ ਹੁਣ ਇਹਨੂੰ ਸਕੈਨ ਕਰੀ ਜਾਂਦਾ ਰੀਡਿੰਗ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਪਿਆ ਵਾ ਜੀ ਕੋਲਾ ਇੱਕ ਜਗ੍ਹਾ ਤੇ ਜੀ ਪੈਟਰੋਲੀਅਮ ਲਿਖਿਆ ਪਿਆ ਵਾ ਹੁਣ ਉਹ ਬੱਚਾ ਕੀ ਲੱਭੀ ਜਾਂਦਾ ਬੱਚਾ ਲੱਭੀ ਜਾਂਦਾ ਜੀ ਨॉन ਰੀਨਿਊਏਬਲ ਰਿਸੋਰਸਸ ਤੇ ਉਹਨੂੰ ਬੱਚੇ ਨੂੰ ਇਦਾਂ ਲੱਗ ਰਿਹਾ ਕਿ ਕੋਲੇ ਤੋਂ ਮੈਂ ਕੀ ਲੈਣਾ ਮੈਂ ਪੈਟਰੋਲ ਤੋਂ ਕੀ ਲੈਣਾ ਵਾ ਐਂਡ ਉਹਨੂੰ ਇਦਾਂ ਨਹੀਂ ਪਤਾ ਕਿ ਕੁਐਸਚਨ ਦੇ ਵਿੱਚ ਜਨਰਲ ਵਰਡ ਲਿਖਿਆ ਪਿਆ ਐਕਚੁਅਲ ਦੇ ਵਿੱਚ ਕੋਲੇ ਤੇ ਪੈਟਰੋਲ ਦਾ ਹੀ ਦੂਜਾ ਨਾਂ ਕੀ ਆ ਨॉन ਰੀਨਿਊਏਬਲ ਰਿਸੋਰਸਸ ਇੱਧਰ ਜਨਰਲ ਵਰਡ ਯੂਜ਼ ਕੀਤਾ ਪਿਆ ਉਧਰ ਜਾ ਕੇ ਸਪੈਸਿਫਿਕ ਚੀਜ਼ਾਂ ਲਿਖੀਆਂ ਪਈਆਂ ਜਿਵੇਂ ਕਿ ਕੁਐਸਚਨ ਦੇ ਵਿੱਚ ਉਹਨਾਂ ਨੇ ਸਪੋਰਟਸ ਵਰਡ ਲਿਖਿਆ ਪਿਆ ਜੀ ਤੇ ਰੀਡਿੰਗ ਦੇ ਵਿੱਚ ਜਾ ਕੇ ਸਪੋਰਟਸ ਲਿਖ ਦੇਣੀਆਂ ਉਹਨਾਂ ਨੇ ਹਾਕੀ ਤੇ ਨਾਲ ਲਿਖਤਾ ਜੀ ਕ੍ਰਿਕਟ ਹੁਣ ਇਹ ਦੋ ਕੀ ਹੁੰਦੀਆਂ ਇਹ ਦੋ ਸਪੋਰਟਸ ਹੁੰਦੀਆਂ ਜੀ ਤਾਂ ਸੇਮ ਕੰਸੈਪਟ ਲਾਓ ਕਿ ਜੇ ਤੁਹਾਨੂੰ ਕੁਐਸਚਨ ਦੇ ਵਿੱਚ ਕਿਹਾ ਗਿਆ ਹੋਵੇ ਸਪੈਸਿਫਿਕ ਹਾਂਜੀ ਪ੍ਰੋਪਰਟੀ ਤੇ ਕੀ ਏਦਾਂ ਪੋਸੀਬਿਲਿਟੀ ਹੋ ਸਕਦੀ ਹੈ ਕਿ ਰੀਡਿੰਗ ਸਪੈਸਿਫਿਕ ਤੇ ਪ੍ਰੋਪਰਟੀ ਦੋਨੇ ਵਰਡ ਹੀ ਨਾ ਲਿਖੇ ਬਲਕਿ ਉਹ ਖਾਸ ਪ੍ਰੋਪਰਟੀ ਹੈ ਕਿਹੜੀ ਆ ਉਹਨੂੰ ਮੈਂਸ਼ਨ ਹੀ ਕਰ ਦਵੇ ਸਿੱਧਾ ਤਾਂ ਫਿਰ ਮੈਨੂੰ ਦੱਸੋ ਇਹ ਗੱਲ ਕਿ ਫਿਰ ਗੱਲ ਐਕਚੁਅਲ ਦੇ ਵਿੱਚ ਹੋਈ ਆ ਕਿ ਨਹੀਂ ਗੱਲ ਹੋਈ ਹੋਈ ਹੈ ਜੀ ਫਿਰ ਗੱਲ ਹੋਈ ਆ ਤੇ ਗਲਾਸ ਮਤਲਬ ਗੱਲ ਹੋਈ ਹੁਣ ਇਹ ਪੈਰੇ ਦੇ ਵਿੱਚੋਂ ਲੱਭੋ ਵੀ ਕੀ ਕਿਤੇ ਕੋਈ ਇਹ ਮੈਟਲ ਦੀ ਕੋਈ ਖਾਸ ਪ੍ਰੋਪਰਟੀ ਲਿਖੀ ਹੈ ਜਿਹੜੀ ਹੋਣੀ ਚਾਹੀਦੀ ਸੀਗੀ ਨਹੀਂ ਕੰਮ ਨਹੀਂ ਬਣ ਸਕਦਾ ਸੀਗਾ ਦੱਸੋ ਕਿ ਮੈਟਲ ਦੀ ਕੋਈ ਖਾਸ ਪ੍ਰੋਪਰਟੀ ਲਿਖੀ ਪਈ ਹੋਵੇ ਜੀ ਖਾਸ ਪ੍ਰੋਪਰਟੀ ਲਿਖੀ ਹੈ ਸਰ ਗਲਾਸ ਫॉर ਵਹੀਕਲ ਦੱਸਿਆ ਤਾਂ ਹੈਗਾ ਸਰ ਕੰਡੀਸ਼ਨ ਦੱਸੀ ਪਈ ਹੈ ਲੈਸ ਦੇਣ ਵਾਲੇ ਉਦੋਂ ਬਾਅਦ ਹਾਂਜੀ ਧਿਆਨ ਨਾਲ ਦੇਖੋ ਕਹਿੰਦੇ ਜਿਹੜੀ ਇਹ ਮੈਟਲ ਆ ਇਹਨੂੰ ਹੋਣਾ ਪੈਣਾ ਸੀਗਾ ਕੀ ਹੋਣਾ ਪੈਣਾ ਸੀ ਇਹਨੂੰ ਮੈਲਟ ਹੋਣਾ ਪੈਣਾ ਸੀਗਾ ਟੈਂਪਰੇਚਰ ਜਿਹੜਾ ਕਿ ਲੈਸ ਦੈਨ ਹਾਰਡਨਿੰਗ ਪੁਆਇੰਟ ਆ ਗਲਾਸ ਤੋਂ ਬਟ ਕੁਡ ਨਾਟ ਬੋਇਲ ਐਟ ਦੈਟ ਤੁਹਾਨੂੰ ਨਹੀਂ ਲੱਗਦਾ ਕਿ ਆ ਇੱਕ ਸਪੈਸਿਫਿਕ ਕੰਡੀਸ਼ਨ ਇਹਦੀ ਜੇ ਹੋਊਗੀ ਤਾਂ ਹੀ ਇਹ ਯੂਜ਼ ਹੋਊਗੀ ਨਹੀਂ ਇਹ ਯੂਜ਼ ਨਹੀਂ ਹੋਣੀ ਯੈਸ ਸਰ ਜੀ ਸਰ ਜੀ ਫਿਰ ਮੈਨੂੰ ਦੱਸੋ ਕਿ ਤੁਸੀਂ ਸਪੈਸਿਫਿਕ ਪ੍ਰੋਪਰਟੀ ਵਰਡ ਲੱਭੀ ਜਾਂਦੇ ਹੋ ਉਹਨਾਂ ਨੇ ਡਾਇਰੈਕਟ ਪ੍ਰੋਪਰਟੀ ਲਿਖੀ ਹੋਈ ਪਈ ਆ ਹੁਣ ਇਦਾਂ ਕਹਿ ਸਕਦੇ ਆ ਕਿ ਗੱਲ ਨਹੀਂ ਹੋਈ ਗੱਲ ਹੋਈ ਹੈ ਜੀ ਇਹਦਾ ਲੱਗ ਗਿਆ ਪਤਾ ਸਾਰਿਆਂ ਨੂੰ ਮੈਂ ਸਟ੍ਰੈਟਜੀ ਕਿਹੜੀ ਦੱਸਣਾ ਚਾਹੁੰਦਾ ਸੀ ਪਤਾ ਲੱਗਿਆ ਸਾਰਿਆਂ ਨੂੰ ਹਾਂਜੀ ਬਿਲਕੁਲ ਤਾਂ ਇਹਦਾ ਜੋ ਆਨਸਰ ਹੈ ਜੀ ਬਿਲਕੁਲ ਉਹ ਟਰੂ ਹੈ ਜੀ ਤੁਹਾਡੇ ਕੁਐਸਚਨ ਚ ਕਿਹਾ ਜੀ ਕਿ ਜਿਹੜੀ ਮੈਟਲ ਉਹਦੇ ਵਿੱਚ ਫਲੋਟ ਪ੍ਰੋਸੈਸ ਦੇ ਵਿੱਚ ਯੂਜ਼ ਹੋਈ ਉਹਦੀ ਇੱਕ ਖਾਸ ਪ੍ਰੋਪਰਟੀ ਹੋਣੀ ਪੈਣੀ ਸੀਗੀ ਜੀ ਤੁਸੀਂ ਰੀਡਿੰਗ ਤੇ ਗਏ ਰੀਡਿੰਗ ਤੇ ਕੀ ਕਿਹਾ ਜੀ ਜਿਹੜੀ ਮੈਟਲ ਆ ਉਹਨੂੰ ਕਹਿੰਦੇ ਮੈਲਟ ਹੋਣਾ ਪੈਣਾ ਸੀਗਾ ਉਹ ਟੈਂਪਰੇਚਰ ਤੇ ਜਿਹੜਾ ਗਲਾਸ ਦੇ ਹਾਰਡਨਿੰਗ ਪੁਆਇੰਟ ਤੋਂ ਥੱਲੇ ਆ ਤੇ ਉਹ ਬੋਇਲ ਨਹੀਂ ਕਰਦਾ ਟੈਂਪਰੇਚਰ ਬਿਲੋ ਦਾ ਟੈਂਪਰੇਚਰ ਆਫ ਦਾ ਮੋਲਟਨ ਗਲਾਸ ਆਹ ਵਾਲੀ ਕੰਡੀਸ਼ਨ ਹੈ ਇੱਕ ਖਾਸ ਇਹਦਾ ਮਤਲਬ ਇਹ ਪ੍ਰੋਪਰਟੀ ਜਿਹਦੇ ਵਿੱਚ ਹੈਗੀ ਆ ਉਹ ਮੈਟਲ ਯੂਜ਼ ਹੋਈ ਸੀਗੀ ਜੀ
ਤੇ ਇਹਦੇ ਲਈ ਜਿਹੜੀ ਬੈਸਟ ਮੈਟਲ ਕੰਮ ਕਰਦੀ ਆ ਉਹ ਟਿਨ ਸੀਗੀ ਜੀ। ਇਹਦਾ ਮਤਲਬ ਟਿਨ ਦੇ ਵਿੱਚ ਉਹ ਖਾਸ ਪ੍ਰੋਪਰਟੀ ਸੀਗੀ ਜਿਹੜੀ ਇਹਦੇ ਵਿੱਚ ਫਲੋਟ ਪ੍ਰੋਸੈਸ ਦੇ ਵਿੱਚ ਯੂਜ਼ ਹੋਈ। ਤਾਂ ਉਹਨਾਂ ਨੇ ਤੁਹਾਨੂੰ ਕਿਤੇ ਨਹੀਂ ਸਿੱਧਾ ਲਿਖਣਾ ਜੀ ਸਪੈਸੀਫਿਕ, ਕਿਤੇ ਨਹੀਂ ਲਿਖਣਾ ਜੀ ਪ੍ਰੋਪਰਟੀ, ਇਹਦੇ ਵਿੱਚ ਜਨਰਲ ਤੇ ਸਪੈਸੀਫਿਕ ਫਾਰਮੂਲਾ ਕੰਮ ਕਰਦਾ ਸੀਗਾ ਜੀ। ਤੇ ਫਾਈਨਲ ਦੇ ਵਿੱਚ ਵੀ ਪੱਕਾ ਕਰਨਾ ਜੀ ਜਨਰਲ ਤੇ ਸਪੈਸੀਫਿਕ ਫਾਰਮੂਲਾ। ਨੈਕਸਟ ਕੁਐਸਚਨ ਦੇਖੋ ਜੀ ਸਾਰਿਆਂ ਨੇ ਨੈਕਸਟ ਕੁਐਸਚਨ ਨੂੰ ਦੇਖਿਓ ਜੀ ਕੀ ਕਹਿੰਦੇ ਨੈਕਸਟ ਦੇ ਵਿੱਚ। ਹਾਂਜੀ ਤੁਹਾਡਾ ਨੈਕਸਟ ਕੁਐਸਚਨ ਕੀ ਕਹਿੰਦੇ ਜੀ ਤੁਹਾਡੇ ਨੈਕਸਟ ਕੁਐਸਚਨ ਦੇ ਵਿੱਚ। ਕਹਿੰਦੇ ਜੋ ਪਿਲਗਟਨ ਸੀਗਾ ਜੀ, ਨਾਮ ਹੈ ਕਿਸੇ ਦਾ, ਕਹਿੰਦੇ ਇਨਵੈਸਟਡ ਸਮ ਆਫ ਹਿਜ਼ ਮਨੀ in his float process। ਕਹਿੰਦੇ ਜੋ ਪਿਗਟਨ ਸੀਗਾ ਜੀ ਉਹਨੇ ਕਹਿੰਦੇ ਖੁਦ ਦਾ ਪੈਸਾ, ਕਹਿੰਦੇ ਖੁਦ ਦੇ ਪੈਸੇ ਵਿੱਚੋਂ ਕੁਝ ਕੁ ਪੈਸਾ, ਜਿਹੜਾ ਉਹਦੇ ਕੋਲੇ ਪੈਸਾ ਸੀਗਾ ਉਹਦੇ ਵਿੱਚੋਂ ਕੁਝ ਕੁ ਪੈਸਾ ਉਹਨੇ ਇਨਵੈਸਟ ਕੀਤਾ ਜੀ ਕਿਹਦੇ ਉੱਪਰ, ਜਿਹੜਾ ਉਹਦਾ ਫਲੋਟ ਪਲਾਂਟ ਸੀਗਾ ਜੀ। ਜਾ ਕੇ ਦੇਖ ਕੇ ਉਹਨੇ ਖੁਦ ਦੇ ਪੈਸੇ ਵਿੱਚੋਂ ਕੁਝ ਕੁ ਪੈਸੇ ਉਹਨੇ ਆਪਣੇ ਫਲੋਟ ਪਲਾਂਟ ਤੇ ਸਪੈਂਡ ਕੀਤੇ ਜੀ। ਤੁਹਾਡੇ ਸਾਹਮਣੇ ਲੋਕੇਸ਼ਨ ਆ ਜੀ, ਹਾਂਜੀ ਪਿਲਗਟਨ। ਤਾਂ ਮੈਨੂੰ ਇਹ ਪੜ੍ਹ ਕੇ ਦੱਸੋ ਜੀ ਕਿ ਕੀ ਲੱਗਦਾ ਜੀ ਤੁਹਾਨੂੰ। ਧਿਆਨ ਨਾਲ ਪੜ੍ਹ ਕੇ ਦੱਸਿਓ ਜੀ, ਤੁਹਾਡੇ ਵਿੱਚੋਂ ਕਈ ਸਟੂਡੈਂਟ ਇਹਨੂੰ ਛੇਤੀ ਛੇਤੀ ਦੇ ਵਿੱਚ ਗਲਤ ਕਰਨਗੇ ਜੀ। ਪੂਰੇ ਧਿਆਨ ਨਾਲ ਪੜ੍ਹਨਾ ਜੀ। ਆ ਤੁਹਾਡਾ ਕੁਐਸਚਨ ਆ ਜੀ। 1 ਸੈਕਿੰਡ ਆਪਾਂ ਲੋਕੇਸ਼ਨ ਦੇਖ ਲਈ ਕਿ ਲੋਕੇਸ਼ਨ ਸਹੀ ਹੈ ਨਾ। ਹਾਂਜੀ ਬਿਲਕੁਲ ਸੇਮ ਲੋਕੇਸ਼ਨ ਹੀ ਹੈ ਜੀ। ਤਾਂ ਮੈਨੂੰ ਦੱਸੋ ਜੀ ਕਿ ਜੋ ਹਾਂਜੀ ਪਿਲਗਟਨ ਸੀਗਾ ਜੀ ਉਹਨੇ ਖੁਦ ਦੇ ਪੈਸਿਆਂ ਵਿੱਚੋਂ ਕੁਝ ਕੁ ਪੈਸੇ ਆਪਣੇ ਫਲੋਟ ਪ੍ਰੋਜੈਕਟ ਤੇ ਸਪੈਂਡ ਕੀਤੇ ਜੀ। ਹਾਂਜੀ ਮਿਊਟ ਤੋਂ ਖੋਲਦਾ ਜੀ ਤੁਹਾਨੂੰ। ਹਾਂਜੀ ਜੀ ਫਾਲਸ ਹੈ ਸਰ। ਸਰ ਫਾਲਸ। ਫਾਲਸ। So not given. ਨਾਟ ਗਿਵਨ not given sir. not given. Not given, sir. Not given. not given. ਬਾਕੀ ਜੀ ਅੱਛਾ ਨੋਟ ਗਿਵਨ ਕਦੋਂ ਕਹਿ ਰਹੇ ਹੋ ਜੀ। ਇਹਦੇ ਵਿੱਚ ਕੁਝ ਸਮ ਮਨੀ ਦੀ ਗੱਲ ਨਹੀਂ। ਸਮ ਮਨੀ ਦੀ ਗੱਲ ਨਹੀਂ ਹੋਈ ਕਿ ਇੱਕ ਹੋਰ ਗੱਲ ਨਹੀਂ ਹੋਈ। ਤੇਰੇ ਫਾਲਸ ਨਹੀਂ ਬੰਦਾ ਉਹਦੇ ਕੰਟਰੈਡਿਕਟ ਕਰ ਰਿਹਾ ਕੰਪਨੀ ਨੇ ਸਰ ਓਨ ਮਨੀ ਦੀ ਗੱਲ ਨਹੀਂ ਕੀਤੀ ਉਹਦੇ ਵਿੱਚ। ਓਨ ਮਨੀ ਦੀ ਗੱਲ ਨਹੀਂ, ਮੈਂ ਸਾਰੇ ਉਹ ਕਹਿ ਤਾਂ ਰਹੇ ਉਹ ਬੈਲਟ ਬਣਾ ਚੁੱਕੇ ਸੀ 1953 ਚ, ਠੀਕ ਹੈ, ਪਰ ਉਹਨੇ ਕਨਵਿੰਸ ਕਰ ਲਿਆ ਸੀ ਆਪਣੀ ਕੰਪਨੀ ਨੂੰ ਵੀ ਫੁੱਲ ਸਕੇਲ ਤੇ ਪਲਾਂਟ ਬਣਾਉਣ ਲਈ। ਉਸ ਤੋਂ ਬਾਅਦ ਕੰਟਰੈਕਟ ਕਰੀ ਜਾਂਦਾ ਹੈ ਹਾਊ ਐਵਰ ਇਟ ਟੁਕਸ। ਤੋਂ ਮਤਲਬ ਕਿ ਓਨ ਮਨੀ ਦੀ ਉਹਦੀ ਨਹੀਂ ਕੀਤੀ, ਓਨ ਪਲਾਂਟ ਦੀ ਗੱਲ ਨਹੀਂ ਕੀਤੀ। ਜਿਹੜੀ ਆਪਣੀ ਮਨੀ ਚ ਕੋਈ ਪੈਸਾ ਉਹ ਇਨਵੈਸਟ ਕੀਤਾ ਉਹਦੀ ਗੱਲ ਨਹੀਂ ਹੋਈ। ਮੈਂ ਦੱਸਦਾ ਤੁਹਾਨੂੰ ਅੱਛਾ ਮੈਨੂੰ ਇੱਕ ਤੁਸੀਂ ਹਾਂਜੀ ਕੁਐਸਚਨ ਪਾਉਣਾ ਜੀ, ਉਹ ਕੁਐਸਚਨ ਦਾ ਆਨਸਰ ਦੇਣਾ ਤੁਸੀਂ ਮੈਨੂੰ ਸਾਰਿਆਂ ਨੇ। ਤੁਹਾਡਾ ਕੁਐਸਚਨ ਇਹ ਹੈ ਜੀ, ਤੁਹਾਨੂੰ ਉਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਜੀ ਕਿ ਜੋ ਕੈਨੇਡਾ ਵਾ ਜੀ ਉਹ ਸਪੈਂਡ ਕਰਦਾ a lot of money on education। ਕੈਨੇਡਾ ਕਾਫੀ ਜ਼ਿਆਦਾ ਪੈਸਾ ਸਪੈਂਡ ਕਰਦਾ ਜੀ ਐਜੂਕੇਸ਼ਨ ਦੇ ਉੱਪਰ। ਤੁਸੀਂ ਗਏ ਜੀ ਰੀਡਿੰਗ ਦੇ ਵਿੱਚ ਤੁਹਾਨੂੰ ਮਿਲਿਆ ਕਿ ਜਿਹੜਾ ਯੂਕੇ ਹੈ ਜੀ, ਯੂਕੇ ਜੀ ਸਪੈਂਡ ਕਰਦਾ ਵਾ ਹਿਊਜ ਅਮਾਊਂਟ ਆਫ ਮਨੀ ਟੂ improve the education system।
ਹੁਣ ਮੈਨੂੰ ਇਹ ਧਿਆਨ ਨਾਲ ਦੱਸੋ ਵੀ ਇਹ ਕੀ ਹੈ ਜੀ। ਤੁਹਾਡਾ ਕੁਐਸਚਨ ਕਹਿੰਦਾ ਜੀ ਕੈਨੇਡਾ ਸਪੈਂਡ ਕਰਦਾ ਵਾ ਲੋਟ ਆਫ ਮਨੀ ਕਹਿੰਦੇ ਤੇ ਐਜੂਕੇਸ਼ਨ ਦੇ ਉੱਪਰ, ਤੁਸੀਂ ਗਏ ਜੀ ਪੈਰੇ ਦੇ ਉੱਪਰ। ਪੈਰਾ ਕਹਿੰਦੇ ਯੂਕੇ ਸਪੈਂਡ ਕਰਦਾ ਵਾ ਹਿਊਜ ਅਮਾਊਂਟ ਆਫ ਮਨੀ ਟੂ ਇੰਪਰੂਵ ਦਾ ਐਜੂਕੇਸ਼ਨ ਸਿਸਟਮ। ਆਨਸਰ ਦਿਓ ਜੀ ਮੈਨੂੰ ਇਹਦਾ ਕੀ ਹੈ। not Not given, given, sir. Not given. ਨਾਟ ਗਿਵਨ ਜੀ। Yes. ਨਾਟ ਗਿਵਨ। ਅੱਛਾ ਹੁਣ ਕੰਟਰਾਡਿਕਟ ਨਹੀਂ ਕਰਦਾ, ਹੁਣ ਤਾਂ ਤੁਹਾਨੂੰ ਕਹਿ ਰਹੇ ਕਿ ਸਰ ਇਹ ਤਾਂ ਕੰਟਰਾਡਿਕਟ ਆਪਾਂ ਤਾਂ ਦੇਖਣੀ ਕੈਨੇਡਾ ਦਾ ਗਿਆ ਜੀ। ਕੈਨੇਡਾ ਦਾ ਹੀ ਦੇਖਣਾ ਸੀ ਵੀ Country change. ਹੁਣ ਮੇਰੀ ਗੱਲ ਸੁਣੋ ਧਿਆਨ ਨਾਲ, ਸਾਰੇ ਜਾਣੇ ਸਿਆਣੇ ਬਣ ਗਏ। ਜਦੋਂ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਰ ਆਪਾਂ ਤਾਂ ਕੈਨੇਡਾ ਦੇਖਣ ਗਏ ਸੀਗੇ ਜੀ, ਬਈ ਕੈਨੇਡਾ ਪੈਸੇ ਸਪੈਂਡ ਕਰਦਾ ਕਿ ਨਹੀਂ, ਯੂਕੇ ਤੋਂ ਆਪਾਂ ਕੀ ਲੈਣਾ। ਤੇ ਸੇਮ ਮੈਂ ਤੁਹਾਨੂੰ ਕਹਿ ਰਿਹਾ ਕਿ ਜੀ ਫਲੋਟ ਪ੍ਰੋਸੈਸ ਤੇ ਕੰਪਨੀ ਨੇ ਉਹਦੀ ਨੇ ਪੈਸਾ ਸਪੈਂਡ ਕੀਤਾ ਜਾਂ ਨਹੀਂ ਕੀਤਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਿਲਿੰਗਟਨ ਨੇ ਖੁਦ ਦੇ ਪੈਸੇ ਦੇ ਵਿੱਚੋਂ ਸਪੈਂਡ ਕੀਤਾ ਕਿ ਨਹੀਂ ਉਹ ਕਿਤੇ ਪੈਸੇ ਦੇ ਵਿੱਚ ਲਿਖਿਆ ਜੀ। no No, sir. ਤੇ ਫਿਰ ਉਹਨੇ ਕੰਟਰਾਡਿਕਟ ਕੀਤਾ ਕਿ ਜਾਣਕਾਰੀ ਹੋਈ ਨਹੀਂ ਦਿੱਤੀ ਆਪਾਂ ਨੂੰ, ਜਾਣਕਾਰੀ ਨਹੀਂ ਦਿੱਤੀ ਸਰ। ਜਾਣਕਾਰੀ ਇਨਫੋਰਮੇਸ਼ਨ ਨਹੀਂ ਦਿੱਤੀ ਦੱਸਿਆ ਜੀ। ਹੀ ਨਹੀਂ। ਲੱਗ ਗਿਆ ਪਤਾ ਜੀ ਮੈਂ ਕੀ ਕਹਿਣਾ ਚਾਹੁੰਦਾ। Yes. Yes. ਤੁਸੀਂ ਕੈਨੇਡਾ ਦੇਖਣ ਗਏ ਸੀ ਨਾ ਕਿ ਕੈਨੇਡਾ ਸਪੈਂਡ ਕਰਦਾ ਜੀ ਪੈਸਾ ਬਹੁਤ, ਤੁਸੀਂ ਯੂਕੇ ਦੇਖਿਆ, ਬਟ ਯੂਕੇ ਹੁਣ ਕੈਨੇਡਾ ਨਾਲ ਕੰਟਰਾਡਿਕਟ ਥੋੜੀ ਕਰੂਗਾ। ਤੁਹਾਨੂੰ ਕੈਨੇਡਾ ਦੇ ਬਾਰੇ ਤਾਂ ਜਾਣਕਾਰੀ ਹੋਈ ਨਹੀਂ ਮਿਲੀ। ਹੁਣ ਤੁਸੀਂ ਗਏ, ਤੁਹਾਡਾ ਕੁਐਸਚਨ ਲਿਖਿਆ ਜੀ, ਤੁਹਾਡਾ ਕੁਐਸਚਨ ਸੀਗਾ ਜਿਹੜਾ ਪਿਲਿੰਗਟਨ ਆ ਜੀ, ਉਹਨੇ ਕਹਿੰਦੇ ਆਪਣੇ ਖੁਦ ਦੇ ਪੈਸੇ ਦੇ ਵਿੱਚੋਂ ਕੁਝ ਕੁ ਪੈਸੇ ਹਾਂਜੀ ਉਹ ਪ੍ਰੋਜੈਕਟ ਤੇ ਲਾਏ। ਤੁਸੀਂ ਗਏ ਜੀ ਰੀਡਿੰਗ ਤੇ ਉਹਨੇ ਲਿਖਿਆ ਕਿ ਪਿਲਿੰਗਟਨ ਜਿਹੜਾ ਸੀਗਾ ਉਹਨੇ ਇੱਕ ਕੰਪਨੀ ਨੂੰ ਕਨਵਿੰਸ ਕੀਤਾ ਵੀ ਤੁਸੀਂ ਇਹ ਪ੍ਰੋਜੈਕਟ ਤੇ ਪੈਸੇ ਲਾਓ, ਬਟ ਕੀ ਕਿਤੇ ਮੈਂਸ਼ਨ ਕੀਤਾ ਵੀ ਉਹਨੇ ਖੁਦ ਕੋਲੋਂ ਕੁਝ ਕੁ ਪੈਸੇ ਲਾਏ ਆ ਕਿ ਨਹੀਂ, ਆਪਾਂ ਨੂੰ ਪਤਾ ਹੀ ਨਹੀਂ। ਸ਼ਾਇਦ ਲਾਏ ਹੋਣ, ਸ਼ਾਇਦ ਨਾ ਲਾਏ ਹੋਣ, ਪਤਾ ਹੀ ਨਹੀਂ ਆਪਾਂ ਨੂੰ। ਰੀਡਿੰਗ ਨੇ ਉਹ ਲਾਈਨ ਹੀ ਨਹੀਂ ਲਿਖੀ। ਕਲੀਅਰ ਹੈ ਜੀ ਸਾਰਿਆਂ ਨੂੰ? ਯੈਸ ਸਰ ਨੂੰ? ਠੀਕ ਹੈ ਜੀ। ਤਾਂ ਇਹਦਾ ਆਨਸਰ ਧਿਆਨ ਨਾਲ ਦੇਖਿਓ ਜੀ, ਉੱਥੇ ਲਿਖਿਆ ਕਿ ਪਿਲਿੰਗਟਨ ਨੇ ਇੱਕ ਹਾਂਜੀ ਪਾਇਲਟ ਪਲਾਂਟ ਸੀਗਾ ਜੀ 1953 ਦੇ ਵਿੱਚ, ਤੇ ਉਹਨੇ ਕਹਿੰਦੇ ਆਪਣੀ ਕੰਪਨੀ ਨੂੰ ਕਨਵਿੰਸ ਕੀਤਾ ਸੀਗਾ ਵੀ ਫੁੱਲ ਸਕੇਲ ਤੇ ਇਹ ਪਲਾਂਟ ਨੂੰ ਬਿਲਡ ਕਰਨ, ਤੇ ਉਹਨੂੰ 14 ਮਹੀਨੇ ਲੱਗੇ ਨੌਨ ਸਟਾਪ ਪ੍ਰੋਡਕਸ਼ਨ ਤੇ ਕੰਪਨੀ ਦਾ ਕਿੰਨੀ ਕੋਸਟ ਆ ਗਈ, ਕੰਪਨੀ ਦੀ ਕੋਸਟ ਬਾਰੇ ਲਿਖਿਆ ਪਿਆ ਵੀ ਕਿੰਨਾ ਪੈਸਾ ਉਹਦੀ ਕੰਪਨੀ ਨੇ ਲਾਇਆ। ਹੁਣ ਜਿਹੜਾ ਇਹ ਪੈਸਾ ਇਹ ਕੰਪਨੀ ਨੇ ਲਾਇਆ ਜੀ, ਬਟ ਪਿਲਿੰਗਟਨ ਨੇ ਖੁਦ ਕੋਲੋਂ ਪੈਸਾ ਲਾਇਆ ਕਿ ਨਹੀਂ ਲਾਇਆ, ਆ ਸਾਰੇ ਪੈਸੇ ਦੇ ਵਿੱਚ ਤੁਹਾਨੂੰ ਕਿਤੋਂ ਵੀ ਪਤਾ ਨਹੀਂ ਲੱਗ ਰਿਹਾ ਜੀ। ਸੇਮ ਪਿਛਲੇ ਕੁਐਸਚਨ ਦੇ ਵਾਂਗੂ ਤੁਸੀਂ ਲੱਭਣ ਗਏ ਸੀ ਵੀ ਕੈਨੇਡਾ ਪੈਸੇ ਲਾਉਂਦਾ ਕਿ ਨਹੀਂ ਲਾਉਂਦਾ, ਤੁਸੀਂ ਯੂਕੇ ਦਾ ਪੜ੍ਹ ਲਿਆ, ਯੂਕੇ ਦਾ ਤੁਸੀਂ ਕੀ ਲੈਣਾ ਜੀ। ਮੈਂ ਤੁਹਾਨੂੰ ਕਹਿ ਰਿਹਾ ਵੀ ਉਹਦੀ ਕੰਪਨੀ ਇੰਨੇ ਪੈਸੇ ਲਾਏ, ਉਹਦੀ ਕੰਪਨੀ ਨੇ। ਅੱਛਾ ਉਹਦੀ ਕੰਪਨੀ ਦਾ ਛੱਡੋ ਜੀ, ਤੁਸੀਂ ਉਹ ਪਰਸਨ ਦਾ ਦੇਖੋ ਵੀ ਉਹ ਪਰਸਨ ਨੇ ਆਪਦੇ ਪੈਸੇ ਲਾਏ ਜੀ। ਜੇ ਤਾਂ ਰੀਡਿੰਗ 'ਚ ਲਿਖਿਆ ਵੀ ਉਹ ਪਰਸਨ ਨੇ ਆਪਣੇ ਪੈਸੇ ਲਾਏ। ਅੱਛਾ ਕੰਟਰਾਡਿਕਟ ਕਿਵੇਂ ਹੁੰਦਾ ਕੰਟਰਾਡਿਕਟ ਹੁੰਦਾ ਕਿ ਜੀ ਇੱਧਰ ਕੋਈ ਨਾ ਕੋਈ ਲਿਖਿਆ ਪਿਆ ਹੁੰਦਾ ਕਿ ਸਿਰਫ ਉਹਦੀ ਕੰਪਨੀ ਨੇ ਲਾਏ। ਕੰਟਰਾਡਿਕਟ ਹੈ, ਆਪ ਉਹਨੇ ਥੋੜੂ ਲਾਏ ਆ ਸਿਰਫ ਵਰਡ ਕਾਹਦੇ ਵਾਸਤੇ ਲਿਖਦੀ ਹੁੰਦੀ ਹੈ ਰੀਡਿੰਗ। ਜਿੱਧਰ ਲਿਖਿਆ ਪਿਆ ਹੁੰਦਾ ਕਿ ਜੀ ਉਹ ਤਾਂ ਯੋਗ ਹੀ ਨਹੀਂ ਸੀਗਾ, was not able to spend a single penny, ਵੀ ਉਹ ਤਾਂ ਇੱਕ ਸਿੰਗਲ ਪੈਨੀ ਵੀ ਸਪੈਂਡ ਕਰਨ ਦੇ ਯੋਗ ਨਹੀਂ ਸੀਗੇ ਜੀ, ਤਾਂ ਕਰਕੇ ਉਹਨੇ ਕੰਪਨੀ ਨੂੰ ਕਨਵਿੰਸ ਕੀਤਾ ਜੀ। ਤਾਂ ਮੈਨੂੰ ਦੱਸੋ ਕਿ ਕੰਟਰਾਡਿਕਟ ਕਿਵੇਂ ਹੋਇਆ। ਜਿਹੜੀਆਂ ਮੈਂ ਹੁਣ ਲਾਈਨਾਂ ਬੋਲੀਆਂ ਉਹ ਕੰਟਰਾਡਿਕਟ ਵਾਲੀਆਂ ਹੁੰਦੀਆਂ ਵਾ, ਤੇ ਜੇ ਤੁਹਾਨੂੰ ਕਿਤੇ ਜਾਣਕਾਰੀ ਉਹ ਨਹੀਂ ਮਿਲੀ ਫਿਰ ਉਹ ਨੋਟ ਗਿਵਨ ਹੁੰਦਾ ਵਾ ਜੀ। ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਯੈਸ ਸਰ ਨੂੰ ਦੱਸ ਦਿਓ ਮੈਨੂੰ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ। ਠੀਕ ਹੈ ਹਾਂਜੀ। ਤਾਂ ਇਹ ਚੀਜ਼ਾਂ ਦੇ ਉੱਪਰ ਥੋੜਾ ਜਿਹਾ ਧਿਆਨ ਰੱਖੋ ਜੀ। ਅੱਗੇ ਚੱਲਦੇ ਜੀ ਆਪਾਂ। ਹਾਂਜੀ ਜੀ ਅੱਗੇ ਕੀ ਕਹਿੰਦੇ ਜੀ ਆਪਾਂ ਨੂੰ, ਅੱਗੇ ਇਹਨਾਂ ਨੇ ਆਪਾਂ ਨੂੰ ਕਿਹਾ ਜੀ ਹਾਂਜੀ ਆ ਦੇਖਿਓ ਜੀ, ਬਹੁਤ ਵਧੀਆ ਲੈਵਲ ਦਾ ਕੁਐਸਚਨ ਹੈ ਜੀ, ਬਹੁਤ ਵਧੀਆ ਲੈਵਲ ਦਾ ਕੁਐਸਚਨ ਹੈ ਜੀ। ਲਾਸਟ ਕੁਐਸਚਨ ਜੀ ਆਪਣਾ ਕੀ ਕਹਿੰਦੇ ਜੀ, ਦੇਖਿਓ ਜੀ ਧਿਆਨ ਨਾਲ ਇਹਨੂੰ। ਜੋ ਕਹਿੰਦੇ ਆ ਜੀ ਜੋ ਪਿਲਿੰਗਟਨ ਹੈਗਾ ਜੀ ਉਹਦਾ ਜਿਹੜਾ ਫਸਟ ਫੁੱਲ ਸਕੇਲ ਪਲਾਂਟ ਸੀਗਾ was an instant ਹਾਂਜੀ ਕਮਰਸ਼ੀਅਲ ਸਕਸੈਸ। ਕੁਐਸਚਨ ਨੂੰ ਸਮਝੋ ਜੀ, ਮੈਂ ਤੁਹਾਨੂੰ ਰੀਡਿੰਗ ਉੱਪਰ ਲੈ ਕੇ ਜਾਵਾਂ। ਹਾਂਜੀ ਹੁਣ ਚੱਲਦੇ ਆ ਜੀ ਪੈਰੇ ਉੱਪਰ ਜੀ। ਚੱਲ ਤੁਹਾਡੇ ਸਾਹਮਣੇ ਸੇਮ ਪੈਰਾ ਜੀ,
ਸੇਮ ਪੈਰਾ ਜੀ, ਧਿਆਨ ਨਾਲ ਪੜਿਓ ਜੀ ਇਹਨੂੰ। ਇਹ ਮੈਂ ਤੁਹਾਨੂੰ ਸਾਰਾ ਸਮਝਾਉਂਗਾ ਵੀ ਬਾਅਦ ਚ। ਪਹਿਲਾਂ ਮੈਨੂੰ ਤੁਸੀਂ ਦੱਸੋ ਵੀ ਕੀ ਆ ਸਕਦਾ ਜੀ, ਟਰੂ ਆਊਗਾ, ਫਾਲਸ ਆਊਗਾ ਜਾਂ ਨੋਟ ਗਿਵਨ ਆਊਗਾ। ਧਿਆਨ ਨਾਲ ਪੜਿਓ ਜੀ ਸਾਰਿਆਂ ਨੇ। ਹਾਂਜੀ, ਮਿਊਟ ਤੋਂ ਖੋਲਣਾ ਜੀ, ਧਿਆਨ ਨਾਲ ਦੱਸਿਓ ਜੀ ਮੈਨੂੰ ਸਾਰਿਆਂ ਨੇ। ਹਾਂਜੀ ਕੀ ਲਾਵਾਂ ਜੀ ਇਹਨੂੰ? क्वेश्चन हेलो जी, ये ਤੁਹਾਡਾ क्वेश्चन है जी, आ ਤੁਹਾਡੀ लोकेशन है जी। ਕੀ ਲੱਗਦਾ ਜੀ? हाँ जी ਸਰ ਵਿਜ਼ੀਬਲ ਨਹੀਂ ਹੈਗਾ ਸਰ ਸਕਰੀਨ ਰੁਕ ਚੁੱਕੀ ਹੈ। ਕੀ ਹੈ ਜੀ? ਸਕਰੀਨ ਕੀ? ਸਕਰੀਨ ਹਾਂ ਹੁਣ ਸ਼ੋ ਹੋਇਆ ਸਰ। ਆਵਾਜ਼ ਸੁਣ ਰਹੀ ਸਾਰਿਆਂ ਨੂੰ ਜੀ ਮੇਰੀ? ਹਾਂਜੀ ਸਰ। ਹੁਣ ਨੋਟ ਗਿਵਨ ਹੈ। ਹੁਣ ਅੱਜ ਮੀਂਹ ਕਰਕੇ ਥੋੜਾ ਜਿਹਾ ਟਰੂ ਹੈ ਜੀ। ਫਸਟ ਪਲਾਨ ਦੀ ਗੱਲ ਨਹੀਂ ਕੀਤੀ, ਫਸਟ ਪਲਾਨ ਦੀ ਗੱਲ ਨਹੀਂ ਕੀਤੀ, ਨੋਟ ਫਾਲਸ ਲੱਗਦਾ ਸੀ। ਦੇ ਤੁਸੀਂ ਗਲਤ ਕਰ ਰਹੇ ਹੋ, ਕਿਤਨਾ ਕਿਤੇ ਤੁਹਾਡੀ ਇਹਦੇ ਵਿੱਚ ਲੈਕ ਆਫ ਅੰਡਰਸਟੈਂਡਿੰਗ ਹੈ ਜੀ, ਜਿਹੜੀ ਪਹਿਲਾਂ ਵਾਲੇ ਕੁਐਸਚਨ ਚੋਂ ਹੀ ਸੀ। ਹਾਂਜੀ ਨੋਟ ਗਿਵਨ ਹੈ ਸਰ। ਬੰਦੀ ਪਈ ਗੱਲ? ਸਰ ਫਾਲਸ ਸਮਝਾਵਾਂ ਮੈਂ ਜੀ? ਫਾਲਸ ਹਾਂਜੀ ਸਮਝਾ ਦਿਓ। ਨੋਟ ਗਿਵਨ ਸਰ। ਫਾਲਸ ਹੈ ਸਰ। ਨੋਟ ਗਿਵਨ। ਚਲੋ ਤੁੱਕੇ ਲਾਈ ਜਾਂਦੇ ਹੋ ਹੁਣ ਤੁਸੀਂ ਸਾਰੇ ਜਾਣੇ। ਚਲੋ ਜੀ ਹੁਣ ਧਿਆਨ ਨਾਲ ਦੇਖੋ ਜੀ, ਧਿਆਨ ਨਾਲ ਦੇਖੋ ਜੀ ਉਹ ਕੀ ਕਹਿ ਰਹੇ ਆ। ਕਹਿੰਦੇ ਜੋ ਪਿਲਿੰਗਟਨ ਦਾ ਕਹਿੰਦੇ ਜਿਹੜਾ ਫਸਟ ਫੁੱਲ ਸਕੇਲ ਪਲਾਂਟ ਸੀਗਾ was an okay instant ਦਾ ਮਤਲਬ ਕੀ ਹੁੰਦਾ? ਨਾਲ ਦੀ ਨਾਲ ਹੀ, ਛੇਤੀ ਛੇਤੀ, ਨਾਲ ਦੀ ਨਾਲ ਹੀ। ਕਹਿੰਦੇ ਪਿਲਿੰਗਟਨ ਦਾ ਜਿਹੜਾ ਫਸਟ ਫੁੱਲ ਸਕੇਲ ਪਲਾਂਟ ਸੀਗਾ ਜੀ, ਉਹਨੂੰ ਮਿੰਟੋ ਮਿੰਟ ਹੀ ਕਮਰਸ਼ੀਅਲ ਸਕਸੈਸ ਮਿਲ ਗਈ। ਜਿਵੇਂ ਹੀ ਉਹ ਆਇਆ ਨਾਲ ਦੀ ਨਾਲ ਹੀ ਸਕਸੈਸਫੁਲ ਹੋ ਗਿਆ। ਚਲੋ ਜਾ ਕੇ ਦੇਖਦੇ ਹਾਂ ਜੀ ਇੱਥੇ ਕੀ ਕਹਿੰਦੇ ਜੀ। ਕਹਿੰਦੇ ਪਿਲਿੰਗਟਨ ਨੇ ਇੱਕ ਪਲਾਂਟ ਆਪਣਾ ਕੀ ਕੀਤਾ ਸੀ, ਬਿਲਟ ਕੀਤਾ ਸੀਗਾ 1953 ਦੇ ਵਿੱਚ, ਤੇ 1955 ਦੇ ਵਿੱਚ ਉਹਨੇ ਕਹਿੰਦੇ ਕਨਵਿੰਸ ਕੀਤਾ ਆਪਣੀ ਕੰਪਨੀ ਨੂੰ ਵੀ ਤੁਸੀਂ ਫੁੱਲ ਸਕੇਲ ਪਲਾਂਟ ਬਿਲਡ ਕਰੋ। ਹਾਊਐਵਰ ਦਾ ਮਤਲਬ ਪਰ, ਇਹਦਾ ਮਤਲਬ ਪੱਕਾ ਇੱਥੇ ਕੋਈ ਨੈਗੇਟਿਵ ਗੱਲ ਹੈ ਜੀ। ਬਟ ਇੱਥੇ ਜੀ ਉਹ ਕਹਿੰਦੇ 14 ਮੰਥ ਲੱਗੇ ਸਾਨੂੰ, ਨੌਨ ਸਟਾਪ ਪ੍ਰੋਡਕਸ਼ਨ ਕਰਨੀ ਪਈ, ਕੋਸਟ ਇੰਨੀ ਆਈ ਮੰਥ ਦੀ, ਬਿਫੋਰ ਦਾ ਪਲਾਂਟ ਪ੍ਰੋਡਿਊਸ ਐਨੀ ਹਾਂਜੀ ਕੀ ਜੀ ਸੇਬਲ ਕੇ ਗਲਾਸ। ਫਰਦਰ ਮੋਰ ਵੰਸ ਦੇ ਸਕਸੀਡਡ ਇਨ ਮੇਕਿੰਗ, ਜਦੋਂ ਉਹ ਸਕਸੀਡ ਹੋਏ ਕਿਹਦੇ ਵਿੱਚ ਜੀ, ਉਹ ਕਹਿੰਦੇ ਕਿ ਮਾਰਕੀਟੇਬਲ ਜੋ ਫਲੈਟ ਗਲਾਸ ਸੀ ਉਹਨੂੰ ਮੇਕ ਕਰਨ ਦੇ ਵਿੱਚ, ਤੇ ਉਹਨਾਂ ਦੀ ਮਸ਼ੀਨ ਟਰਨ ਆਫ ਹੋ ਗਈ ਜੀ। ਮਸ਼ੀਨ ਟਰਨ ਆਫ ਫॉर ए ਸਰਵਿਸ, ਉਹ ਸਰਵਿਸ ਮੰਗਣ ਲੱਗੀ ਟੂ ਪ੍ਰਪੇਅਰ ਇਟ, ਉਹ ਕਹਿੰਦੇ ਕਿ ਫॉर ਆਫ ਕੰਟੀਨਿਊਸ ਪ੍ਰੋਡਕਸ਼ਨ, ਕਿਉਂਕਿ ਉਹਨੇ ਕੰਟੀਨਿਊ ਪ੍ਰੋਡਕਸ਼ਨ ਕੀਤੀ ਸੀਗੀ ਜੀ। ਕਹਿੰਦੇ ਜੀ ਉਹਨੇ ਕੰਪਨੀ ਨੂੰ ਕੀ ਕੀਤਾ ਜੀ, ਕਨਵਿੰਸ ਕੀਤਾ ਫੁੱਲ ਸਕੇਲ ਪਲਾਂਟ ਬਣਾਓ, ਪਰ ਕਹਿੰਦੇ ਜੀ ਸਾਨੂੰ ਫੁੱਲ ਸਕੇਲ ਪਲਾਂਟ ਬਣਾਉਣ ਦੇ ਲਈ 14 ਮੰਥ ਲੱਗੇ। ਉਹ ਕਹਿੰਦੇ ਹਾਊਐਵਰ ਲਾ ਰਹੇ ਆ ਪੱਕਾ ਇਹ ਇੱਕ ਨੈਗੇਟਿਵ ਫੀਲਿੰਗ ਲਿਖੀ ਵੀ ਆ। ਇਹ ਕਨੈਕਟਰ ਕਦੋਂ ਲੱਗਦਾ ਹੁੰਦਾ? ਜਦੋਂ ਕੋਈ ਨੈਗੇਟਿਵ ਗੱਲ ਹੋਵੇ ਜੀ, ਜਦੋਂ ਡਿਜ਼ਾਇਰਡ ਕੰਮ ਨਾ ਹੋਇਆ ਹੋਵੇ, ਡਿਜ਼ਾਇਰ ਤੋਂ ਅਪੋਜ਼ਿਟ ਹੋਇਆ ਹੋਵੇ। ਇਹਦਾ ਮਤਲਬ ਉਹ ਇਦਾਂ ਕਹਿਣਾ ਚਾਹੁੰਦੇ ਆ ਹਾਊਐਵਰ ਲਾ ਕੇ ਕਿ ਸਾਨੂੰ 14 ਮੰਥ ਲੱਗ ਗਏ। ਕੁਐਸਚਨ ਕਹਿ ਰਿਹਾ ਕਿ ਜੀ ਉਹ ਜਦੋਂ ਹੀ ਮਾਰਕੀਟ ਚ ਆਈ ਮਿੰਟੋ ਮਿੰਟ ਸਕਸੈਸਫੁਲ ਹੋ ਗਈ। ਹਜੇ ਆਪਾਂ ਦੇਖਦੇ ਡੋਂਟ ਵਰੀ, ਬਣਾਉਣ ਤੇ 14 ਮੰਥ ਲੱਗੇ ਜੀ, ਪ੍ਰੋਡਕਸ਼ਨ ਕਰਨ ਤੇ
ਤੇ ਜਦੋਂ ਕਹਿੰਦੇ once they succeeded in okay making marketable flat glass, ਜਦੋਂ ਕਹਿੰਦੇ ਜੀ ਉਹ ਸਕਸੀਡ ਹੋਏ ਕਿਹਦੇ ਵਿੱਚ ਜੀ, ਜਾਣੀ ਕਿ ਮਾਰਕੀਟੇਬਲ ਫਲੈਟ ਗਲਾਸ ਬਣਾਉਣ ਦੇ ਵਿੱਚ, ਤੇ ਉਹਨਾਂ ਦੀ ਮਸ਼ੀਨ ਹੀ ਟਰਨ ਆਫ ਹੋ ਗਈ ਜੀ। ਫਿਰ when it started up again, ਜਦੋਂ ਉਹਨਾਂ ਨੇ ਮਸ਼ੀਨ ਨੂੰ ਫਿਰ ਸਟਾਰਟ ਕੀਤਾ ਤਾਂ ਉਹਨਾਂ ਨੂੰ 4 ਮੰਥ ਹੋਰ ਲੱਗੇ ਜੀ to get the process right again. They finally succeeded. ਫਿਰ ਜਾ ਕੇ ਉਹ ਕਿਤੇ ਸਕਸੀਡ ਹੋਏ ਕਦੋਂ, 1959 ਦੇ ਵਿੱਚ। ਸਟਾਰਟ ਕਦੋਂ ਕੀਤਾ ਸੀਗਾ, 1955 ਦੇ ਵਿੱਚ। ਤੇ ਹੁਣ ਕੌਣ ਬੱਚਾ ਕਹਿ ਰਿਹਾ ਕਿ ਜੀ ਉਹ ਮਿੰਟੋ ਮਿੰਟੀ ਸਕਸੈਸਫੁਲ ਹੋ ਗਈ ਸੀਗੀ ਜੀ, ਤੇ ਹੁਣ ਕਿਹੜਾ ਕਹਿ ਰਿਹਾ ਕਿ ਜਾਣਕਾਰੀ ਹੋਈ ਨਹੀਂ ਦਿੱਤੀ ਹੋਏਗੀ। ਹਾਂਜੀ ਕੀ ਲਾਵਾਂ ਜੀ ਇਹਦਾ, ਹੁਣ ਯੂਨੀਫਾਰਮ ਹੋਇਆ ਜੀ ਸਾਰਿਆਂ ਦਾ ਆਨਸਰ। ਹੁਣ ਸਾਰੇ ਕੀ ਕਹਿ ਰਹੇ ਆ, ਫਾਲਸ ਜੀ। ਦੇਖੋ ਕਿਤੇ ਨਾ ਕਿਤੇ ਤੁਹਾਡੇ ਪੜ੍ਹਨ ਦੇ ਵਿੱਚ ਹਾਲੇ ਵੀ ਲੈਕ ਆਫ ਅੰਡਰਸਟੈਂਡਿੰਗ ਹੈ ਜੀ, ਹਾਲੇ ਵੀ ਥੋੜੀ ਜੀ ਮੇਰੇ ਕਹਿਣ ਦਾ ਮਤਲਬ ਘੱਟ ਹੈਗੀ ਆ ਹੁਣ, ਠੀਕ ਹੈ ਨਾ। ਤਾਂ ਸਾਰੇ ਜਾਣੇ ਕੋਸ਼ਿਸ਼ ਕਰੋ ਆਪਣੀ ਸਕਿੱਲ ਨੂੰ ਮਾੜਾ ਜਿਹਾ ਹੋਰ ਡਿਵੈਲਪ ਕਰ ਲਓ ਜੀ, ਕਿਉਂਕਿ ਦੇਖੋ ਨਾ ਉਹ ਕਹਿ ਰਹੇ ਆ ਕਿ ਜਦੋਂ ਉਹਨਾਂ ਨੇ ਉਹਨੂੰ ਬਿਲਡ ਕੀਤਾ 14 ਮੰਥ ਲੱਗ ਗਏ। ਸਕਸੀਡ ਜਦੋਂ ਕਰਨ ਦੇ ਲਈ ਉਹ ਚੀਜ਼ ਕੀਤੀ, ਮਸ਼ੀਨ ਖਰਾਬ ਹੋ ਗਈ, ਮਸ਼ੀਨ ਖਰਾਬ ਨੂੰ ਫਿਰ ਚਲਾਇਆ, ਫਿਰ 4 ਮੰਥ ਲੱਗ ਗਏ, ਫਿਰ ਕਿਤੇ ਜਾ ਕੇ ਫਾਈਨਲੀ ਉਹ ਸਕਸੀਡ ਹੋਈ ਜੀ। ਕੁਐਸਚਨ ਕਹਿ ਰਿਹਾ ਉਹ ਜਦੋਂ ਹੀ ਜਾਣੀ ਕਿ ਫੁੱਲ ਸਕੇਲ ਲਾਂਚ ਹੋਇਆ ਨਾਲ ਦੀ ਨਾਲ ਹੀ ਜੋ ਕਮਰਸ਼ੀਅਲ ਸਕਸੈਸ ਹੋ ਗਿਆ, ਨਾਲ ਦੀ ਨਾਲ ਥੋੜ੍ਹਾ ਹੋਇਆ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ। ਕਲੀਅਰ ਹੈ ਜੀ, ਓਕੇ।